ਪਹਿਲਾਂ ਆਪਾਂ ਗੱਲਬਾਤ ਕਰਦੇ ਸੀ, ਕੱਟਿਆ ਗਿਆ, ਕੋਈ ਸਮੱਸਿਆ ਆ ਗਈ ਵਿੱਚ। ਦੁਬਾਰਾ ਸ਼ੁਰੂ ਕਰਦੇ ਆਂ। ਮੈਂ ਦੁਬਾਰਾ ਫੇਰ ਦੁਹਰਾ ਦਿੰਦਾ ਕਿ ਅਸੀਂ ਬਾਈ ਕਮਲ ਪੇਸ਼ੇ ਵਜੋਂ ਵਕੀਲ ਰਹੇ ਨੇ, ਅੱਜ ਕੁਦਰਤੀ ਕਰ ਰਹੇ ਨੇ। ਗੜ ਰੱਤੇ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਦਾ ਅਖੀਰਲਾ ਪਿੰਡ ਹੈ। ਫਾਰਮ ਤੇ ਆਏ ਆ, ਸਾਰੀਆਂ ਬਾਈ ਨੇ ਅਸੀਂ ਦੇਖਿਆ ਕਿ ਕੁਦਰਤੀ ਜਿਹੜੀਆਂ ਫਸਲਾਂ ਇੱਥੇ ਦੇਖੀਆਂ ਆ ਕੇ, ਕੁਦਰਤੀ ਫਲ ਫਰੂਟ ਜਿਹੜੇ ਬਿਨਾਂ ਰੇਹਾਂ ਸਪਰੇਹਾਂ ਤੋਂ ਨੇ। ਤੇ ਇੱਕ ਮੈਂ ਤੁਹਾਨੂੰ ਬੜੀ ਆ ਦੇਖੋ ਮੇਰੇ ਇਧਰਲੇ ਸਾਹਮਣੇ ਨਾ ਤੁਲਸੀ ਲੱਗੀ ਹੋਈ ਹੈ। ਬਾਈ ਕਿਹੜੀ ਤੁਲਸੀ ਹੈ ਇਹ? ਲੈਮਨ ਤੁਲਸੀ ਹੈ। ਲੈਮਨ ਤੁਲਸੀ ਆ। ਇਹਦੇ ਉੱਤੇ ਹੱਥ ਮਾਰੇ ਨਾ ਪੋਲਾ ਆ ਦੇ ਹੱਥ ਦੇ ਵਿੱਚੋਂ ਪਤਾ ਨਹੀਂ ਇੰਨੀ ਵਧੀਆ ਖੁਸ਼ਬੂ ਜਿਹੜੀ ਆਉਂਦੀ ਆ ਕਿ ਲੋਕ ਪਤਾ ਨਹੀਂ ਕਿੰਨੇ ਮਹਿੰਗੇ ਆਹ ਜਿਹੜੇ ਪਰਫਿਊਮ ਵਗੈਰਾ ਛਿੜਕਦੇ ਨੇ। ਮੈਂ ਕਹਿੰਦਾ ਉਹੋ ਜਿਹੀ ਖੁਸ਼ਬੂ ਕਦੇ ਨਹੀਂ। ਬਾਈ ਨੇ ਦੱਸਿਆ ਕਿ ਜਦੋਂ ਤੁਸੀਂ ਇੱਕ ਵਾਰੀ ਹੱਥ ਮਾਰਤਾ ਨਾ ਖੁਸ਼ਬੂ ਨਹੀਂ ਜਾਂਦੀ। ਬਹੁਤ ਤਰ੍ਹਾਂ ਦੀਆਂ ਜਿਹੜੇ ਫਲਾਂ ਵਾਲੇ ਬੂਟੇ ਦੇਖੇ ਨੇ, ਸਬਜ਼ੀਆਂ ਦੇਖੀਆਂ ਨੇ ਜਿਹੜੀਆਂ ਬਿਨਾਂ ਰੇਹਾਂ ਸਪਰੇਹਾਂ ਤੋਂ ਆ। ਤੇ ਮੈਂ ਚਾਹੁੰਦਾ ਕਿ ਇਹ ਜਿਹੜੀ ਗੱਲਬਾਤ ਆਪਾਂ ਬਾਈ ਨਾਲ ਅੱਧਾ ਪੌਣਾ ਘੰਟਾ ਕਰਨੀ ਹੈ, ਹਰ ਬੰਦਾ ਸੁਣੇ, ਕਿਉਂਕਿ ਹਰ ਬੰਦੇ ਦੀ ਜ਼ਿੰਦਗੀ ਨਾਲ, ਸਿਹਤ ਨਾਲ ਜੁੜੀਆਂ ਹੋਈਆਂ ਗੱਲਾਂ ਨੇ। ਕਿ ਸਿਹਤਾਂ ਪੱਖੋਂ ਅਸੀਂ ਤੁਹਾਨੂੰ ਪਤਾ ਬਹੁਤ ਕਮਜ਼ੋਰ ਹੋ ਗਏ ਹਾਂ। ਸਿਹਤਾਂ ਪੱਖੋਂ ਸਾਡਾ ਹਾਲ ਮਾੜਾ ਹੈ ਕਿ ਅਸੀਂ ਦੇਖ ਰਹੇ ਹਾਂ ਅੱਜ ਹਰ ਬੰਦਾ ਬਿਮਾਰ ਆ। ਜੰਮਦੇ ਜਵਾਕ ਨੂੰ ਕੋਈ ਨਾ ਕੋਈ ਬਿਮਾਰੀ ਹੈ, ਨੌਜਵਾਨ ਨੂੰ ਬਿਮਾਰੀ ਆ, ਹਸਪਤਾਲ ਭਰੇ ਪਏ ਆ, ਜਿਹੜੇ ਮਰਜ਼ੀ ਹਸਪਤਾਲ 'ਚ ਵਗ ਜਾਓ। ਤਾਂ ਉਹਦਾ ਕੀ ਕਾਰਨ? ਜਦੋਂ ਮੈਂ ਬਾਈ ਕੋਲੇ ਆਇਆ ਤੇ ਬਾਈ ਨਾਲ ਗੱਲ ਸਾਂਝੀ ਕਰਦਾ ਸੀਗਾ ਮੈਂ, ਤੇ ਬਾਈ ਨੇ ਆਪਣੀ ਜਿਹੜੀ ਕਹਾਣੀ ਦੱਸੀ ਆਪਣੇ ਪਿਓ ਵਾਲੀ, ਆਪਣੇ ਦਾਦੇ ਵਾਲੀ, ਹਨਾ, ਕਿ ਕਿਵੇਂ ਅਸੀਂ ਕੁਦਰਤੀ ਖੇਤੀ ਤੋਂ ਦੂਜੇ ਪਾਸੇ ਪਲਟੇ ਤੇ ਜਿਹਦੇ ਕਰਕੇ ਸਾਡਾ ਅੱਜ ਬਹੁਤ ਵੱਡਾ ਨੁਕਸਾਨ ਜਿਹੜਾ ਪੰਜਾਬ ਦਾ ਹੋਇਆ। ਤਾਂ ਫਿਰ ਮੈਂ ਬਾਈ ਨੂੰ ਬੇਨਤੀ ਕੀਤੀ, ਮੈਂ ਕਿਹਾ ਬਾਈ ਆਪਾਂ ਦੋਨੇ ਨਹੀਂ ਗੱਲਾਂ ਕਰਦੇ ਤੇ ਆਪਾਂ ਇਹਨੂੰ ਸਾਂਝਾ ਕਰਦੇ ਹਾਂ ਲੋਕਾਂ ਨਾਲ ਵੀ, ਕਿਉਂਕਿ ਲੋਕਾਂ ਦੇ ਕੰਮਾਂ ਦੀਆਂ ਗੱਲਾਂ ਨੇ। ਤਾਂ ਹੁਣ ਮੈਂ ਬਾਈ ਕਮਲਜੀਤ ਨੂੰ ਬੇਨਤੀ ਕਰਦਾ ਕਿ ਸਾਰੀ ਜਿਹੜੀ ਕਹਾਣੀ ਹੈ ਲੋਕਾਂ ਨੂੰ ਚਾਨਣਾ ਪਾਓ ਕਿ ਕਿਸ ਤਰ੍ਹਾਂ ਦੀ ਖੇਤੀ ਵੱਲ ਸਾਨੂੰ ਮੁੜਨਾ ਚਾਹੀਦਾ, ਕਿਉਂ ਮੁੜਨਾ ਚਾਹੀਦਾ, ਕਿਵੇਂ ਅਸੀਂ ਉਹਦੇ 'ਚ ਕਾਮਯਾਬ ਹੋ ਸਕਦੇ ਹਾਂ। ਬਾਈ ਵਕੀਲੀ ਛੱਡ ਕੇ, ਵਕੀਲ ਸੀਗੇ ਬਾਈ, ਵਕੀਲੀ ਛੱਡ ਕੇ, ਵਕਾਲਤ ਛੱਡ ਕੇ ਬਾਈ ਨੇ ਆਪਣੇ 20 ਕਿੱਲਿਆਂ ਦੇ ਵਿੱਚ ਆਰਗੈਨਿਕ ਜੈਵਿਕ ਖੇਤੀ ਜਿਹੜੀ ਕੁਦਰਤੀ ਢੰਗਾਂ ਦੇ ਨਾਲ ਬਿਨਾਂ ਰੇਹਾਂ ਸਪਰੇਹਾਂ ਤੋਂ ਹੁੰਦੀ ਹੈ। ਮਤਲਬ ਬਾਈ ਰੂੜੀ ਵੀ ਨਹੀਂ ਵਰਤਦੇ ਹੋਣੇ? ਬਿਲਕੁਲ ਰੂੜੀ ਵੀ ਨਹੀਂ ਵਰਤਦੇ। ਕਦੇ ਤੁਹਾਨੂੰ ਮੌਕਾ ਮਿਲੇ ਆਉਣ ਦਾ, ਦੇਖ ਕੇ ਜਾਇਓ ਬਾਈ ਕੋਲੇ। ਸੋਹਣਗੜ੍ਹ ਰੱਤੇ ਵਾਲਾ ਪਿੰਡ ਹੈ, ਜ਼ਿਲ੍ਹਾ ਫਿਰੋਜ਼ਪੁਰ ਦਾ। ਤਾਂ ਮੈਂ ਹੁਣ ਬਾਈ ਨੂੰ ਬੇਨਤੀ ਕਰਦਾ ਕਿ ਬਾਈ ਆਪਣੀ ਗੱਲਬਾਤ ਲੋਕਾਂ ਨਾਲ ਸਾਂਝੀ ਕਰੋ। ਹਾਂਜੀ, ਸਤਿ ਸ੍ਰੀ ਅਕਾਲ ਜੀ, ਸਭ ਸੁਣ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ। ਮੇਰਾ ਨਾਮ ਕਮਲਜੀਤ ਸਿੰਘ ਹੇਰ ਹੈ। ਮੈਂ ਇੱਕ ਵਕੀਲ ਸੀ, ਵਕਾਲਤ ਛੱਡ ਕੇ ਕੁਦਰਤੀ ਖੇਤੀ ਕਰ ਰਿਹਾ ਹੈਗਾ। ਜਦੋਂ ਖੇਤੀ ਦੀ ਗੱਲ ਆਉਂਦੀ ਹੈਗੀ ਹੈ ਨਾ, ਤਾਂ ਜ਼ਿਆਦਾਤਰ ਲੋਕ ਅੱਖਾਂ ਜਿਹੀਆਂ ਬੰਦ ਕਰ ਲੈਂਦੇ ਹੈਗੇ ਕਿ ਖੇਤੀ ਦਾ ਸੰਬੰਧ ਤਾਂ ਕਿਸਾਨ ਨਾਲ ਹੈ। ਪਰ ਇੱਥੇ ਮੈਂ ਇਹ ਕਹਿਣੀ ਚਾਹੂੰਗਾ, ਬੜੇ ਜ਼ੋਰ ਨਾਲ ਕਹਿਣੀ ਚਾਹੂੰਗਾ ਕਿ ਜੇਕਰ ਤੁਸੀਂ ਖਾਣਾ ਖਾਂਦੇ ਹੋ ਤਾਂ ਇਹਦਾ ਸੰਬੰਧ ਮੇਰੀ ਜਿਹੜੀ ਮੈਂ ਆਉਣ ਵਾਲਾ ਸਮੇਂ ਵਾਸਤੇ ਕੁਛ ਅੱਧਾ ਪੌਣਾ ਘੰਟਾ ਵਾਸਤੇ ਬੋਲੂੰਗਾ ਤਾਂ ਇਹਦਾ ਤੁਹਾਡੇ ਨਾਲ ਬਹੁਤ ਗਹਿਰਾ ਸੰਬੰਧ ਹੈ। ਉਹ ਕਿਸ ਤਰ੍ਹਾਂ ਗਹਿਰਾ ਸੰਬੰਧ ਹੈ? ਖੇਤੀ, ਖੁਰਾਕ ਤੇ ਸਮਾਜ ਇੱਕ ਟ੍ਰਾਇੰਗਲ ਦੇ 3 ਕਿਨਾਰੇ ਨੇ, ਇੱਕ ਤਿਕੋਣ ਦੇ 3 ਕਿਨਾਰੇ ਨੇ। ਖੇਤੀ, ਖੁਰਾਕ ਤੇ ਸਮਾਜ। ਜੈਸੀ ਖੇਤੀ ਹੋਊਗੀ ਕਿਸੇ ਖਿੱਤੇ ਦੀ, ਉਹੋ ਜੀ ਖੁਰਾਕ ਹੋਊਗੀ ਉਸ ਖਿੱਤੇ ਦੀ। ਜੈਸੀ ਖੁਰਾਕ ਹੋਊਗੀ ਵੈਸਾ ਹੀ ਉਹ ਸਮਾਜ ਹੋਊਗਾ। ਸਾਡੇ ਕਹਾਵਤ ਸੀਗੀ ਇੱਕ ਕਿ ਜੈਸਾ ਖਾਓ ਅੰਨ ਵੈਸਾ ਹੋਏ ਮਨ, ਜੈਸਾ ਹੋਏ ਮਨ ਵੈਸਾ ਹੋਏ ਤਨ। ਜਿਸ ਇਲਾਕੇ ਦੀ ਖੇਤੀ ਜ਼ਹਿਰੀਲੀ ਹੋਊਗੀ ਉਸ ਇਲਾਕੇ ਦਾ ਭੋਜਨ ਜ਼ਹਿਰੀਲਾ ਹੋਊਗਾ, ਤੇ ਜ਼ਹਿਰੀਲਾ ਭੋਜਨ ਖਾ ਕੇ ਜਿਹੜਾ ਸਮਾਜ ਹੈ ਉਹ ਬਿਮਾਰਾਂ ਦਾ ਸਮਾਜ ਹੋਊਗਾ। ਅੱਜ ਪੰਜਾਬੀਆਂ ਦਾ ਸਮਾਜ ਜਿਹੜਾ ਇੱਕ ਬਿਮਾਰਾਂ ਦਾ ਸਮਾਜ ਹੈ। ਤਾਂ ਇਹਦਾ ਸੰਬੰਧ ਜਿਹੜਾ ਹੈਗਾ ਖੇਤੀ ਦਾ ਸੰਬੰਧ ਤੁਹਾਡੇ ਨਾਲ ਬਹੁਤ ਗਹਿਰਾ ਸੰਬੰਧ ਹੈ। ਚਾਹੇ ਤੁਸੀਂ ਬਿਜ਼ਨਸਮੈਨ ਹੋ, ਚਾਹੇ ਤੁਸੀਂ ਇੱਕ ਗਵਰਨਮੈਂਟ ਜੌਬ ਤੇ ਹੋ, ਇਹਦਾ ਸੰਬੰਧ ਤੁਹਾਡੇ ਨਾਲ ਬਹੁਤ ਗਹਿਰਾ ਸੰਬੰਧ ਹੈ। ਸੋ ਮੇਰੀਆਂ ਇਸ ਗੱਲਾਂ ਨੂੰ ਧਿਆਨ ਦੇ ਨਾਲ ਸੁਣਿਓ। ਮੇਰੇ ਕੋਲ ਟਾਈਮ ਬੜਾ ਸ਼ਾਰਟ ਹੈਗਾ, ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਜਲਦੀ ਸਮੇਟਾਂ, ਪਰ ਮੇਰਾ ਦਾਇਰਾ ਬਹੁਤ ਵੱਡਾ ਹੈਗਾ। ਮੈਂ ਬੜੀ ਕੋਸ਼ਿਸ਼ ਕਰੂੰਗਾ ਕਿ ਉਹਨੂੰ ਘਟਾ ਕੇ ਗੱਲਾਂ ਨੂੰ ਛੋਟਾ ਕਰਕੇ ਮੈਂ ਤੁਹਾਡੇ ਸਾਹਮਣੇ ਪੇਸ਼ ਕਰਾਂ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਕਿ ਮੈਂ ਕਿਉਂ ਆਇਆ। ਮੈਂ ਵਕਾਲਤ ਕਰਦਾ ਸੀ ਸਨ 2000 ਦੇ ਵਿੱਚ, ਮੁਕਤਸਰ ਦੇ ਸਾਡਾ ਡਿਸਟ੍ਰਿਕਟ ਹੈੱਡਕੁਆਟਰ ਹੈਗਾ, ਉੱਥੇ ਵਕਾਲਤ ਸ਼ੁਰੂ ਕੀਤੀ ਸੀ 2002-3 ਦੇ ਆਉਂਦੇ ਮੇਰੀ ਚੰਗੀ ਵਕਾਲਤ ਸੀਗੀ। 1.5-2 ਲੱਖ ਰੁਪਏ ਮਹੀਨੇ ਦਾ ਕਮਾ ਰਿਹਾ ਸੀਗਾ। ਤਾਂ ਫਿਰ ਮੈਂ ਅਚਾਨਕ ਛੱਡ ਕੇ ਇੱਥੇ ਖੇਤਾਂ ਦੇ ਵਿੱਚ ਆ ਗਿਆ। ਉਹਦਾ ਕਾਰਨ ਸੀਗਾ, ਬੜਾ ਮਨ ਦੇ ਵਿੱਚ ਤੁਹਾਡੇ ਸਵਾਲ ਆਊਗਾ ਕਿ ਕਿਉਂ ਛੱਡ ਕੇ ਆ ਗਿਆ। ਮੇਰੀਆਂ ਕਾਫੀ ਇੰਟਰਵਿਊ ਨੈੱਟ ਦੇ ਉੱਪਰ ਪਈਆਂ ਹੈਗੀਆਂ, ਸ਼ਾਇਦ ਤੁਸੀਂ ਬਹੁਤੇ ਲੋਕਾਂ ਨੇ ਉਹ ਇੰਟਰਵਿਊ ਦੇਖੀਆਂ ਹੋਣੀਆਂ। ਉਹਨਾਂ ਦੇ ਵਿੱਚ ਮੈਂ ਗੱਲ ਵੀ ਕੀਤੀ ਸੀ, ਲੇਕਿਨ ਅੱਜ ਮੈਂ ਦੁਬਾਰਾ ਤੋਂ ਉਹੀ ਗੱਲ ਨੂੰ ਦੁਹਰਾਊਂਗਾ। ਮੇਰੇ ਗ੍ਰੈਂਡਫਾਦਰ ਦੀ ਏਜ 101 ਸਾਲ ਸੀ। ਮੇਰਾ ਬਾਪ 53 ਸਾਲ ਦੀ ਉਮਰ 'ਚ ਹਾਰਟ ਅਟੈਕ ਨਾਲ ਚਲਾ ਗਿਆ। ਮੇਰਾ ਛੋਟਾ ਬ੍ਰਦਰ 10 ਸਾਲ ਦੀ ਉਮਰ 'ਚ ਬ੍ਰੇਨ ਟਿਊਮਰ ਨਾਲ ਚਲਾ ਗਿਆ। ਜਦੋਂ ਇਸ ਚੀਜ਼ ਨੂੰ ਡੂੰਘਾਈ ਨਾਲ ਦੇਖਦਾ ਹੈਗਾ ਕਿ ਦਾਦੇ ਦੀ ਉਮਰ 101 ਸਾਲ, ਉਹਦੇ ਪੁੱਤ ਦੀ ਉਮਰ 53 ਸਾਲ, ਪੋਤਰੇ ਦੀ ਉਮਰ 10 ਸਾਲ, ਕਿੱਥੇ ਗਲਤੀ ਹੋਈ ਹੈ? ਤਾਂ ਉਹਨੂੰ ਜਦੋਂ ਬਰੀਕੀ ਦੇ ਵਿੱਚ ਦੇਖਦੇ ਹੈਗੇ ਤਾਂ ਜਦੋਂ ਸਟੱਡੀ ਕੀਤਾ ਤਾਂ ਪਤਾ ਲੱਗਿਆ ਕਿ ਪੰਜਾਬ ਕੋਲੇ ਜਿਹੜੀ
ਕਲਟੀਵੇਟਡ ਲੈਂਡ ਹੈ, ਭਾਰਤ ਦੀ ਵਾਹੀਯੋਗ ਜ਼ਮੀਨ ਦਾ ਸਿਰਫ 1.5% ਸ਼ੇਅਰ ਹੈ। ਇੱਥੇ ਜਿਹੜਾ ਪੈਸਟੀਸਾਈਡ ਪੈਂਦਾ, ਜਿਹੜਾ ਫਰਟੀਲਾਈਜ਼ਰ ਪੈਂਦਾ ਹੈਗਾ, ਉਹ 18% ਹੈ। 18% ਪੈਸਟੀਸਾਈਡ 1.5% ਰਕਬੇ ਤੇ ਪੈ ਰਿਹਾ। ਤਾਂ ਜਦੋਂ ਇਸ ਗੱਲ ਦੀ ਸਮਝ ਲੱਗੀ ਕਿ 1.5% ਰਕਬੇ ਤੇ 18% ਪੈਸਟੀਸਾਈਡ ਪੈ ਰਿਹਾ ਹੈਗਾ, ਤਾਂ ਮਰ ਜਾਾਂਗੇ ਅਸੀਂ, ਤਾਂ ਕੀ ਹਾਲਾਤ ਬਣਨਗੇ ਸਾਡੇ। ਤਾਂ ਇਸ ਬੜਾ ਫਿਕਰਮੰਦ ਸੀਗਾ ਇਸ ਮਾਮਲੇ ਨੂੰ ਲੈ ਕੇ। ਤਾਂ ਇਸ ਫਿਕਰਾਂ ਦੇ ਵਿੱਚੋਂ ਥੋੜੀ ਰਿਸਰਚ ਕਰਦਾ ਮੈਂ ਖੇਤੀ ਵਿਰਾਸਤ ਮਿਸ਼ਨ ਦੇ ਸੰਪਰਕ ਦੇ ਵਿੱਚ ਆਇਆ। ਖੇਤੀ ਵਿਰਾਸਤ ਮਿਸ਼ਨ ਦੇ ਸੰਪਰਕ ਦੇ ਵਿੱਚ ਆਉਣ ਤੋਂ ਬਾਅਦ ਡਾਕਟਰ ਓਮ ਪ੍ਰਕਾਸ਼ ਰੁਪੇਲਾ ਜੀ, ਮੇਰੇ ਗੁਰੂ, ਜਿਹੜੇ ਇਕਰੀ ਸੈਟ ਦੇ ਵਿੱਚ ਹੈਦਰਾਬਾਦ ਇੱਕ ਸਰਕਾਰੀ ਰਿਸਰਚ ਸੈਂਟਰ ਸੀਗਾ, ਉਹਦੇ ਵਿੱਚ ਮਾਈਕਰੋਬਾਇਓਲੋਜਿਸਟ ਸੀ, ਉਹਨਾਂ ਨਾਲ ਮੇਲ ਹੋਇਆ। ਉਹਨਾਂ ਤੋਂ ਖੇਤੀ ਬਾਰੇ ਸਿੱਖਣਾ ਸ਼ੁਰੂ ਕੀਤਾ ਕਿ ਖੇਤੀ ਹੈ ਕੀ। ਸਭ ਤੋਂ ਪਹਿਲਾਂ ਮੈਨੂੰ ਡਾਕਟਰ ਓਮ ਪ੍ਰਕਾਸ਼ ਰੁਪੇਲਾ ਨੇ ਇੱਕ ਸਵਾਲ ਕੀਤਾ ਸੀ ਕਿ ਕਮਲਜੀਤ, ਖੇਤੀ ਕੀ ਹੁੰਦੀ ਹੈ। ਤਾਂ ਮੈਂ ਉਹਨੂੰ ਕਿਹਾ, ਸਰ ਜ਼ਮੀਨ ਦੇ ਉੱਪਰ ਫਸਲਾਂ ਬੀਜ ਲੈਣੀਆਂ, ਵੱਢ ਕੇ ਵੇਚ ਦੇਣੀਆਂ ਤੇ ਉਹਦਾ ਪੈਸਾ ਕਮਾ ਲੈਣਾ ਤੇ ਆਪਣਾ ਪਰਿਵਾਰ ਦਾ ਗੁਜ਼ਾਰਾ ਕਰਨਾ। ਤਾਂ ਡਾਕਟਰ ਰੁਪੇਲਾ ਹੱਸ ਪਏ। ਉਹ ਮੈਨੂੰ ਕਹਿੰਦੇ, ਭਾਈ ਇਹ ਖੇਤੀ ਨਹੀਂ ਹੈ। ਤੂੰ ਮੈਨੂੰ ਦੱਸ ਕਿ ਜਦੋਂ ਤੇਰਾ ਦਾਦਾ ਖੇਤੀ ਕਰਦਾ ਸੀਗਾ ਤੇ ਕੀ ਤੇਰਾ ਦਾਦਾ 2 ਹੀ ਫਸਲਾਂ ਬੀਜਦਾ ਸੀ। ਮੈਂ ਕਿਹਾ ਨਹੀਂ ਜੀ, ਉਹ ਤਾਂ ਜੌਂ ਵੀ ਬੀਜਦਾ ਸੀ, ਮੱਕੀ ਵੀ, ਜਵਾਰ ਵੀ, ਬੜਾ ਕੁਝ ਬੀਜਦਾ ਸੀ। ਤਾਂ ਮਤਲਬ ਕਿ ਇੱਕ ਤੋਂ ਜ਼ਿਆਦਾ ਫਸਲਾਂ ਬੀਜਦਾ ਸੀ। ਮੈਂ ਕਿਹਾ ਹਾਂਜੀ। ਤਾਂ ਬਹੁ ਫਸਲੀ ਪ੍ਰਣਾਲੀ ਸੀ। ਮੈਂ ਕਿਹਾ ਜੀ ਹਾਂ। ਤਾਂ ਕੀ ਜਦੋਂ ਤੇਰਾ ਦਾਦਾ ਖੇਤੀ ਕਰਦਾ ਸੀ, ਉਹਦੇ ਖੇਤਾਂ ਦੇ ਵਿੱਚ ਜਿਹੜਾ ਪੰਛੀ ਆਪਣਾ ਰੁੱਖ ਨਹੀਂ ਹੁੰਦੇ ਸੀਗੇ ਛਾਵੇਂ ਬੈਠਣ ਵਾਸਤੇ, ਬਲਦਾਂ ਦੇ ਛਾਵੇਂ ਬਿਠਾਉਣ ਵਾਸਤੇ, ਜਾਂ ਘਰਾਂ ਦੇ ਵਿੱਚ ਜਾਂ ਟੋਕਰੇ ਬਣਾਉਣ ਵਾਸਤੇ ਤੂਤਰੀ ਲੱਗੇ ਹੁੰਦੇ ਸੀ। ਮੈਂ ਕਿਹਾ ਜੀ ਬੜੇ ਰੁੱਖ ਹੁੰਦੇ ਸੀ। ਤਾਂ ਕੀ ਇਹਦਾ ਮਤਲਬ ਨਿਕਲਿਆ ਕਿ ਰੁੱਖ ਖੇਤੀ ਦਾ ਹਿੱਸਾ ਹੁੰਦੇ ਸੀ। ਮੈਂ ਕਿਹਾ ਜੀ ਹਾਂ। ਨੰਬਰ 3, ਕੀ ਜਿਹੜਾ ਹੈਗਾ ਖੇਤਾਂ ਦੇ ਵਿੱਚ ਪੰਛੀ ਨਹੀਂ ਹੁੰਦੇ ਸੀ ਐਟ ਦੈਟ ਟਾਈਮ, ਉਸ ਸਮੇਂ ਦੇ ਵਿੱਚ। ਮੈਂ ਕਿਹਾ ਜੀ ਪੰਛੀ ਤਾਂ ਹੁੰਦੇ ਸੀ। ਤਾਂ ਪੰਛੀ ਵੀ ਖੇਤੀ ਦਾ ਹਿੱਸਾ ਹੁੰਦੇ ਸੀ। ਮੈਂ ਕਿਹਾ ਜੀ ਹਾਂ। ਤਾਂ ਜਦੋਂ ਬਾਰਿਸ਼ ਹੁੰਦੀ ਸੀ ਤਾਂ ਖੇਤਾਂ ਦੇ ਵਿੱਚੋਂ ਕੁਝ ਗਡੋਏ ਨਿਕਲਦੇ ਹੁੰਦੇ ਸੀ। ਮੈਂ ਕਿਹਾ ਜੀ ਨਿਕਲਦੇ ਸੀ। ਇਹ ਗਡੋਏ ਜਿਹੜੇ ਧਰਤੀ ਦੇ ਵਿੱਚ ਜਿਹੜੇ ਸੂਖਮ ਜੀਵ ਹੈ ਹੁੰਦੇ ਸੀ। ਮੈਂ ਕਿਹਾ ਜੀ ਇਹ ਵੀ ਹੁੰਦੇ ਸੀ। ਤਾਂ ਇਹਦਾ ਮਤਲਬ ਕੀ ਨਿਕਲਿਆ ਕਿ ਖੇਤੀ ਦੇ 5 ਅੰਗ ਹੈ। ਨੰਬਰ 1 ਫਸਲਾਂ, ਬਹੁ ਫਸਲੀ ਪ੍ਰਣਾਲੀ। ਨੰਬਰ 2 ਰੁੱਖ। ਨੰਬਰ 3 ਪਸ਼ੂ ਧਨ। ਨੰਬਰ 4 ਸੂਖਮ ਜੀਵ ਤੇ ਨੰਬਰ 5 ਪੰਛੀ। ਇਹ ਜਦੋਂ ਪੰਜੇ ਚੀਜ਼ਾਂ ਇਕੱਠੀ ਹੈ। ਸੰਨ 60 ਤੋਂ ਪਹਿਲਾਂ ਪੰਜਾਬ ਦਾ ਕਿਸਾਨ ਖੇਤੀ ਕਰਦਾ ਸੀ, ਲੇਕਿਨ ਸੰਨ 60 ਤੋਂ ਆਉਣ ਤੋਂ ਬਾਅਦ ਪੰਜਾਬ ਦਾ ਕਿਸਾਨ ਖੇਤੀ ਨਹੀਂ ਕਰਦਾ, ਉਹ ਫਸਲਾਂ ਬੀਜਦਾ ਹੈ। ਇਹ ਬਦਲਾਅ ਕਿਵੇਂ ਆਇਆ? ਹੁਣ ਇਹਦੇ ਤੇ ਗੱਲ ਕਰਦੇ ਹਾਂ ਕਿ ਖੇਤੀ ਕਰਨ ਤੋਂ ਅਸੀਂ ਫਸਲਾਂ ਬੀਜਣ ਵਾਲੇ ਪਾਸੇ ਨੂੰ ਕਿਵੇਂ ਵੱਧ ਗਏ। ਜੇ ਅਸੀਂ ਇਤਿਹਾਸ ਵੱਲ ਦੇਖੀਏ ਤਾਂ ਸੰਨ 60 ਤੋਂ 70 ਦੇ ਦਹਾਕੇ ਵਿਚਕਾਰ ਜਿਹੜਾ ਹੈਗਾ ਗ੍ਰੀਨ ਰੈਵੋਲੂਸ਼ਨ ਦਾ ਨਾਮ ਤੁਸੀਂ ਸੁਣਿਆ ਹੋਣਾ ਹੈ। ਸੰਨ 60 ਤੋਂ ਪਹਿਲਾਂ ਜਿਹੜੀ ਖੇਤੀ ਹੁੰਦੀ ਸੀ ਉਹ ਸਾਰੀ ਕੁਦਰਤੀ ਹੁੰਦੀ ਸੀ। ਸਾਡੇ ਪੰਜਾਬ ਦੇ ਖਿੱਤੇ ਦੇ ਵਿੱਚ ਜਿੰਨੀ ਵੀ ਖੇਤੀ ਹੁੰਦੀ ਸੀ ਸ਼ਹਿਰਾਂ ਤੋਂ ਹੁੰਦੀ ਸੀ। ਉਹਦਾ ਨਾਮ ਚਾਹੇ ਕੁਦਰਤੀ ਨਹੀਂ ਕਿਹਾ ਜਾਂਦਾ ਸੀ, ਕੁਝ ਵੀ ਨਾਮ ਸੀਗਾ, ਖੇਤੀ ਕਹਿੰਦੇ ਸੀ, ਉਹ ਸਾਰੀ ਹੀ ਕੁਦਰਤੀ ਖੇਤੀ ਸੀ। ਉਹਨਾਂ ਵੇਲਿਆਂ ਦੇ ਵਿੱਚ ਜਿਹੜਾ ਸੀਗਾ, ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ, ਪਾਪੂਲੇਸ਼ਨ ਵੱਧ ਰਹੀ ਸੀ, ਤਾਂ ਸਾਡੇ ਦੇਸ਼ ਨੂੰ ਅਨਾਜ ਦੀ ਲੋੜ ਪੈ ਗਈ। ਜਦੋਂ ਅਨਾਜ ਦੀ ਲੋੜ ਪੈ ਗਈ ਤਾਂ ਜੋ ਸਾਡੇ ਪਾਲਿਸੀ ਮੇਕਰ ਸੀ, ਜੋ ਸਾਡੇ ਨੀਤੀ ਘਾੜੇ ਸੀ, ਇਹਨਾਂ ਨੇ ਸੋਚਿਆ ਕਿ ਹੁਣ ਅਨਾਜ ਦੀ ਸ਼ਾਰਟੇਜ ਹੋ ਗਈ ਤੇ ਅਸੀਂ ਖੇਤੀ ਦਾ ਮਾਡਲ ਬਦਲੀਏ। ਖੇਤੀ ਦੀ ਪ੍ਰੋਡਕਸ਼ਨ, ਸਾਨੂੰ ਭੋਜਨ ਬਹੁਤ ਜ਼ਿਆਦਾ ਚਾਹੀਦਾ, ਪਾਪੂਲੇਸ਼ਨ ਵੱਧ ਰਹੀ ਹੈ, ਸਾਡੇ ਕੋਲ ਪ੍ਰੋਡਕਸ਼ਨ ਥੋੜੀ ਹੈ। ਇਹਨਾਂ ਨੇ ਉਸ ਖੇਤੀ ਨੂੰ ਅਪਡੇਟ ਕਰਨ ਦੀ ਬਜਾਏ, ਉਸ ਖੇਤੀ ਨੂੰ ਸਮੇਂ ਦਾ ਹਾਣੀ ਬਣਾਉਣ ਦੀ ਬਜਾਏ, ਜਿਹੜੀ ਖੇਤੀ ਚੱਲ ਰਹੀ ਸੀ ਆਲਰੇਡੀ, ਜਿਹੜੀ ਖੇਤੀ ਹਜ਼ਾਰਾਂ ਸਾਲਾਂ ਤੋਂ ਚੱਲੀ ਆ ਰਹੀ ਸੀ, ਉਹ ਖੇਤੀ ਨੂੰ ਸਮੇਂ ਦਾ ਹਾਣੀ ਬਣਾਉਣ ਦੀ ਬਜਾਏ ਖੇਤੀ ਦਾ ਇੱਕ ਮਾਡਲ ਬਦਲਤਾ। ਕਿਹੜਾ ਮਾਡਲ ਲੈ ਆਂਦਾ? ਖੇਤੀ ਨੂੰ ਇੱਕ ਇੰਡਸਟਰੀਅਲ ਐਗਰੀਕਲਚਰ ਦੇ ਬਦਲਤਾ। ਇਹਨੂੰ ਖੇਤੀ ਨੂੰ ਇੱਕ ਫੈਕਟਰੀ ਬਣਾ ਲਿਆ ਕਿ ਖੇਤੀ ਜਿਹੜੀ ਹੈਗੀ ਹੈ, ਜਿਹੜਾ ਖੇਤ ਹੈਗਾ, ਇਹ ਇੱਕ ਫੈਕਟਰੀ ਹੈ, ਇਹਦੇ ਵਿੱਚ ਜਿੰਨਾ ਪਾਓਗੇ ਉਨਾ ਕੱਢੋਗੇ। ਤਾਂ ਇਹ ਕਨਸੈਪਟ ਦੇ ਨਾਲ ਇੱਕ ਖੇਤੀ ਦਾ ਨਵਾਂ ਮਾਡਲ ਲਿਆਂਦਾ ਗ੍ਰੀਨ ਰੈਵੋਲੂਸ਼ਨ ਦੇ ਨਾਮ ਥੱਲੇ। ਇਸ ਗ੍ਰੀਨ ਰੈਵੋਲੂਸ਼ਨ ਦੇ ਵਿੱਚ ਸਰਕਾਰ ਦੀ ਬਹੁਤ એનર્ਜੀ ਲੱਗੀ। 10 ਸਾਲ ਲੱਗੇ ਸਰਕਾਰ ਨੂੰ। ਮਾਡਲ ਬਦਲਣਾ ਕੋਈ ਸੌਖਾ ਕੰਮ ਨਹੀਂ ਹੁੰਦਾ। ਮੈਂ ਅੱਜ ਕੁਦਰਤੀ ਖੇਤੀ ਤੇ ਗੱਲ ਕਰ ਰਿਹਾ ਹੈਗਾ, ਮੈਂ ਆਸ ਲੈ ਕੇ ਆਇਆ ਹੈਗਾ ਕਿ ਮੈਂ ਕੁਦਰਤੀ ਦਾ ਬਦਲਵਾਂ ਮਾਡਲ ਖੜਾ ਕਰਾਂਗੇ ਅਸੀਂ। ਇਹ ਕੋਈ ਸੌਖਾ ਕੰਮ ਨਹੀਂ ਹੈ ਬਦਲਵਾਂ ਮਾਡਲ ਖੜਾ ਕਰਨਾ। ਬਦਲਵਾਂ ਮਾਡਲ ਖੜਾ ਕਰਨ ਵਾਸਤੇ ਸਰਕਾਰ ਦੇ 10 ਸਾਲ ਲੱਗੇ ਸੀ। ਸਰਕਾਰ ਕੋਲ ਐਡੀ ਮਸ਼ੀਨਰੀ ਹੈਗੀ ਹੈ, ਇੰਨਾ ਪੈਸਾ ਸੀਗਾ, ਐਡੇ ਐਡੇ ਵੱਡੇ ਇੰਸਟੀਚਿਊਟ, ਫਿਰ ਵੀ 10 ਸਾਲ ਲੱਗੇ ਸੀਗੇ ਖੇਤੀ ਦਾ 60 ਤੱਕ ਕਿਸਾਨ ਜਿਹੜਾ ਸੀਗਾ ਧਰਤੀ ਨੂੰ ਜਦੋਂ ਖੇਤੀ ਕਰਦਾ ਸੀਗਾ, ਤੇ ਜਦੋਂ ਉਹਨੂੰ ਇਹ ਆ ਕੇ ਆਖਿਆ ਗਿਆ ਕਿ ਤੂੰ ਭਾਈ ਆਹ ਦਵਾਈ ਪਾ ਖੇਤ ਦੇ ਵਿੱਚ, ਇਹਦੇ ਨਾਲ ਤੇਰਾ ਵਧੂਗਾ, ਤਾਂ ਮੇਰਾ ਦਾਦਾ ਕਹਿੰਦਾ ਕਿ ਮੈਂ ਜ਼ਹਿਰ ਪਾ ਦਿਆਂ, ਆਪਣੀ ਧਰਤੀ ਮਾਂ ਨੂੰ ਜ਼ਹਿਰ ਦੇ ਦਿਆਂ। ਤਾਂ ਲੋਕ, ਕਿਸਾਨ ਜਿਹੜਾ ਸੀਗਾ ਧਰਤੀ ਨੂੰ ਮਾਂ ਸਮਝਦਾ ਸੀ, ਉਹ ਕਹਿੰਦਾ ਸੀ ਮੈਂ ਖੇਤ ਦੇ ਵਿੱਚ ਜ਼ਹਿਰ ਨਹੀਂ ਪਾਊਂਗਾ। ਤਾਂ ਸਰਕਾਰ ਨੇ ਬਹੁਤ એનર્ਜੀ ਲੱਗੀ, ਤਾਂ ਸਰਕਾਰ ਨੇ ਜਿਹੜਾ ਸੀਗਾ ਆਪਣਾ ਗ੍ਰਾਮ ਸੇਵਕ ਦੀ ਪੋਸਟ ਕ੍ਰੀਏਟ ਕੀਤੀ ਗਈ। ਉਸ ਗ੍ਰਾਮ ਸੇਵਕ ਦੀ ਡਿਊਟੀਆਂ ਲਾਈਆਂ ਗਈਆਂ ਕਿ ਤੁਸੀਂ ਰਾਤ ਨੂੰ ਕਿਸਾਨਾਂ ਦੇ ਖੇਤਾਂ ਦੇ ਵਿੱਚ ਜ਼ਹਿਰ ਪਾਓ। ਰਾਤ ਨੂੰ ਜ਼ਹਿਰ ਪਾ ਕੇ, ਯੂਰੀਆ ਪਾ ਕੇ ਇਹਨਾਂ ਨੂੰ ਉਸ ਚਾਰਟ ਤੇ ਲਾਇਆ ਗਿਆ। ਫਿਰ ਉਦੋਂ ਜਹਾਜ਼ ਭੇਜੇ ਗਏ। ਸਾਡਾ ਭਾਰਤ ਤਾਂ ਬੜਾ ਗਰੀਬ ਦੇਸ਼ ਸੀਗਾ। ਤੁਸੀਂ ਸੋਚ ਕੇ ਦੇਖੋ, ਜਿਹੜੇ ਨਰਮਾ ਪੱਟੀ ਦੇ ਰਹਿਣ ਵਾਲੇ ਲੋਕ ਹੈ, ਉਹਨਾਂ ਦਿਨਾਂ ਦੇ ਵਿੱਚ ਸਾਡੇ ਸਪਰੇਅ ਕਰਨ ਵਾਸਤੇ ਮਲਟੀਨੈਸ਼ਨਲ ਕੰਪਨੀਆਂ ਦੇ ਜਿਹੜੇ ਜਹਾਜ਼ ਆਇਆ ਕਰਦੇ ਸੀ। ਅੱਜ ਉਹ ਜਹਾਜ਼ ਆ ਜਾਣ, ਅੱਜ ਕਿਸਾਨ ਆਤਮ ਹੱਤਿਆ ਕਰ ਰਿਹਾ ਹੈਗਾ। ਅੱਜ ਉਹ ਜਹਾਜ਼ ਕਿੱਧਰ ਗਏ? ਸਾਨੂੰ ਜ਼ਹਿਰਾਂ ਤੇ ਲਾਉਣ ਵਾਸਤੇ ਇਹਨਾਂ ਨੇ ਜਹਾਜ਼ ਭੇਜੇ। ਉਹਨਾਂ ਜਹਾਜ਼ਾਂ ਦੇ ਨਾਲ ਸਾਡੇ ਤੋਂ ਸਪਰੇਆਂ ਕਰ ਕਰਕੇ ਇਹਨਾਂ ਨੇ ਸਾਨੂੰ ਉਸ ਮਾਡਲ ਦੇ ਵੱਲ ਧੱਕਤਾ
ਉਹ ਮਾਡਲ ਕੀ ਸੀ? ਉਸ ਮਾਡਲ ਤੋਂ ਪਹਿਲਾਂ ਜਿਹੜਾ 1970 ਤੋਂ ਬਾਅਦ ਆਇਆ, ਉਸ ਮਾਡਲ ਦੇ ਵਿੱਚ ਹੁਣ ਕਿਸਾਨ ਖੇਤੀ ਕਰਨ ਲੱਗ ਪਿਆ ਬਾਜ਼ਾਰ ਦੇ ਲਈ। ਮੇਰਾ ਦਾਦਾ ਖੇਤੀ ਕਰਦਾ ਸੀ ਸਨ 60 ਤੋਂ ਪਹਿਲਾਂ ਆਪਣੇ ਲਈ, ਆਪਣੇ ਪਰਿਵਾਰ ਲਈ। ਉਹ ਦੇਖਦਾ ਸੀ ਕਿ ਮੈਨੂੰ ਸਰੋਂ ਦਾ ਤੇਲ ਇੰਨਾ ਚਾਹੀਦਾ, ਮੈਂ ਇੰਨੀ ਸਰੋਂ ਬੀਜ ਲਾਂ, ਮੇਰੇ ਆਪਣੇ ਛੋਲੇ ਮੇਰੇ ਪਰਿਵਾਰ ਲਈ, ਸੌਂਫ ਮੈਨੂੰ ਇੰਨੀ ਚਾਹੀਦੀ ਹੈ, ਜੇ ਵੱਧਦੀ ਤਾਂ ਮੈਂ ਬਾਜ਼ਾਰ ਨੂੰ ਵੇਚ ਦੂੰਗਾ। ਵੇਚਦਾ ਮੇਰਾ ਦਾਦਾ ਵੀ ਸੀ, ਪਰ ਉਹਦੀ ਪ੍ਰਾਇੋਰਟੀ, ਉਹਦੀ ਪਹਿਲ ਹੁੰਦੀ ਸੀ ਕਿ ਮੈਂ ਆਪਣੇ ਪਰਿਵਾਰ ਲਈ ਗੁਜ਼ਾਰਾ ਕਰਨਾ, ਆਪਣੇ ਪਰਿਵਾਰ ਲਈ ਪੈਦਾ ਕਰਨਾ, ਵੱਧਦਾ ਮੈਂ ਮਾਰਕੀਟ ਨੂੰ ਦੇਣਾ। ਲੇਕਿਨ ਜਦੋਂ ਮਾਡਲ ਚੇਂਜ ਹੋ ਗਿਆ, ਉਦੋਂ ਸਾਡੇ ਨੀਤੀ ਘਾੜਿਆਂ ਨੇ ਕਿਹਾ, ਸਾਡੇ ਕਿਸਾਨ ਨੂੰ ਕਿਹਾ ਕਿ ਹੁਣ ਤੁਸੀਂ ਖੇਤੀ ਕਰੋ ਬਾਜ਼ਾਰ ਦੇ ਲਈ, ਹੁਣ ਤੁਸੀਂ ਆਪਣੇ ਲਈ ਨਹੀਂ ਕਰਨਾ, ਤੁਹਾਨੂੰ ਜੌਂ ਚਾਹੀਦੇ ਆ, ਤੁਹਾਨੂੰ ਵੇਸਣ ਚਾਹੀਦਾ, ਮਾਰਕੀਟ ਚੋਂ ਲਓ। ਫਿਰ ਤੁਸੀਂ ਆਪਣਾ ਨਹੀਂ ਬੀਜਣਾ, ਤੁਸੀਂ ਬਾਜ਼ਾਰ ਨੂੰ ਪੈਦਾ ਕਰਕੇ ਦਿਓ ਤੇ ਬਾਜ਼ਾਰ ਤੋਂ ਵਾਪਸ ਲੈ ਕੇ ਆਓ। ਤਾਂ ਦੂਰੀ ਲੁੱਟ ਸਾਡੇ ਕਿਸਾਨ ਦੀ ਸ਼ੁਰੂ ਹੋਈ ਸਨ 70 ਤੋਂ। ਸਨ 70 ਤੱਕ ਜੋ ਸਾਡਾ ਕਿਸਾਨ ਸੀ ਉਹ ਦਾਲਾਂ ਆਪਣੀਆਂ ਬੀਜਦਾ ਸੀਗਾ, ਉਹ ਸਰੋਂ ਦਾ ਤੇਲ ਆਪਣਾ ਹੁੰਦਾ ਸੀ, ਸਭ ਕੁਝ ਆਪਣਾ ਸੀ। ਖੇਤੀ ਦਾ ਮਾਡਲ ਬਦਲ ਗਿਆ। ਇਸ ਮਾਡਲ ਦੇ ਵਿੱਚ ਉਹਨੂੰ ਕਹਿਤਾ ਕਿ ਤੂੰ ਸਾਰੇ ਪਾਸੇ ਝੋਨਾ ਹੀ ਝੋਨਾ ਲਾਉਣਾ, ਤੈਨੂੰ ਸਰਕਾਰੀ ਖਰੀਦ ਦੇਵਾਂਗੇ, ਅਸੀਂ ਸਰਕਾਰੀ ਖਰੀਦ ਦੇਵਾਂਗੇ, ਸਰਕਾਰੀ ਖਰੀਦ ਤੇ ਸਾਰਾ ਕੁਝ ਚੱਕਾਂਗੇ। ਤਾਂ ਸਾਡਾ ਕਿਸਾਨ ਉਸ ਚੱਕਰ ਦੇ ਵਿੱਚ ਫਸ ਗਿਆ ਤੇ ਉਹਨੇ ਉਸ ਮਾਡਲ ਨੂੰ ਅਡਾਪਟ ਕਰ ਲਿਆ। ਸਰਕਾਰੀ ਖਰੀਦ ਸੀਗੀ, ਸ਼ੋਰਟ ਮਾਰਕੀਟ ਸੀਗੀ, ਤਾਂ ਆਪਣੇ ਲਈ ਖੇਤੀ ਭੁੱਲ ਕੇ ਉਹ ਖੇਤੀ ਬਾਜ਼ਾਰ ਦੇ ਲਈ ਕਰਨ ਲੱਗ ਪਿਆ। ਜਦੋਂ ਬਾਜ਼ਾਰ ਦੇ ਲਈ ਖੇਤੀ ਕਰਨ ਲੱਗ ਪਿਆ ਤਾਂ ਉਸ ਸਮੇਂ ਜਿਹੜਾ ਇਹ ਮਾਡਲ ਨੂੰ ਅਡਾਪਟ ਕੀਤਾ ਸੀ, ਤਾਂ ਉਸ ਸਮੇਂ ਜਿਹੜੇ ਲੋਕਾਂ ਨੂੰ ਸਮਝ ਸੀ ਖੇਤੀ ਦੀ, ਉਹਨਾਂ ਨੇ ਬਹੁਤ ਵਿਰੋਧ ਕੀਤਾ ਸੀ ਕਿ ਇਹ ਮਾਡਲ ਟਿਕੂਗਾ ਨਹੀਂ ਜ਼ਿਆਦਾ ਲੰਬਾ ਸਮਾਂ। ਇਹ ਜਿਹੜਾ ਤੁਸੀਂ ਇੰਡਸਟਰੀਅਲ ਐਗਰੀਕਲਚਰ ਲੈ ਕੇ ਆਏ ਹੋ, ਜਿਹੜਾ ਖੇਤ ਨੂੰ ਫੈਕਟਰੀ ਬਣਾ ਰਹੇ ਹੋ, ਇੰਡਸਟਰੀ ਬਣਾ ਰਹੇ ਹੋ, ਇਹ ਜ਼ਿਆਦਾ ਲੰਬਾ ਸਮਾਂ ਨਹੀਂ ਟਿਕੂਗਾ। 50 ਸਾਲ ਤੋਂ ਜਦੋਂ ਇਹ ਮਾਡਲ ਫੇਲ ਹੋਊਗਾ, ਉਧਰੋਂ ਕਿਸਾਨ ਆਤਮ ਹੱਤਿਆਵਾਂ ਹੋਣਗੀਆਂ। ਲੇਕਿਨ ਉਦੋਂ ਦੇਸ਼ ਨੂੰ ਲੋੜ ਸੀ ਅਨਾਜ ਦੀ, ਸਭ ਨੂੰ ਲੋੜ ਸੀਗੀ, ਆਪਣੇ ਆਪਣੇ ਲਾਲਚ ਸੀਗੇ, ਤਾਂ ਇਸ ਮਾਡਲ ਦੇ ਵੱਲ ਸਾਡੇ ਕਿਸਾਨ ਨੂੰ ਧੱਕਤਾ। ਤਾਂ ਇਹ ਮਾਡਲ ਜਦੋਂ ਚੱਲਿਆ ਤਾਂ ਸਟਾਰਟਿੰਗ ਦੇ ਵਿੱਚ ਬੜਾ ਵੇਖਣ ਨੂੰ ਲੱਗਦਾ ਸੀਗਾ। ਮੇਰੇ ਦਾਦੇ ਨੇ ਜਦੋਂ ਯੂਰੀਆ ਲਿਆ ਕੇ ਉਹਨੂੰ ਦਿੱਤੀ ਤਾਂ ਉਹਨੇ ਦੋ ਦੋ ਦਾਣੇ ਚੱਕ ਕੇ ਪੀਪੀਆਂ ਦੇ ਨਾਲ ਮੁੱਢਾਂ ਦੇ ਵਿੱਚ ਪਾਏ, ਤਾਂ ਦੇਖਿਆ ਕਿ ਫਸਲ ਦੀ ਗਰੋਥ ਬੜੀ ਜੰਮ ਗਈ ਹੈ, ਤਾਂ ਕਿੱਡਾ ਵਧੀਆ ਰਿਜ਼ਲਟ ਹੈ ਇਹਦਾ। ਇਹ ਹੁੰਦੀ ਹੈ ਖੇਤੀ। ਤਾਂ ਨਾਲ ਹੀ ਉਹਨੂੰ ਟਰੈਕਟਰ ਲਿਆ ਕੇ ਦੇ ਦਿੱਤੇ ਕਿ ਤੂੰ ਟਰੈਕਟਰਾਂ ਨਾਲ ਖੇਤੀ ਕਰ, ਬਲਦਾਂ ਦੇ ਨਾਲ ਹੱਕਦਾ ਫਿਰਦਾ ਸੀ। ਤਾਂ ਉਹਨੂੰ ਤਾਂ ਲੱਗਿਆ ਕਿ ਕ੍ਰਿਸ਼ਮਾ ਹੋ ਗਿਆ, ਤਾਂ ਇੱਕ ਬਹੁਤ ਵੱਡਾ ਖੇਤੀ 'ਚ ਰੈਵੋਲੂਸ਼ਨ ਆ ਗਿਆ। ਤਾਂ ਉਹ ਇਸ ਚੱਕਰ ਜਾਲ ਦੇ ਵਿੱਚ ਫਸ ਗਿਆ। ਅਗਲੇ ਸਾਲ ਉਹਨੇ ਕਿਹਾ ਕਿ ਮੈਂ ਦੋ ਦੋ ਦਾਣੇ ਪਾਉਣਾ ਹੈਗਾ, ਤਾਂ ਯੂਨੀਵਰਸਿਟੀਆਂ ਖੁੱਲ੍ਹ ਗਈਆਂ, ਉਹ ਕਹਿੰਦੇ ਵੀ ਛਿੱਟਾ ਹੀ ਦੇ ਦੇ ਸਿੱਧਾ ਤੂੰ। ਤਾਂ ਉਹਨੇ ਚੱਕ ਕੇ ਗੱਟੇ ਦਾ ਛਿੱਟਾ ਦੇ ਦਿੱਤਾ, ਵੇਖਿਆ ਤਾਂ ਝਾੜ 25 ਮਣ ਤੋਂ 30 ਮਣ ਤੇ ਹੋ ਗਿਆ। ਅਗਲੇ ਸਾਲ ਉਹਨੂੰ ਕਹਿੰਦੇ ਕਿ ਥੋੜਾ ਜਿਹਾ ਝਾੜ ਹੋਰ ਵਧਾ ਦੇ ਤੂੰ, ਥੋੜਾ ਜਿਹਾ ਬੀਜ ਹੋਰ ਸੰਘਣਾ ਪਾ ਦੇ, ਜੇ ਤੂੰ ਕਣਕ ਦਾ ਬੀਜ 25 ਕਿਲੋ ਪਾਉਣਾ ਹੈ ਨਾ ਕਿੱਲੇ ਦੇ ਵਿੱਚ, ਤਾਂ ਤੂੰ 30 ਕਿਲੋ ਕਰ। ਬੀਜ ਵੇਚਣਾ ਸੀਗਾ, ਬਾਜ਼ਾਰ ਨੇ ਤਾਂ ਬੀਜ ਵੇਚਣਾ ਹੈ, ਬਾਜ਼ਾਰ ਨੇ ਉਹਨੂੰ ਸੰਘਣੀ ਖੇਤੀ ਵੱਲ ਨੂੰ ਲੈ ਤੁਰੇ। ਸੰਘਣੀ ਖੇਤੀ ਨਾਲ ਜਦੋਂ ਤੁਰਿਆ ਤਾਂ ਸੰਘਣੀ ਖੇਤੀ ਦੇ ਵਿੱਚ ਪੈਸਟ ਆ ਗਿਆ, ਸੁੰਡੀਆਂ ਆ ਗਈਆਂ, ਕੀਟ ਪਤੰਗੇ ਆ ਗਏ, ਤੇ ਇੱਕ ਬਹੁਤ ਵੱਡੀ ਲੌਬੀ, ਬਹੁਤ ਵੱਡੀ ਇੰਡਸਟਰੀ ਜਿਹੜੀ ਪੈਸਟੀਸਾਈਡ ਦੀ, ਉਹ ਮਗਰੇ ਹੀ ਆ ਗਈ ਕਿ ਤੂੰ ਭਾਈ ਆਹ ਜ਼ਹਿਰ ਪਾ ਇੱਥੇ। ਉਹ ਕਹਿੰਦਾ ਮੇਰੇ ਕੋਲ ਹੁਣ ਪੈਸਾ ਨਹੀਂ ਹੈਗਾ। ਨਾਲ ਹੀ ਇੱਕ ਬੈਂਕਾਂ ਆ ਗਈਆਂ, ਤੂੰ ਪੈਸਾ ਵੀ ਚੱਕ ਸਾਡੇ ਤੋਂ, ਪੈਸਾ ਚੱਕ ਸਾਡੇ ਤੋਂ, ਲਿਮਟਾਂ ਚੱਕ, ਤੂੰ ਜ਼ਹਿਰ ਪਾ ਕੇ ਇਸ ਖੇਤੀ ਦੇ ਵਿੱਚ ਤੂੰ ਅਨਾਜ ਪੈਦਾ ਕਰ, ਵੱਧ ਪੈਦਾ ਕਰ, ਅਸੀਂ ਚੱਕਾਂਗੇ ਤੇਰਾ, ਸਰਕਾਰੀ ਖਰੀਦ ਤੈਨੂੰ ਦਿੱਤੀ ਹੈਗੀ ਹੈ। ਤਾਂ ਉਹ ਕਿਸਾਨ ਵਿਚਾਰਾ ਦਲਦਲ ਦੇ ਵਿੱਚ ਫਸਦਾ ਗਿਆ। ਤਾਂ ਇਹ ਸਭ ਕੁਝ ਚੱਲਦਾ ਗਿਆ। ਇਹ ਬੜਾ ਕੁਝ ਸੋਹਣਾ ਲੱਗਦਾ ਰਿਹਾ ਸਨ 2000 ਤੱਕ। ਕਿਸ ਤਰ੍ਹਾਂ ਕਿ ਜਦੋਂ ਸਟਾਰਟਿੰਗ ਦੇ ਵਿੱਚ ਜੇ ਮੇਰੇ ਦਾਦੇ ਦੀ ਖੇਤੀ ਦੇ ਵਿੱਚ ਝਾੜ 25 ਮਣ ਸੀ, ਤਾਂ ਜਦੋਂ ਉਹਨੇ ਦੋ ਦਾਣੇ ਪਾਏ ਮੁੱਢ ਦੇ ਵਿੱਚ ਯੂਰੀਆ ਦੇ, ਕਣਕ ਦੀ ਗੱਲ ਕਰਦੇ ਆ, ਤਾਂ ਜੇ ਉਹਦਾ ਝਾੜ 30 ਮਣ ਹੋ ਗਿਆ, ਅਗਲੇ ਸਾਲ ਉਹਨੇ ਗੱਟਾ ਖਿਲਾਰਤਾ, ਉਹਦਾ ਝਾੜ 35 ਮਣ ਹੋ ਗਿਆ। ਤਾਂ ਇਸੇ ਤਰ੍ਹਾਂ ਹੀ 2-3 ਦਹਾਕੇ ਐਂ ਚੱਲਦਾ ਗਿਆ, ਝਾੜ ਐਂ ਵੱਧਦਾ ਗਿਆ ਤੇ ਨਾਲ ਹੀ ਡੋਜ਼ ਵੱਧਦੀ ਗਈ। ਜਿਹੜੀ ਪੀਪੀਆਂ ਦੇ ਨਾਲ ਅਸੀਂ 2-2 ਦਾਣੇ ਸ਼ੁਰੂ ਕੀਤੇ ਸੀ, ਉਹ ਅਸੀਂ 3 ਗੱਟਿਆਂ ਤੇ ਪਹੁੰਚ ਗਏ 2000 ਆਉਂਦੇ। ਲੇਕਿਨ 2000 ਤੋਂ ਬਾਅਦ ਸ਼ੁਰੂ ਹੋਇਆ ਜਿਹੜਾ ਉਸ ਮਾਡਲ ਦਾ ਫੇਲੂਅਰ। 2000 ਤੋਂ ਬਾਅਦ ਇਹਦਾ ਝਾੜ ਵਧਣਾ ਰੁਕ ਗਿਆ, ਸਟੈਗਨੇਸ਼ਨ ਆ ਗਈ। ਹੁਣ ਯੂਨੀਵਰਸਿਟੀਆਂ ਦੇ ਹੱਥ ਖੜੇ ਹੋ ਗਏ, ਇਹ ਇਦੋਂ ਨਹੀਂ ਝਾੜ ਵੀ ਵਧਾ ਸਕਦੇ। ਨਾਲ ਵੱਡੀਆਂ ਮੁਸੀਬਤਾਂ ਆਉਣ ਲੱਗ ਪਈਆਂ। 4-5 ਮੈਂ ਨਾਮ ਲਊਂਗਾ, ਉਹ ਮਾਡਲ ਫੇਲੂਅਰ ਦੀਆਂ ਨਿਸ਼ਾਨੀਆਂ ਹੈ। ਇੱਥੇ ਮਿਲੀ ਬਗ ਆ ਗਿਆ, ਇੱਥੇ ਅਮਰੀਕਨ ਸੁੰਡੀ ਆ ਗਈ, ਇੱਥੇ ਚਿੱਟਾ ਮੱਛਰ ਆ ਗਿਆ, ਇੱਥੇ ਝੁਲਸ ਰੋਗ ਆ ਗਿਆ। ਤਾਂ ਇਸ ਤਰ੍ਹਾਂ ਦੀ ਜਿਹੜਾ ਹੈਗਾ ਕਈ ਸਮੱਸਿਆਵਾਂ ਆਈਆਂ, ਜਿੱਥੇ ਕੈਮੀਕਲ ਖੇਤੀ ਦੇ ਵਿੱਚ ਵੱਡੀਆਂ ਯੂਨੀਵਰਸਿਟੀ ਖੜੇ ਹੋ ਗਏ ਕਿ ਇਹਦਾ ਕੋਈ ਇਲਾਜ ਨਹੀਂ ਜੀ ਸਾਡੇ ਕੋਲ। ਤਾਂ ਇਹ ਮਾਡਲ ਫੇਲ ਹੋਣ ਦੇ ਕਿਨਾਰੇ ਤੇ ਸਨ 2000 ਦੇ ਵਿੱਚ ਆ ਗਿਆ। 2000 ਤੋਂ ਬਾਅਦ ਆਏ ਪ੍ਰਾਈਵੇਟ ਬੈਂਕ। ਉਹ ਕਹਿੰਦੇ ਕਿ ਹੁਣ ਮਾਡਲ ਤਾਂ ਫੇਲ ਹੋ ਗਿਆ, ਰੌਲਾ ਨਾ ਪਵੇ, ਤਾਂ ਤੁਹਾਨੂੰ ਕਿਸਾਨ ਨੂੰ ਲੋਨ ਦਿਓ। ਤਾਂ ਸਾਨੂੰ ਜਿਹੜਾ ਹੈਗਾ ਲਿਮਟਾਂ ਬੰਨੀਆਂ ਗਈਆਂ, ਲਿਮਟਾਂ ਬੰਨ ਕੇ ਸਾਨੂੰ ਲੋਨ ਦਿੱਤੇ ਗਏ। ਅਸੀਂ ਫਿਰ ਇਸ ਚੱਕਰ ਜਾਲ ਦੇ ਵਿੱਚ ਫਸ ਗਏ। ਤਾਂ ਅਸੀਂ ਉਸ ਲੋਨ ਦੇ ਨਾਲ ਇਸ ਮਾਡਲ ਨੂੰ ਅੱਗੇ ਚੱਲਦੇ ਗਏ। ਸਨ 2000 ਤੋਂ ਲੈ ਕੇ 2020 ਤੱਕ ਪਹੁੰਚਦੇ ਜੋ ਅੱਜ ਪੰਜਾਬ ਦੀ ਦੁਰਦਸ਼ਾ ਹੋਈ ਹੈ, ਜੋ ਅੱਜ ਪੰਜਾਬ ਦਾ ਹਾਲਾਤ ਹੈ, ਉਹ ਤੁਹਾਡੇ ਸਭ ਦੇ ਸਾਹਮਣੇ ਹੈ, ਕਿਸੇ ਤੋਂ ਕੋਈ ਲੁੱਕ ਨਹੀਂ ਹੈ। ਇਹਦਾ ਸਿੱਧਾ ਸੰਬੰਧ ਸਾਡੀ ਖੇਤੀ ਦੇ ਨਾਲ ਹੈ। ਅੱਜ ਸਾਡੀ ਦਾ ਜੋ ਹਾਲਾਤ ਹੈਗੇ ਹੈ, ਉਹਦਾ ਸੰਬੰਧ ਸਾਡੀ ਫੂਡ ਦੇ ਨਾਲ ਹੈ, ਸਾਡੇ ਭੋਜਨ ਦੇ ਨਾਲ ਹੈ। ਜੈਸਾ ਖਾਓ ਅੰਨ ਵੈਸਾ ਹੋਏ ਮਨ, ਜੈਸਾ ਹੋਏ ਮਨ ਵੈਸਾ ਹੋਏ ਤਨ। ਅੱਜ ਸਾਡਾ ਫੂਡ ਮਾੜਾ ਹੈ, ਸਾਡਾ ਭੋਜਨ ਮਾੜਾ ਹੈ। ਅਸੀਂ ਜ਼ਹਿਰੀਲਾ ਭੋਜਨ ਖਾ ਕੇ ਅੱਜ ਸਾਨੂੰ ਇਹੀ ਨਹੀਂ ਸਮਝ ਲੱਗੀ
ਕਿ ਸਾਡਾ ਚੰਗਾ ਤੇ ਸਾਡਾ ਬੁਰਾ ਕੀ ਹੈ। ਕਿਸੇ ਵੀ ਕੌਮ ਲਈ ਸਭ ਤੋਂ ਬੁਰਾ ਉਦੋਂ ਹੁੰਦਾ ਹੈ ਜਦੋਂ ਉਸ ਕੌਮ ਨੂੰ ਇਹ ਭੁੱਲ ਜਾਵੇ ਕਿ ਮੇਰੀ ਭਲਾਈ ਕਾਹਦੇ 'ਚ ਹੈ, ਮੇਰਾ ਚੰਗਾਪਣ ਕਾਹਦੇ 'ਚ ਹੈ ਤੇ ਮੇਰੀ ਬੁਰਾ ਕਾਹਦੇ 'ਚ ਹੈ। ਅੱਜ ਸਾਡੇ ਪੰਜਾਬੀਆਂ ਨੂੰ ਇਹੀ ਸਾਡੀ ਸੋਚ ਖਤਮ ਹੋ ਗਈ ਕਿ ਸਾਡੀ ਭਲਾਈ ਕਾਹਦੇ 'ਚ ਹੈ ਤੇ ਸਾਡਾ ਬੁਰਾ ਕਾਹਦੇ 'ਚ ਹੈ। ਜੇ ਕੋਈ ਕਿਸੇ ਨੂੰ ਆਖੋ ਕਿ ਤੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾ, ਤੁਹਾਡੇ ਗਲ ਪੈਣ ਤੱਕ ਲੋਕ ਜਾਣਗੇ। ਸਾਡੀ ਸਮਝ ਖਤਮ ਹੋ ਗਈ। ਇਹ ਕਹਿੰਦੇ ਦਿੱਲੀ ਤੱਕ ਧੂਆਂ ਭੇਜਣਾ ਹੈ। ਉਹ ਦਿੱਲੀ ਤੱਕ ਦਾ ਵੀਰ ਮੇਰੇ, ਉਹ ਧੂਆਂ ਬਹੁਤ ਬਾਅਦ ਵਿੱਚ ਪਹੁੰਚੂਗਾ। ਪਹਿਲਾਂ ਤੁਹਾਡੇ ਪਿਓ, ਤੁਹਾਡੇ ਦਾਦੇ, ਤੁਹਾਡੇ ਬੱਚਿਆਂ ਨੂੰ ਇਹ ਧੂਆਂ ਜਿਹੜਾ ਤੰਗ ਕਰੂਗਾ। ਤਾਂ ਸਾਡੀ ਸੋਚ ਖਤਮ ਕਰਤੀ, ਸਾਡੀ ਸਮਝ ਹੀ ਖਤਮ ਕਰਤੀ। ਸਾਨੂੰ ਸਮਝ ਹੀ ਨਹੀਂ ਲੱਗਦੀ ਕਿ ਅਸੀਂ ਫਸੇ ਕਿੱਧਰ ਫਿਰਦੇ ਹੈਗੇ ਆ। ਸਾਨੂੰ ਤਾਂ ਸਿੱਧੂ ਮੂਸੇ ਵਾਲੇ ਦੇ ਮਗਰ ਲਾ ਲਿਆ ਕਿ ਸਾਡਾ ਤਾਂ ਸਾਰਾ ਧਿਆਨ ਹੀ ਉਧਰ ਹੈਗਾ। ਸਾਨੂੰ ਫਿਕਰ ਨਹੀਂ ਸਾਡੀ MSP ਟੁੱਟ ਗਈ ਹੈਗੀ ਹੈ, ਸਾਡਾ ਸਰਕਾਰੀ ਖਰੀਦ ਟੁੱਟ ਚੱਲੀ ਹੈ, ਸਾਡੇ ਹਾਲਾਤ ਕੀ ਬਣਨਗੇ, ਕਿਸੇ ਨੂੰ ਕੋਈ ਫਿਕਰ ਨਹੀਂ ਹੈਗਾ। ਤਾਂ ਇਹ ਸਾਡੀ ਸੋਚ ਖਤਮ ਕਰਤੀ ਹੈ। ਸੋਚ ਖਤਮ ਕਰਨ ਦੇ ਪਿੱਛੇ ਵੀ ਸਾਡਾ ਭੋਜਨ ਹੈ, ਸਾਡਾ ਫੂਡ ਹੈ। ਸਾਡਾ ਫੂਡ ਮਾੜਾ ਹੋ ਗਿਆ, ਸਾਨੂੰ ਸਮਝ ਹੀ ਖਤਮ ਹੋ ਗਈ ਕਿ ਅਸੀਂ ਕਿੱਧਰ ਨੂੰ ਚਲੇ ਗਏ। ਤਾਂ ਜਦੋਂ ਫਿਰ ਮੈਂ ਖੇਤੀ ਨੂੰ ਸਮਝਣਾ ਸ਼ੁਰੂ ਕੀਤਾ, ਮੇਰੇ ਵਰਗਾ ਬੰਦਾ ਜਿਹੜਾ ਵਕਾਲਤ ਲਾਈਨ ਦੇ ਵਿੱਚ ਆਇਆ, ਊੜਾੜਾ ਨਹੀਂ ਖੇਤੀ ਦਾ ਜਾਣਦਾ ਸੀ। ਡਾਕਟਰ ਓਮ ਪ੍ਰਕਾਸ਼ ਰੁਪੇਲਾ ਜੀ ਮੇਰੇ ਗੁਰੂ ਜੀ ਨਾਲ ਜਦੋਂ ਮੇਲ ਹੋਇਆ ਤਾਂ ਉਹਨਾਂ ਤੋਂ ਖੇਤੀ ਨੂੰ ਸਮਝਣਾ ਸ਼ੁਰੂ ਕੀਤਾ ਕਿ ਡਾਕਟਰ ਸਾਹਿਬ ਖੇਤੀ ਕੀ ਹੈ। ਤਾਂ ਜਿਹੜੀ ਹੁਣ ਤੁਸੀਂ ਖੇਤੀ ਦੀ ਗੱਲ ਕਰਦੇ ਹੋ ਤਾਂ ਫਿਰ ਅਸੀਂ ਗਲਤੀ ਜਿਹੜੀ ਕਰ ਬੈਠੇ ਸਨ 60 ਦੇ ਵਿੱਚ ਹੋਣਾ ਕੀ ਚਾਹੀਦਾ ਸੀ। ਤਾਂ ਡਾਕਟਰ ਬੇਲਾ ਕਹਿੰਦੇ ਕਿ ਸਨ 60-70 ਦੇ ਵਿੱਚ ਜਦੋਂ ਸਾਡੇ ਅਨਾਜ ਦੀ ਲੋੜ ਸੀਗੀ ਤਾਂ ਅਸੀਂ ਖੇਤੀ ਦਾ ਮਾਡਲ ਨਹੀਂ ਬਦਲਣਾ ਸੀ, ਅਸੀਂ ਖੇਤੀ ਨੂੰ ਸਮੇਂ ਦਾ ਹਾਣੀ ਬਣਾਉਣਾ ਸੀ। ਉਹ ਖੇਤੀ ਜਿਹੜੀ ਬਲਦਾਂ ਨਾਲ ਹੁੰਦੀ ਸੀ ਉਹਨੂੰ ਅਸੀਂ ਮੈਕਨਾਈਜ਼ ਕਰਨਾ ਸੀ, ਉਹਨੂੰ ਅਸੀਂ ਟਰੈਕਟਰ ਨਾਲ ਕਰਨਾ ਸੀ। ਉਸ ਖੇਤੀ ਦੀਆਂ ਜਿਹੜੀਆਂ ਸਮੱਸਿਆਵਾਂ ਸੀ ਉਹ ਸਮੱਸਿਆਵਾਂ ਚੋਂ ਨਿਕਲਣਾ ਸੀ ਮਸ਼ੀਨੀਕਰਨ ਦੇ ਨਾਲ। ਤਾਂ ਅਸੀਂ ਇਹਦਾ ਝਾੜ ਵੀ ਵਧਾ ਸਕਦੇ ਸੀ। ਜੇ ਮੇਰਾ ਦਾਦਾ ਖੇਤੀ ਵਿੱਚ ਕਣਕ ਦਾ ਝਾੜ 25-30 ਮਣ ਸੀਗਾ ਤਾਂ ਅਸੀਂ ਉਹਨੂੰ 50 ਮਣ ਤੱਕ ਲਿਜਾ ਸਕਦੇ ਸੀ। ਡਾਕਟਰ ਓਮ ਪ੍ਰਕਾਸ਼ ਰੁਪੇਲਾ ਇੱਕ ਸਾਇੰਟਿਸਟ ਸੀ, ਉਹਨਾਂ ਦਾ ਦਾਅਵੇ ਨਾਲ ਮੰਨਣਾ ਸੀ। ਹੋਰ ਵੀ ਸਾਡੇ ਕਈ ਕਿਸਾਨ ਜਿਹੜੇ ਹੈਗੇ ਆ, ਜਿਹੜੇ ਇਸ ਫੀਲਡ ਦੇ ਵਿੱਚ ਪੁਰਾਣੇ ਲੰਬੇ ਚੱਲ ਰਹੇ ਹੈਗੇ, ਉਹ ਉਹਦੇ ਝਾੜ ਦੇ ਵਿੱਚ ਪਹੁੰਚ ਚੁੱਕੇ ਆ ਇੱਥੇ ਬਰਾਬਰ ਕੈਮੀਕਲ ਖੇਤੀ ਦੇ। ਇਸ ਖੇਤੀ ਨੂੰ ਸਮੇਂ ਦਾ ਹਾਣੀ ਬਣਾਉਣਾ ਸੀ, ਸਮੇਂ ਦਾ ਹਾਣੀ ਨਹੀਂ ਬਣਾਇਆ, ਅਸੀਂ ਮਾਡਲ ਚੇਂਜ ਕਰਤਾ। ਤਾਂ ਹੁਣ ਸਮੇਂ ਦਾ ਹਾਣੀ, ਹੁਣ ਖੇਤੀ ਕੁਦਰਤੀ ਖੇਤੀ ਹੈ ਕੀ? ਹੁਣ ਸਵਾਲ ਇਹ ਹੈ ਕਿ ਕੁਦਰਤੀ ਖੇਤੀ ਕੀ ਹੈ। ਡਾਕਟਰ ਓਮ ਪ੍ਰਕਾਸ਼ ਰੁਪੇਲਾ ਨੇ ਜਦੋਂ ਮੈਨੂੰ ਸਮਝਾਇਆ ਕਿ ਖੇਤੀ ਕੀ ਹੁੰਦੀ ਹੈ, ਖੇਤੀ ਤੇ ਫਸਲਾਂ ਬੀਜਣਾ, ਇਹਦੇ ਵਿੱਚ ਉਹਨਾਂ ਨੇ ਮੈਨੂੰ ਡਿਫਰੈਂਸ਼ੀਏਟ ਕਰਕੇ ਦਿਖਾਇਆ, ਇਹਦਾ ਫਰਕ ਦੱਸਿਆ ਮੈਨੂੰ। ਤਾਂ ਇਹਦੇ ਵਿੱਚੋਂ ਮੈਂ ਜਦੋਂ ਮੇਰੀ ਹੌਲੀ ਹੌਲੀ ਸਮਝ ਬਣੀ ਤਾਂ ਮੈਂ ਉਹਨਾਂ ਤੋਂ ਸਿੱਖਿਆ ਕਿ ਖੇਤੀ ਕੀ ਹੈ। ਤਾਂ ਡਾਕਟਰ ਰੁਪੇਲਾ ਨੇ ਦੱਸਿਆ ਕਿ ਜਿਵੇਂ ਇੱਕ ਦੁਨੀਆ ਉੱਪਰ ਵਸਦੀ ਹੈ ਨਾ, ਧਰਤੀ, ਇੱਕ ਦੁਨੀਆ ਧਰਤੀ ਦੇ ਵਿੱਚ ਵਸਦੀ ਹੈ। ਉਹ ਜਿਹੜੀ ਧਰਤੀ ਦੇ ਵਿੱਚ ਵਸਦੀ ਹੈ ਦੁਨੀਆ, ਉਹਨੂੰ ਸੂਖਮ ਜੀਵ ਕਹਿੰਦੇ ਆ, ਉਹਨੂੰ ਮਾਈਕਰੋ ਆਰਗੈਨਿਜ਼ਮ ਕਹਿੰਦੇ ਆ। ਇਹ ਜੀਵ ਜਿਹੜੇ ਜੀਵ ਹੈਗੇ ਆ 90% ਸਾਨੂੰ ਅੱਖ ਨਾਲ ਨਹੀਂ ਦਿਖਦੇ, 10% ਦਿਖਦੇ ਆ। ਚੂਹਾ ਦਿਖਦਾ ਸਾਨੂੰ, ਜਿਹੜੇ ਸੱਪ ਦਿਖਦੇ ਹੈਗੇ ਜਿਹੜੇ ਜ਼ਮੀਨ ਦੇ ਵਿੱਚ ਰਹਿੰਦੇ ਆ। ਇਹ ਬਹੁਤ ਤਰ੍ਹਾਂ ਦੇ ਹੈ, ਕਰੋੜਾਂ ਤਰ੍ਹਾਂ ਦੇ ਜੀਵ ਹੈਗੇ ਆ। ਇਹ ਜੀਵ ਜਿਹੜੇ ਹੈਗੇ ਆ, ਇਹ ਜਿਵੇਂ ਉੱਪਰ ਵਸਦੀ ਆ ਦੁਨੀਆ, ਅਸੀਂ ਵਸਦੇ ਆ ਇੱਥੇ, ਹੋਰ ਗਾਵਾਂ ਮੱਝਾਂ ਫਿਰਦੀਆਂ, ਜਿਵੇਂ ਦੁਨੀਆ ਉੱਪਰ ਵਸਦੀ ਆ ਐਵੇਂ ਹੀ ਇੱਕ ਦੁਨੀਆ ਧਰਤੀ ਦੇ ਵਿੱਚ ਵਸਦੀ ਹੈ। ਇਹ ਜਿਹੜੀ ਦੁਨੀਆ ਵਿੱਚ ਵਸਦੀ ਹੈ, ਇਹ ਕੁਝ ਖਾਂਦੀ ਹੈ ਤੇ ਕੁਝ ਕੱਢਦੀ ਹੈ ਆਪਣੇ ਮਲ ਮੂਤਰ ਰਾਹੀਂ। ਸਨ 60 ਤੋਂ ਪਹਿਲਾਂ ਕੀ ਸੀਗਾ ਕਿ ਜਿਹੜੇ ਸੂਖਮ ਜੀਵ ਸੀਗੇ ਇਹ ਫਸਲਾਂ ਦੀ ਰਹਿੰਦ ਖੂੰਹਦ ਨੂੰ ਖਾਂਦੇ ਸੀ, ਖਾ ਕੇ ਤੇ ਆਪਣਾ ਮਲ ਮੂਤਰ ਕੱਢਦੇ ਸੀ। ਉਹ ਮਲ ਮੂਤਰ ਜਿਹੜਾ ਸੀ ਪੌਦਿਆਂ ਦੀ ਖੁਰਾਕ ਸੀ। ਕਿਸੇ ਵੀ ਜਾਨਵਰ ਦਾ, ਮਨੁੱਖ ਦਾ, ਪਸ਼ੂ ਗਾਂ ਮੱਝ ਦਾ ਮਲ ਮੂਤਰ ਜਿਹੜਾ ਹੈ ਉਹ ਪੌਦਿਆਂ ਦੀ ਖੁਰਾਕ ਹੈ। ਹੁਣ ਮੈਂ ਜਦੋਂ ਇਹ ਗੱਲ ਕਹਿਣਾ ਹੈਗਾ, ਮੈਨੂੰ ਲੋਕ ਪੁੱਛਦੇ ਆ ਕਿ ਤੂੰ ਖੇਤੀ ਕਰਦਾ ਹੈਗਾ ਤੇ ਫਿਰ ਇੱਥੇ ਗਾਂ ਦਾ ਗੋਬਰ ਪਾਉਣਾ ਹੈਗਾ ਤੇ ਖੇਤ ਦੇ ਵਿੱਚ ਰੂੜੀ ਪਾਉਣਾ। ਮੈਂ ਕਹਿੰਦਾ ਨਹੀਂ ਪਾਉਂਦਾ ਮੈਂ। ਤਾਂ ਉਹਨਾਂ ਨੂੰ ਹੈਰਾਨੀ ਹੁੰਦੀ ਆ ਵੀ ਪਾਉਂਦਾ ਹੀ ਨਹੀਂ ਹੈਗਾ, ਤਾਂ ਫਿਰ ਪੌਦਿਆਂ ਨੂੰ ਖੁਰਾਕ ਕਿੱਥੋਂ ਮਿਲੂਗੀ? ਤਾਂ ਮੈਂ ਉਹਨਾਂ ਨੂੰ ਦੱਸਦਾ ਹੈਗਾ ਕਿ ਮੈਂ ਖਾਦ ਦੀ ਫੈਕਟਰੀ ਜ਼ਮੀਨ ਦੇ ਵਿੱਚ ਲਾਈ ਹੋਈ ਹੈ, ਮੈਂ ਖਾਦ ਬਣਾਉਣ ਦੀ ਫੈਕਟਰੀ ਹੈ। ਹੁਣ ਖਾਦ ਕੀ ਹੈ? ਇੱਕ ਜਿਹੜਾ ਗਾਂ ਦਾ ਗੋਬਰ ਹੈ ਤੇ ਚਾਹੇ ਇੱਕ ਦਾ ਮਲ ਮੂਤਰ ਹੈ, ਸੇਮ ਇੱਕੋ ਹੀ ਪ੍ਰੋਸੈਸ ਦੇ ਰਾਹੀਂ ਹੋ ਕੇ ਆਇਆ। ਗਾਂ ਨੇ ਵੀ ਕੁਝ ਖਾਧਾ ਹੈ ਤੇ ਮਲ ਮੂਤਰ ਰਾਹੀਂ ਕੱਢਿਆ, ਗਡੋਏ ਨੇ ਵੀ ਕੁਝ ਖਾਧਾ ਹੈ, ਮਲ ਮੂਤਰ ਰਾਹੀਂ ਕੱਢਿਆ। ਜੇ ਮੈਂ ਗਾਂ ਦਾ ਗੋਬਰ ਘਰ ਤੋਂ ਲੈ ਕੇ ਆ ਕੇ ਖੇਤ ਦੇ ਵਿੱਚ ਪਾਉਂਗਾ ਤਾਂ ਮੇਰੀ ਐਕਸਟਰਾ ਲੇਬਰ ਹੋਊਗੀ, ਮੈਨੂੰ ਮਿਹਨਤ ਕਰਨੀ ਪਊਗੀ। ਤਾਂ ਜੇਕਰ ਮੈਂ ਇਹੀ ਜਿਹੜਾ ਹੈਗਾ ਸਾਰੇ ਆਪਣਾ ਗਡੋਏ ਸੂਖਮ ਜੀਵ ਜਿਹੜੇ ਧਰਤੀ ਦੇ ਵਿੱਚ ਪੈਦਾ ਕੀਤੇ ਹੈਗੇ ਆ, ਇਹਨਾਂ ਨੂੰ ਮੈਂ ਖੁਰਾਕ ਦੇਵਾਂਗਾ। ਤਾਂ ਥੋੜਾ ਆਵਾਜ਼ ਬਾਈ ਉੱਚੀ ਕਰ ਦਿਓ। ਤਾਂ ਇਹੀ ਜਿਹੜਾ ਹੈਗਾ, ਮੈਂ ਜਿਹੜੀ ਸੂਖਮ ਜੀਵ ਸਾਰੇ ਹੈਗੇ ਆ ਇਹਨਾਂ ਨੂੰ ਮੈਂ ਧਰਤੀ ਦੇ ਵਿੱਚ ਲੈ ਆਉਂਗਾ ਤਾਂ ਇਹ ਖਾਈ ਜਾਣਗੇ, ਕੁਛ ਨਾ ਕੁਛ ਕੱਢੀ ਜਾਣਗੇ। ਤੁਸੀਂ ਜਦੋਂ ਮੇਰੇ ਖੇਤ ਦੇ ਵਿੱਚ ਆਏ ਆ, ਤੁਸੀਂ ਦੇਖਿਆ ਮੇਰੇ ਖੇਤ 'ਚ ਘਾਹ ਬਹੁਤ ਸੀਗਾ। ਜਿਹੜਾ ਕੈਮੀਕਲ ਖੇਤੀ ਵਾਲਾ ਬੰਦਾ ਆਉਂਦਾ ਉਹਨੂੰ ਦੇਖ ਕੇ ਮੇਰਾ ਖੇਤ ਪਸੰਦ ਜਾਂ ਨਹੀਂ ਆਉਂਦਾ ਕਿ ਯਾਰ ਘਾਹ ਬਹੁਤ ਹੈ ਖੇਤ ਦੇ ਵਿੱਚ। ਹੁਣ ਖੇਤ ਦੇ ਵਿੱਚ ਜਿਹੜਾ ਘਾਹ ਹੈਗਾ ਉਹ ਮੇਰੀ ਜ਼ਰੂਰਤ ਹੈ, ਮੇਰੀ ਲੋੜ ਹੈ। ਕਿਉਂ ਲੋੜ ਹੈਗੀ ਹੈ? ਇਹ ਜਿਹੜਾ ਘਾਹ ਹੈਗਾ, ਡਾਕਟਰ ਵੀਡਸ ਹੈਗੇ, ਜਿਹੜੇ ਨਦੀਨ ਹੈਗੇ ਆ, ਡਾਕਟਰ ਓਮ ਪ੍ਰਕਾਸ਼ ਰੁਪੇਲਾ ਜਦੋਂ ਮੇਰੇ ਕੋਲੇ ਖੇਤ ਆਉਣਾ, ਉਹਨਾਂ ਨੇ 5 ਵਾਰ ਮੇਰੇ ਕੋਲੇ ਖੇਤ ਆਏ ਆ। ਜਦੋਂ ਉਹਨਾਂ ਨੇ ਖੇਤ ਆਉਣਾ, ਉਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਪੂਰੀ ਸਫਾਈ ਕਰਾਉਣੀ, ਖੇਤ ਦੇ ਵਿੱਚੋਂ ਨਦੀਨ ਨੂੰ ਕਢਾਉਣੇ, ਤੇ ਉਹਨਾਂ ਨੇ ਆ ਕੇ ਮੇਰਾ ਖੇਤ ਨਿੰਦ ਦੇਣਾ ਕਿ ਮੈਨੂੰ ਭਾਈ ਤੇਰਾ ਖੇਤ ਪਸੰਦ ਨਹੀਂ ਆਇਆ ਤੇ ਤੇਰੇ ਖੇਤ ਦੇ ਵਿੱਚ ਨਦੀਨ ਨਹੀਂ ਹੈਗੀ। ਤਾਂ ਮੈਂ ਕਿ ਡਾਕਟਰ ਸਾਹਿਬ ਨਦੀਨ ਦਾ ਕੀ ਮਤਲਬ ਹੋਇਆ? ਉਹ ਕਹਿੰਦੇ ਭਾਈ ਜਿਹੜੇ ਨਦੀਨ ਹੈਗੇ ਆ ਨਾ, ਇਹ ਜਦੋਂ ਨਦੀਨ ਸੁੱਕਣਗੇ ਜਾਂ ਇਹਨਾਂ ਨੂੰ ਅਸੀਂ ਪੱਟਾਂਗੇ ਤਾਂ ਇਹ ਖੇਤ ਦੇ ਵਿੱਚ ਜਦੋਂ ਮਿਲਾਵਾਂਗੇ ਤਾਂ ਸੂਖਮ ਜੀਵਾਂ ਦੀ ਖੁਰਾਕ ਹੈ। ਜੇ ਖੇਤ 'ਚ ਨਦੀਨ ਨਹੀਂ ਹੋਣਗੇ ਤਾਂ ਸੂਖਮ ਜੀਵ ਕੀ ਖਾਣਗੇ ਸਾਡੇ? ਉਹ ਤਾਂ ਭੁੱਖੇ ਮਰ ਜਾਣਗੇ।
ਤਾਂ ਸਾਨੂੰ ਉਹ ਸੂਖਮ ਜੀਵਾਂ ਨੂੰ ਖੁਰਾਕ ਦੇਣੀ ਪੈਣੀ ਹੈ, ਫਸਲੀ ਰਹਿੰਦ ਖੂੰਹਦ ਵਾਪਸ ਖੇਤ ਦੇ ਵਿੱਚ ਮਿਲਾਉਣੀ ਪੈਣੀ ਹੈ। ਤਾਂ ਕੁਦਰਤੀ ਖੇਤੀ ਦੇ ਵਿੱਚ ਅਸੀਂ ਜਿਹੜਾ ਹੈਗਾ ਇੱਕ ਤੋਂ ਜ਼ਿਆਦਾ ਫਸਲਾਂ ਬੀਜਦੇ ਹਾਂ, ਬਹੁ ਫਸਲੀ ਪ੍ਰਣਾਲੀ ਹੈ। ਇਹਦੇ ਵਿੱਚ ਰੁੱਖਾਂ ਦੀ ਬਹੁਤਾਤ ਬੜਾ ਹਿੱਸਾ ਨੇ ਖੇਤੀ ਦਾ। ਰੁੱਖਾਂ ਬਿਨਾਂ ਖੇਤੀ ਨਹੀਂ ਹੋ ਸਕਦੀ ਇਹਦੇ ਵਿੱਚ ਸੂਖਮ ਜੀਵਾਂ ਨੂੰ ਅਸੀਂ ਖੁਰਾਕ ਮਲਚਿੰਗ ਦੇ ਰੂਪ ਦੇ ਵਿੱਚ ਦਿੰਦੇ ਹਾਂ। ਜਿੰਨੀਆਂ ਵੀ ਫਸਲਾਂ ਬੀਜਦੇ ਹੈਗੇ ਆ ਉਹਨਾਂ ਸਾਰੀਆਂ ਫਸਲਾਂ ਦੇ ਵਿੱਚ ਅਸੀਂ ਮਲਚ ਕਰਕੇ ਰੱਖਦੇ। ਸੀਡਸ ਹੁੰਦੇ ਆ, ਨਦੀਨ ਹੁੰਦੇ ਆ, ਉਹਨਾਂ ਨੂੰ ਕੱਟ ਕੇ ਅਸੀਂ ਵਿਛਾ ਦਿੰਦੇ ਹਾਂ। ਵਿਛਾਉਣ ਦੇ ਨਾਲ ਉਹ ਸੂਖਮ ਜੀਵ ਇਹਨੂੰ ਖਾਈ ਜਾਂਦੇ ਆ, ਆਪਣੇ ਮਲ ਮੂਤਰ ਦੇ ਰਾਹੀਂ ਖੁਰਾਕ ਸਾਡੇ ਪੌਦਿਆਂ ਨੂੰ ਦੇਈ ਜਾਂਦੇ ਆ। ਤਾਂ ਇਸ ਖੇਤੀ ਦੇ ਉੱਤੇ ਮੈਂ ਇਸ ਮਾਡਲ ਤੇ ਕੰਮ ਕਰ ਰਿਹਾ ਹੈਗਾ। ਸਨ 2013 ਤੋਂ ਲੱਗਿਆ। ਤਾਂ ਪਹਿਲੇ ਜਿਹੜੇ ਹੈਗੇ ਆ 5-6 ਸਾਲ ਮੇਰੀ ਲਾਈਨ ਵੱਖਰੀ ਸੀ, ਮੈਨੂੰ ਖੇਤੀ ਦਾ ਊੜਾੜਾ ਨਹੀਂ ਪਤਾ ਸੀ। ਜੋ ਅੱਜ ਸਮਝ ਬਣੀ ਹੈ, ਇਹਨੂੰ ਸਮਝ ਬਣਨ ਦੇ ਉੱਤੇ 5-6 ਸਾਲ ਮੇਰੇ ਲੱਗੇ ਆ। ਤਾਂ ਹੁਣ ਮੈਨੂੰ ਖੇਤੀ ਦੀ ਸਮਝ ਲੱਗੀ ਹੈ ਕਿ ਖੇਤੀ ਦਾ ਵਿਗਿਆਨ ਕੀ ਹੈ, ਕੁਦਰਤੀ ਖੇਤੀ ਦਾ ਕੀ ਵਿਗਿਆਨ ਹੈ। ਤਾਂ ਹੁਣ ਇਸ ਖੇਤ ਦੇ ਵਿੱਚ ਹੈਲਥ ਤੇ ਕੰਮ ਕੀਤਾ, ਮਿੱਟੀ ਨੂੰ ਤਕੜਾ ਕਰਨ ਦੇ ਉੱਤੇ ਕੰਮ ਕੀਤਾ। ਹੁਣ ਮੇਰੀ ਮਿੱਟੀ ਬਹੁਤ ਤਕੜੀ ਹੋ ਗਈ ਹੈ। ਤਾਂ ਹੁਣ ਜਿਹੜਾ ਹੈਗਾ ਖੇਤ ਮੇਰਾ ਉੱਠ ਕੇ ਖੜਾ ਹੋ ਗਿਆ। 5-6 ਸਾਲ ਮੈਨੂੰ ਬਹੁਤ ਮਿਹਨਤ ਕਰਨੀ ਪਈ, ਪਰ ਹੁਣ ਜ਼ਰੂਰੀ ਨਹੀਂ ਹੈਗਾ ਜੇ ਇੱਕ ਛੋਟੇ ਕਿਸਾਨ ਨੇ ਖੇਤੀ ਸ਼ੁਰੂ ਕਰਨੀ ਹੈ ਕਿ ਉਹਨੂੰ 5 ਸਾਲ ਇਹੀ ਘਾਟਾ ਸਹਿਣਾ ਪੈਣਾ ਹੈ, ਕਿਉਂਕਿ ਮੈਨੂੰ ਆਪਾਂ ਨੂੰ ਸਮਝ ਨਹੀਂ ਸੀਗੀ। ਤੇ ਹੁਣ ਮੈਨੂੰ ਸਮਝ ਬਣੀ ਹੈਗੀ ਹੈ। ਤਾਂ ਹੁਣ ਮੈਂ ਦੱਸਦਾ ਹੈਗਾ ਆਪਣੇ ਜਿਹੜੇ ਨਵੇਂ ਕਿਸਾਨ ਸ਼ੁਰੂ ਕਰਦੇ ਹੈਗੇ ਆ ਕਿ ਜਿੰਨਾ ਜ਼ਿਆਦਾ ਬਾਇਓਮਾਸ ਖੇਤ ਨੂੰ ਦਿਓਗੇ, ਜਿੰਨੀ ਫਸਲਾਂ ਦੀ ਰਹਿੰਦ ਖੂੰਹਦ ਖੇਤ ਨੂੰ ਦਿਓਗੇ, ਤਾਂ ਉਹ ਸੂਖਮ ਜੀਵ ਇਹਨੂੰ ਖਾਣਗੇ, ਉਹਨਾਂ ਨੂੰ ਖੁਰਾਕ ਮਿਲੂਗੀ। ਜੇ ਉਹਨਾਂ ਨੂੰ ਖੁਰਾਕ ਨਹੀਂ ਮਿਲੂਗੀ ਤਾਂ ਉਹ ਕੀ ਕੱਢਣਗੇ ਕੀ? ਤਾਂ ਉਹਨਾਂ ਨੂੰ ਖੁਰਾਕ ਦੇਣੀ ਹੈਗੀ ਆ। ਉਹ ਜਿੰਨੀ ਰਹਿੰਦ ਖੂੰਹਦ ਹੈਗੀ ਆ ਸਭ ਨੂੰ ਖੇਤ ਦੇ ਵਿੱਚ ਮਲਾਈ ਚਲੋ, ਉਹਨੂੰ ਖਾਈ ਜਾਣਗੇ ਤੇ ਕਨਵਰਟ ਕਰੀ ਜਾਣਗੇ, ਜ਼ਮੀਨ ਤਕੜੀ ਹੋ ਜਾਊਗੀ। ਕਿੰਨੇ ਕਿਸਾਨ ਜਿਹੜੇ ਪੰਜਾਬ ਦੇ ਵਿੱਚ ਇੱਥੋਂ ਤੁਹਾਡੇ ਕੋਲੇ ਇਹ ਜਿਹੜਾ ਥੋੜਾ ਸਾਰਾ ਇਹ ਮਾਡਲ ਆ ਇਹਨੂੰ ਸਿੱਖ ਕੇ ਗਏ ਜਾਂ ਇਹ ਤੋਂ ਜਾ ਕੇ? ਹਾਂ, ਮੈਂ ਇੱਥੇ ਟੋਟਲ ਅਸੀਂ 1 ਮਹੀਨੇ ਦਾ ਅਖੀਰਲਾ ਸ਼ਨੀਵਾਰ ਹੈਗਾ ਉਦੋਂ ਟ੍ਰੇਨਿੰਗ ਰੱਖਦੇ ਹੈਗੇ ਆ। ਉਧਰ ਪੰਜਾਬ, ਹਰਿਆਣਾ, ਆਸੇ-ਪਾਸੇ ਸਟੇਟਾਂ ਤੋਂ ਵੀ ਕਿਸਾਨ ਆਉਂਦੇ ਹੈਗੇ ਆ। 50 ਤੋਂ ਉੱਪਰ, 50 ਤੋਂ 100 ਦੇ ਵਿਚਕਾਰ ਕਿਸਾਨ ਹੋ ਜਾਂਦਾ ਜਿਹੜਾ ਉਦੋਂ ਟ੍ਰੇਨਿੰਗ ਲੈ ਕੇ ਜਾਂਦੇ ਹੈਗੇ ਆ। ਇਹ ਟ੍ਰੇਨਿੰਗ ਇੱਕ ਦਿਨ ਦੀ ਨਹੀਂ ਹੈ, ਤਾਂ ਇਹਦੇ ਵਿੱਚ ਉਹ ਜੁੜ ਜਾਂਦੇ ਹੈਗੇ ਨਾਲ, ਫਿਰ ਉਹ ਹੋਰ ਸਿੱਖਦੇ ਰਹਿੰਦੇ। ਮੈਂ ਉਹਨਾਂ ਨੂੰ ਕਹਿੰਦਾ ਸਟੱਡੀ ਕਰਦੇ ਰਹੋ, ਪਹਿਲ ਨਾ ਕਰੋ। ਤੁਸੀਂ ਵੱਡੇ ਪੱਧਰ ਤੇ ਨਾ ਸ਼ੁਰੂ ਕਰੋ ਇਹਨੂੰ ਤੁਸੀਂ ਜਿਹੜਾ ਹੈਗਾ ਕਿਚਨ ਗਾਰਡਨ ਤੋਂ ਸਟਾਰਟ ਕਰੋ। ਇਹਨੂੰ ਕਿਚਨ ਗਾਰਡਨ ਜੇ ਤੁਸੀਂ ਇੱਕ ਕਨਾਲ ਦੇ ਵਿੱਚ ਵੀ ਤੁਸੀਂ ਕਿਚਨ ਗਾਰਡਨ ਬਣਾ ਲਓ ਤਾਂ ਹੁਣ ਮੈਂ ਪਿੱਛੇ ਜੇ ਇੱਕ ਵਾਰੀ ਕਹਿਤਾ ਕਿ ਸਾਡਾ ਪੰਜਾਬ ਦਾ ਕਿਸਾਨ ਕਿਰਤ ਨਾਲੋਂ ਟੁੱਟ ਗਿਆ ਤੇ ਅਸੀਂ ਨਿਕੰਮੇ ਹੋ ਗਏ। ਤਾਂ ਇਹ ਕਾਰਨ ਸਾਡਾ ਵੱਡਾ ਇੱਕ ਬਿਮਾਰੀਆਂ ਦਾ ਇਹ ਵੀ ਬਣਿਆ ਤੇ ਬੜਾ ਲੋਕਾਂ ਨੇ ਕ੍ਰਿਟੀਸਾਈਜ਼ ਕੀਤਾ ਜੀ। ਦੇਖੋ ਪੰਜਾਬ ਦੇ ਵਿੱਚ ਸਭ ਤੋਂ ਵੱਧ ਝਾੜ ਤਾਂ ਸਾਡਾ ਹੈਗਾ ਪੰਜਾਬ ਵਾਲਿਆਂ ਦਾ, ਤੇ ਪੰਜਾਬ ਦੇ ਇੰਚ ਜਿਹੜਾ ਹੈਗਾ ਜ਼ਮੀਨ ਕਰਤੀ, ਅਸੀਂ ਹਰ ਥਾਂ ਤੇ ਝੋਨਾ ਲਾਤਾ। ਮੈਂ ਉਹਨਾਂ ਨੂੰ ਫਿਰ ਜਵਾਬ ਦਿੱਤਾ ਸੀਗਾ, ਭਾਈ ਜਿਹੜਾ ਤੁਹਾਡਾ ਵੱਧ ਝਾੜ ਆ ਨਾ ਉਹ ਤੁਹਾਡੀ ਮਿਹਨਤ ਨਾਲ ਨਹੀਂ ਹੈਗਾ। ਵੱਧ ਝਾੜ ਤੁਹਾਡੇ ਵੱਧ ਜ਼ਹਿਰਾਂ ਤੇ ਵੱਧ ਯੂਰੀਆ ਕਾਰਨ ਹੈਗਾ। ਉਹੀ ਜ਼ਹਿਰਾਂ ਤੁਹਾਡੇ ਹੁਣ ਗਲ ਪੈ ਗਈਆਂ। ਹਾਂ, ਉਹ ਜਿੰਨਾ ਯੂਰੀਆ ਵੱਧ ਪਾ ਕੇ ਤੁਸੀਂ ਝਾੜ ਲੈ ਲਿਆ। ਜਿਹੜਾ ਦੂਜਾ ਤੁਸੀਂ ਕਹਿੰਦੇ ਆ ਕਿ ਅਸੀਂ 1-1 ਇੰਚ ਜਗ੍ਹਾ ਦੇ ਉੱਤੇ ਆਪਣਾ ਅਸੀਂ ਜੀਰੀ ਲਾਤੀ, ਝੋਨਾ ਲਾਤਾ, ਉਹ ਤੁਹਾਡਾ ਲਾਲਚ ਹੈਗਾ। ਤੁਸੀਂ ਤਾਂ ਆਪਦੇ ਛਾਵੇਂ ਬੈਠਣ ਵਾਸਤੇ ਮੋਟਰ ਵਾਲੇ ਕੋਠੇ ਦੇ ਨਾਲ ਰੁੱਖ ਵੀ ਨਹੀਂ ਛੱਡਿਆ, ਉੱਥੇ ਵੀ ਵੱਟਾ ਵੱਢ ਕੇ ਉੱਥੇ ਵੀ ਕਸੋਤੇ ਡੱਕੇ ਜਾ ਕੇ ਉੱਥੇ ਵੀ ਅਸੀਂ ਲਾ ਦਈਏ, ਤੁਹਾਡਾ ਲਾਲਚ ਹੈਗਾ। ਪਰ ਬਾਈ ਇਹਦੇ ਬਾਵਜੂਦ ਆਪਾਂ ਦੇਖਦੇ ਹਾਂ ਕਿ ਪੰਜਾਬ ਦਾ ਕਿਸਾਨ ਆ ਜਿਹੜਾ ਉਹ ਆਰਥਿਕ ਪੱਖੋਂ ਵੀ ਗਿਆ, ਉਹ ਖੁਦਕੁਸ਼ੀਆਂ ਵੀ ਕਰਨ ਲੱਗ ਗਿਆ ਹਨਾ। ਇੰਨਾ ਝਾੜ ਵੀ ਵੱਧ ਗਿਆ ਹਨਾ। ਉਸ ਝਾੜ ਦੇ ਨਾਲ ਲੋਕਾਂ ਦੀ ਜਿਹੜੀ ਇਨਕਮ ਸੀਗੀ, ਲੋਕਾਂ ਦੀ ਜਿਹੜੀ ਕਮਾਈ ਸੀ ਉਹ ਵੀ ਵਧੀ, ਬਿਲਕੁਲ। ਪਰ ਲੋਕ ਫਿਰ ਵੀ ਮਰਨ ਲੱਗ ਗਏ। ਇਹਦਾ ਕੀ ਕਾਰਨ ਆ? ਜਿਹੜਾ ਖੇਤੀ ਦਾ ਅਸੀਂ ਮਾਡਲ ਚੇਂਜ ਕੀਤਾ ਨਾ, ਇਸ ਖੇਤੀ ਦੇ ਵਿੱਚ ਸਾਡਾ ਲਾਈਫ ਸਟਾਈਲ ਵੀ ਚੇਂਜ ਹੋਇਆ। ਅਸੀਂ ਕਿਰਤ ਨਾਲੋਂ ਟੁੱਟ ਗਏ। ਇਹ ਖੇਤੀ ਜਿਹੜੀ ਸੀਗੀ ਇਹ ਬਹੁਤ ਸੁਖਾਲੀ ਖੇਤੀ ਸੀ। ਇਹਦੇ ਵਿੱਚ ਸਾਡੀ ਲੁੱਟ ਦੂਰੀ ਹੋਣ ਲੱਗ ਪਈ ਨਾ। ਉਸ ਤੋਂ ਪਹਿਲਾਂ ਸਾਡੀ ਲੁੱਟ ਨਹੀਂ ਹੁੰਦੀ ਸੀ। ਕਿਵੇਂ ਨਹੀਂ ਹੁੰਦੀ ਸੀ? ਜਿਵੇਂ ਅੱਗੇ ਪਰਿਵਾਰ ਲਈ ਜੋ ਮੈਨੂੰ ਚਾਹੀਦਾ ਸੀ ਸਾਰਾ ਕੁਝ ਕੀ ਹੋਣ ਲੱਗ ਪਿਆ, ਸਾਰਾ ਕੁਝ ਪੈਦਾ ਕਰਕੇ ਦਿਨਾ ਬਾਜ਼ਾਰ ਨੂੰ, ਮੈਂ ਵਾਪਸ ਲੈ ਕੇ ਆਉਣਾ ਮਹਿੰਗਾ ਲੈਣਾ। ਹਾਂ, ਉੱਥੋਂ ਮੈਂ ਸਰੋਂ ਦਾ ਸਾਗ ਉੱਥੋਂ ਲੈ ਕੇ ਆਉਣਾ, ਬਾਜ਼ਾਰ ਚੋਂ ਲੈ ਕੇ। ਮੰਨ ਲਓ ਆਲੂ ਅਸੀਂ ਬੀਜਦੇ ਆ ਤੇ ਸਾਲਾ ਮੰਨ ਲਓ ਇੱਕ ਆਲੂ ਪਤਾ ਨਹੀਂ ਲੋਕਾਂ ਨੂੰ ਸੜਕਾਂ 'ਤੇ ਸੁੱਟਣੇ ਵੀ ਪੈ ਗਏ ਸੀ ਨਾ, ਤੇ ਉਹੀ ਆਲੂ ਇੱਕ ਆਲੂ ਦਾ ਸਾਲਾ ਉਹ ਬਣਾ ਕੇ ਦੇ ਦਿੰਦੇ ਨੇ। ਉਹ ਭਾਵੇਂ ਨੇ ਕੀ ਹੁੰਦਾ ਖਾਣ ਜੇ ਵਾਲੇ ਚਿਪਸ ਜੇ। ਹਾਂ, ਉਹ ਦੇਖੋ 20 ਜਾਂ 25 ਰੁਪਈਆਂ ਦਾ। ਹੁਣ ਤੁਸੀਂ ਹੋਰ ਦੇਖੋ, ਇੱਕ ਜਿਹੜਾ ਛੋਟੇ ਤੋਂ ਛੋਟਾ ਕਿਸਾਨ ਹੈਗਾ, ਉਹਦੀ ਸਬਜ਼ੀ ਦੀ ਗੱਲ ਕਰੀਏ ਅਸੀਂ, ਉਹਨੂੰ ਇੱਕ ਪਰਿਵਾਰ ਦੇ 4-5 ਮੈਂਬਰ ਹੈਗੇ ਆ, ਉਹਨੂੰ ਸਵੇਰ ਤੇ ਸ਼ਾਮ ਸਬਜ਼ੀ ਜਿਹੜੀ 100 ਰੁਪਏ ਦੀ ਸਬਜ਼ੀ ਘੱਟ ਤੋਂ ਘੱਟ ਉਹਨੂੰ ਲੱਗਦੀ ਹੈ। ਤਾਂ ਮਹੀਨੇ ਦੇ ਵਿੱਚ 3000 ਦੀ, ਸਾਲ ਦੇ ਵਿੱਚ 36000 ਦੀ ਸਬਜ਼ੀ ਘੱਟੋ ਘੱਟ ਛੋਟਾ ਪਰਿਵਾਰ ਜਿਹੜਾ ਹੈਗਾ ਇੱਕ 36000 ਦੀ ਸਬਜ਼ੀ ਲੈਂਦਾ ਹੈ ਮਾਰਕੀਟ ਸਾਲ ਦੇ ਵਿੱਚ। ਹੁਣ ਮੈਂ ਤੁਹਾਨੂੰ ਦੂਜੇ ਪਾਸੇ ਦੱਸਦਾ, ਮੈਂ ਕੰਪੈਰੀਜ਼ਨ ਕਰਦਾ। ਝੋਨੇ ਕਣਕ ਦੇ ਫਸਲੀ ਚੱਕਰ ਦੇ ਵਿੱਚੋਂ ਸਾਨੂੰ ਖਰਚਾ ਕੱਢ ਕੇ ਸਾਲ ਦੇ ਵਿੱਚੋਂ 80000 ਰੁਪਇਆ ਬਚਦਾ ਨਹੀਂ, ਮੈਂ ਮੰਨ ਲੈਣਾ ਬਚ ਗਿਆ। ਤਾਂ ਇੱਕ ਕਨਾਲ ਤੋਂ ਸਾਨੂੰ ਕਿੰਨਾ ਬਚਿਆ? 10000। ਜੇ ਹੁਣ ਮੈਂ ਇੱਕ ਕਨਾਲ ਦੇ ਵਿੱਚ ਝੋਨਾ ਕਣਕ ਲਾਵਾਂ ਤਾਂ ਮੈਂ 10000 ਦਾ ਸਮਾਨ ਬਾਜ਼ਾਰ ਨੂੰ ਦੇ ਕੇ ਆਇਆ ਤੇ 10000 ਰੁਪਇਆ ਕਮਾ ਕੇ ਲਿਆਇਆ, ਮੇਰੇ ਕੋਲੇ 10000 ਆ ਗਿਆ। ਹੁਣ ਮੈਂ 10000 ਦੇ ਨਾਲ ਮੈਂ ਲੈਣ ਚੱਲਿਆ ਸਬਜ਼ੀ।
ਹੁਣ ਮੈਂ 36000 ਦੀ ਸਬਜ਼ੀ ਲੈ ਕੇ ਆਉਂਗਾ। ਜੇ ਮੇਰੀ ਇੱਕ ਕਨਾਲ 'ਚ ਸਬਜ਼ੀ ਲੱਗੀ ਹੁੰਦੀ ਨਾ ਇਸੇ ਝੋਨੇ ਕਣਕ ਵਾਲੀ ਦੀ ਬਜਾਏ ਇੱਕ ਕਨਾਲ 'ਚ, ਤਾਂ ਮੇਰੇ ਪਰਿਵਾਰ ਨੂੰ ਮੁੱਕਣੀ ਨਹੀਂ ਸੀ ਤੇ ਮੈਂ ਗੁਆਂਢੀਆਂ ਨੂੰ ਵੀ ਦੇ ਸਕਦਾ ਸੀ ਇੱਕ ਕਨਾਲ ਦੇ ਵਿੱਚੋਂ। ਮੈਂ ਲਿਆਇਆ, ਮੈਂ ਮਾਰਕੀਟ ਨੂੰ ਦੇ ਕੇ ਸਮਾਨ ਤਾਂ ਕਮਾ ਕੇ ਲਿਆਇਆ 10000 ਤੇ ਮੈਂ ਹੁਣ ਜਾ ਕੇ ਆਉਂਗਾ 36000। ਉਹ 26000 ਕਿੱਥੋਂ ਆਇਆ? ਉਹ 26000 ਸਾਨੂੰ ਜਿਹੜਾ ਹੈਗਾ ਇਹ ਸਾਡੀ ਲੁੱਟ ਹੋਈ ਕਿ ਅਸੀਂ ਦੂਰੀ ਮਾਰ ਸਾਨੂੰ ਪੈ ਗਈ। ਇੱਕ ਤਾਂ ਸਾਡੀ ਲੁੱਟ ਉਧਰੋਂ ਹੋਣ ਲੱਗ ਪਈ। ਪਹਿਲਾਂ ਤਾਂ ਇਹਨਾਂ ਨੂੰ ਲੋੜ ਸੀ ਸਾਡੇ ਤੱਕ, ਉਦੋਂ ਤਾਂ MSP ਦੇਤਾ, ਸਰਕਾਰੀ ਖਰੀਦ ਹੈ, ਚਲੋ ਭਾਈ ਲਓ ਤੁਸੀਂ। ਹੁਣ ਉਹਨਾਂ ਨੂੰ ਤਾਂ ਲੋੜ ਨਹੀਂ, ਉਹਨਾਂ ਨੇ ਹੱਥ ਖੜੇ ਕਰਤੇ, ਭਾਈ ਆਦਾ ਵੇਚੋ ਸਮਾਨ ਜਿੱਥੇ ਵੇਚਣਾ ਹੈਗਾ। ਆਉਣ ਵਾਲੇ ਸਾਲ ਤੱਕ ਦੇਖੋ ਕੀ ਹਾਲਾਤ ਬਣਦੇ ਆ ਸਾਡੇ। ਕਿ ਫਿਰ ਭਾਈ ਲੋਕਾਂ ਨੂੰ ਤੁਸੀਂ ਕੀ ਸੁਝਾਅ ਦਿਓਗੇ ਵੀ ਕਿਸ ਤਰੀਕੇ ਮੈਂ ਜਿਹੜੇ ਮੇਰੇ ਕੋਲ ਇਸੇ ਕਿਸਾਨ ਆਉਂਦੇ ਹੈਗੇ, ਮੈਂ ਉਹਨਾਂ ਨੂੰ ਕਦੇ ਵੀ ਇਹ ਨਹੀਂ ਕਹਿੰਦਾ ਕਿ ਤੁਸੀਂ ਜ਼ਹਿਰ ਮੁਕਤ ਖੇਤੀ ਕਰੋ। ਮੈਂ ਉਹਨਾਂ ਨੂੰ ਇਹ ਗੱਲ ਕਹਿੰਦਾ ਹੈਗਾ ਕਿ ਤੁਸੀਂ ਆਪਣੀ ਰਸੋਈ ਨੂੰ ਬਾਜ਼ਾਰ ਮੁਕਤ ਕਰੋ। ਤੁਸੀਂ ਰਸੋਈ ਨੂੰ ਬਾਜ਼ਾਰ ਮੁਕਤ ਕਰਨਾ ਹੈਗਾ ਤਾਂ ਤੁਸੀਂ 1 ਏਕੜ ਕਾਫੀ ਹੈ ਜਗ੍ਹਾ ਤੁਹਾਡੇ ਕੋਲੇ। ਜੇ ਤੁਹਾਡੇ ਕੋਲੇ ਜ਼ਮੀਨ ਹੀ ਮੰਨ ਲਓ 5 ਕਿੱਲੇ ਆ ਤਾਂ 1 ਏਕੜ ਵੀ ਨਾ ਕਰੋ, ਤੁਸੀਂ 1 ਕਨਾਲ 'ਚ ਕਰ ਲਓ। ਥੋੜੇ ਰਕਬੇ ਦੇ ਵਿੱਚ ਕਰੋ। ਤੁਹਾਡਾ ਟਾਰਗੇਟ ਇਹ ਹੋਣਾ ਚਾਹੀਦਾ ਹੈ ਕਿ ਮੈਂ ਆਪਣੀ ਰਸੋਈ ਵਾਸਤੇ ਬਾਜ਼ਾਰ ਤੋਂ ਨਹੀਂ ਕੁਝ ਲੈ ਕੇ ਆਉਣਾ, ਮੈਂ ਆਪਣਾ ਪੈਦਾ ਕਰਨਾ। ਜਦੋਂ ਤੁਸੀਂ ਆਪਣਾ ਪੈਦਾ ਕਰਨਾ, ਤੁਸੀਂ ਲਸਣ ਆਪਣਾ ਪੈਦਾ ਕਰਨਾ ਤਾਂ ਲਸਣ ਤੇ ਤੁਸੀਂ ਜ਼ਹਿਰ ਨਹੀਂ ਪਾ ਸਕੋਗੇ, ਤੁਹਾਡੇ ਪਰਿਵਾਰ ਨੇ ਖਾਣਾ। ਤੁਸੀਂ ਉਹਦੇ ਤੇ ਹੋਰ ਓੜ-ਪੋੜ ਕਰੋਗੇ, ਖੱਟੀ ਲੱਸੀ ਦੀ ਸਪਰੇਅ ਕਰ ਦਿਓ, ਸਵਾਹ ਛਿੜਕ ਦਿਓ, ਸੁੰਡੀ ਪੈਂਦੀ ਆ ਤਾਂ ਹੋਰ ਓੜ-ਪੋੜ ਕਰੋਗੇ। ਓੜ-ਪੋੜ ਕਰਕੇ ਤੁਸੀਂ ਉਹ ਫਸਲ ਨੂੰ ਕੱਢ ਲਿਆਓਗੇ, ਤੁਹਾਨੂੰ ਤਜਰਬਾ ਹੋ ਜਾਊਗਾ। ਤੁਸੀਂ ਬਾਜ਼ਾਰ ਮੁਕਤ, ਆਪਣੀ ਰਸੋਈ ਨੂੰ ਬਾਜ਼ਾਰ ਮੁਕਤ ਕਰਨਾ ਹੈ। ਤੁਸੀਂ ਸਟਾਰਟ ਇੱਥੋਂ ਕਰਨਾ, ਇਹਨੂੰ ਕਮਰਸ਼ੀਅਲ ਮਾਡਲ ਤੇ ਨਾ ਲਿਜਾਓ। ਤੁਸੀਂ ਇਹ ਨਾ ਕਹੋ ਕਿ ਮੈਂ 10 ਕਿੱਲੇ ਆਰਗੈਨਿਕ ਕਰਕੇ ਤੇ ਮੈਂ ਕਮਾਈ ਕਰ ਲੂੰਗਾ। ਇਹ ਕਮਾਈ ਵਾਲਾ ਸਾਧਨ ਨਹੀਂ ਹੈ। ਇਹ ਤੁਹਾਡੀ ਹੋਂਦ ਬਚਾਉਣ ਦੀ ਲੜਾਈ ਹੈ। ਇਹ ਤੁਹਾਡੀ ਹੁਣ ਪੈਸੇ ਕਮਾਉਣ ਵਾਲੀ ਲੜਾਈ ਨਹੀਂ ਹੈ। ਤੁਹਾਡੀ ਆਪਣੀ ਹੋਂਦ ਖਤਰੇ 'ਚ ਹੈ। ਸਾਡੀ ਹੋਂਦ ਨੂੰ ਖਤਰਾ ਹੈ। ਜਿਹੜੇ ਹਾਲਾਤ ਸਾਡੇ ਬਣਦੇ ਜਾਂਦੇ ਹੈਗੇ ਆ, ਅਸੀਂ ਮਾਰਕੀਟ ਤੇ ਗੁਲਾਮ ਹੋ ਗਏ। ਸਾਡੀਆਂ ਸਿਹਤਾਂ ਦੇ ਕੀ ਹਾਲਾਤ ਹੈ। 20 25 ਸਾਲ ਦੀ ਉਮਰ ਦੇ ਵਿੱਚ ਹਾਰਟ ਅਟੈਕ ਹੋਈ ਜਾਂਦੇ ਆ। ਇੰਨੀਆਂ ਬਿਮਾਰੀਆਂ। ਜਦੋਂ ਡਾਕਟਰ ਬੇਲਾ ਦਾ ਮੇਰੇ ਨਾਲ ਮੇਲ ਹੋਇਆ ਸੀ, ਉਹਨਾਂ ਨੇ ਕਿਹਾ ਸੀ ਕਿ 2013 ਦੇ ਵਿੱਚ ਮੈਨੂੰ ਮਿਲੇ ਸੀ। ਉਹ ਕਹਿੰਦੇ ਵੀ ਆਉਣ ਵਾਲੇ 10 ਸਾਲਾਂ ਦੇ ਵਿੱਚ ਪੰਜਾਬ ਰਾਜਧਾਨੀ ਹੋਊਗਾ 5-6 ਬਿਮਾਰੀਆਂ ਦੀ। ਅਸੀਂ ਤਾਂ ਕਈ ਬਿਮਾਰੀਆਂ ਦੇ ਵਿੱਚ ਰਾਜਧਾਨੀ ਬਣੇ ਹੋਏ ਹਾਂ। ਕੈਂਸਰ ਦੇ ਵਿੱਚ ਅਸੀਂ ਸਭ ਤੋਂ ਅੱਗੇ ਹੈਗੇ ਹਾਂ। ਇਹ ਠੀਕ ਹੈ, ਇਹ ਹਾਲਾਤ ਇਕੱਲੇ ਪੰਜਾਬ ਦੇ ਨਹੀਂ ਹੈਗੇ, ਸਾਰੇ ਆਸੇ-ਪਾਸੇ ਵੀ ਹਾਲਾਤ ਹੈਗੇ ਆ। ਉਹਦਾ ਸੰਬੰਧ ਲਾਈਫ ਸਟਾਈਲ ਨਾਲ ਵੀ ਹੈਗਾ। ਸਾਡਾ ਲਾਈਫ ਸਟਾਈਲ ਵੀ ਚੇਂਜ ਹੋਇਆ। ਅਸੀਂ ਕਿਰਤ ਨਾਲੋਂ ਟੁੱਟੇ ਹਾਂ, ਅਸੀਂ ਸਾਦਗੀ ਨਾਲੋਂ ਟੁੱਟੇ ਹਾਂ, ਅਸੀਂ ਆਪਣੀ ਕੁਦਰਤ ਨਾਲੋਂ ਟੁੱਟੇ ਹਾਂ। ਸਾਨੂੰ ਕੁਦਰਤ ਪੱਖੀ ਜੀਵਨ ਜਿਉਣਾ ਪੈਣਾ ਹੈ। ਮੈਂ ਅਕਸਰ ਕਹਿੰਦਾ ਹੁੰਦਾ, ਕੁਦਰਤੀ ਖੇਤੀ ਨਾਲੋਂ ਪਹਿਲੀ ਗੱਲ ਹੈ ਕਿ ਸਾਨੂੰ ਕੁਦਰਤ ਪੱਖੀ ਜੀਵਨ ਜਿਉਣਾ ਪੈਣਾ ਹੈ। ਉਸ ਕੁਦਰਤ ਪੱਖੀ ਜੀਵਨ ਦੇ ਵਿੱਚ ਸਾਡੇ ਬਾਬੇ ਨਾਨਕ ਨੇ ਬਹੁਤ ਸਮਾਂ ਪਹਿਲਾਂ ਕਹਿਤਾ ਸੀ ਕਿ ਉਹਨਾਂ ਦੀ ਫਿਲਾਸਫੀ ਸਟਾਰਟ ਇੱਥੋਂ ਹੁੰਦੀ ਸੀ, ਕਿਰਤ ਕਰੋ ਨਾਮ ਜਪੋ। ਉਹਨਾਂ ਨੇ ਨਾਮ ਜਪੋ ਤੋਂ ਸਟਾਰਟ ਨਹੀਂ ਕੀਤਾ ਸੀ। ਉਹਨਾਂ ਨੇ ਕਿਹਾ ਸੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਤਾਂ ਸਾਨੂੰ ਕਿਰਤ ਨਾਲ ਜੁੜਨਾ ਪੈਣਾ, ਸਾਨੂੰ ਆਪਣੇ ਕੰਮ ਨਾਲ ਜੁੜਨਾ ਪੈਣਾ, ਸਾਨੂੰ ਸਾਦਗੀ ਨਾਲ ਜੁੜਨਾ ਪੈਣਾ, ਸਾਨੂੰ ਕੁਦਰਤ ਪੱਖੀ ਜੀਵਨ। ਮੈਂ ਹੁਣ ਦੋਨੋਂ ਲਾਈਫ ਸਟਾਈਲ ਜਿਉਂ ਕੇ ਆਇਆ, ਮੈਂ ਉਹ ਵੀ ਜਿਉਂ ਕੇ ਆਇਆ। ਬਾਈ ਹੋਰ ਦੱਸਿਓ, ਜਿਹੜਾ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਸਾਥੀਓ ਕਿ ਅਸੀਂ ਨਾ ਬਾਈ ਕੋਲੇ ਬੀਜ ਦੇਖੇ ਨੇ, ਜਿਹੜੇ ਪੁਰਾਣੇ ਬੀਜ ਸਾਡੇ ਫਸਲਾਂ ਦੇ ਖਤਮ ਹੋ ਗਏ। ਕਿਉਂਕਿ ਸਾਡੇ ਕੋਲ ਮੈਨੂੰ ਲੱਗਦਾ ਆਹ ਸਾਰੀਆਂ ਹਾਈਬ੍ਰਿਡ ਬੀਜ ਆ ਗਏ ਨੇ। ਤੇ ਪੁਰਾਣੇ ਜੋ ਮੱਕੀ ਸੀ ਸਾਡੇ, ਜਾਂ ਪਹਿਲਾਂ ਜੌਂ ਹੁੰਦੇ ਸੀ ਜਾਂ ਛੋਲੇ ਸੀ, ਉਹ ਬਾਈ ਕੋਲ ਬਹੁਤ ਪਏ ਨੇ। ਤਾਂ ਬਾਈ ਜਿਹੜੇ ਹੁਣ ਆਪਾਂ ਹਾਈਬ੍ਰਿਡ ਕਹਿ ਦਿੰਦੇ ਆ ਜੀ, ਨਵੇਂ ਆ ਗਏ ਬੀਜ, ਤੇ ਜਿਹੜਾ ਪੁਰਾਣਾ ਸਾਡੀ ਮੰਨ ਲਓ ਬੀਜ ਸੀਗੇ, ਇਹਨਾਂ 'ਚ ਕੀ ਅੰਤਰ ਆ? ਹਾਂ, ਪਹਿਲਾਂ ਮੈਂ ਬੀਜਾਂ ਦਾ ਦੱਸਦਾ। ਬੀਜ ਹੈ ਕਿੰਨੇ ਤਰ੍ਹਾਂ ਦੇ। ਇੱਕ ਬੀਜ ਉਹ ਸੀ ਜਿਹੜੇ ਬੀਜ ਸਾਡੇ ਵਿਰਾਸਤੀ ਬੀਜ ਸੀਗੇ। ਮੱਕੀ ਮੇਰੇ ਪੜਦਾਦੇ ਦਾ ਪੜਦਾਦਾ ਬੀਜਦਾ ਹੁੰਦਾ ਸੀ। ਉਹਦੇ ਵਿੱਚੋਂ ਉਹਨੇ ਦੇਖਿਆ ਕਿ ਮੱਕੀ ਦੇ ਵਿੱਚੋਂ ਆਹ ਛੱਲੀ ਬਹੁਤ ਚੰਗੀ ਹੈ। ਉਹਨੇ ਸਿਲੈਕਸ਼ਨ ਮੈਥਡ ਦੇ ਨਾਲ ਕੱਢ ਲਈ ਕਿ ਮੈਂ ਇਹਦਾ ਬੀਜ ਬਣਾ ਲੂੰਗਾ। ਅਗਲੇ ਸਾਲ ਉਹਨੇ ਹੋਰ ਕਰਦਾ ਉਹ 20 ਸਾਲ 30 ਸਾਲ ਮੇਰਾ ਪੜਦਾਦਾ ਸੋਧਦਾ ਆਇਆ। ਉਸ ਤੋਂ ਬਾਅਦ ਮੇਰਾ ਦਾਦਾ ਸੋਧਦਾ ਆਇਆ। ਸੋਧ ਕੇ ਜਿਹੜੇ ਅਸੀਂ ਬੀਜ ਕੱਢ ਕੇ ਲਿਆਂਦੇ, ਉਹ ਵਿਰਾਸਤੀ ਬੀਜ ਸੀ ਸਾਡੇ। ਠੀਕ ਹੈ, ਉਹ ਬੀਜ ਸੀ ਜਿਹੜੇ ਕੁਦਰਤੀ ਬੀਜ ਸੀਗੇ। ਉਹਨਾਂ ਦੇ ਵਿੱਚ ਇਹ ਕੁਦਰਤ ਨੇ ਸ਼ਕਤੀ ਭਰੀ ਹੁੰਦੀ ਹੈ ਕੁਦਰਤੀ ਕਰੋਪੀਆਂ ਦੇ ਖਿਲਾਫ ਲੜਨ ਦੀ। ਜ਼ਿਆਦਾ ਬਾਰਿਸ਼ਾਂ ਪੈ ਜਾਣ ਉਹ ਲੜ ਲੈਂਦੇ ਸੀ, ਸੋਕਾ ਪੈ ਜੇ ਉਹ ਲੜ ਲੈਂਦੇ ਸੀ, ਹਨੇਰੀਆਂ ਦੇ ਖਿਲਾਫ ਲੜ ਲੈਂਦੇ ਸੀ। ਨਦੀ ਸਾਡੀਆਂ ਕਣਕਾਂ ਦੇ ਜਿਹੜੀਆਂ ਵੈਰਾਈਟੀਆਂ ਹੁੰਦੀਆਂ ਸੀ ਪੁਰਾਣੇ ਸਮਿਆਂ ਦੇ ਵਿੱਚ, ਫਾਰਮੀ ਕਣਕ ਹੁੰਦੀ ਸੀ। ਮੇਰਾ ਦਾਦਾ ਖੇਤੀ ਕਰਦਾ ਸੀ, ਬੜਾ ਉੱਚਾ ਕੱਦ ਹੁੰਦਾ ਸੀ। ਉਹ ਨਦੀਨਾਂ ਨਾਲ ਲੜ ਲੈਂਦੀ ਸੀ। ਨਦੀਨ ਕੀ ਕਰ ਲੈਣਗੇ ਉਹਦਾ, ਨਦੀਨ ਸਾਰੇ ਥੱਲੇ ਰਹਿ ਜਾਂਦੇ ਸੀ, ਕੱਦ ਹੀ ਉੱਚਾ ਸੀ ਉਹਨਾਂ ਦਾ। ਤਾਂ ਉਹਨਾਂ ਦੇ ਕੋਲੇ ਬੀਜ ਬਹੁਤ ਜ਼ਬਰਦਸਤ ਬੀਜ ਸੀ ਜਿਹੜੇ ਕੁਦਰਤੀ ਕਰੋਪੀਆਂ ਦੇ ਖਿਲਾਫ ਲੜ ਲੈਂਦੇ ਸੀ। ਉਸ ਤੋਂ ਬਾਅਦ ਜਦੋਂ ਯੂਨੀਵਰਸਿਟੀਆਂ ਆਈਆਂ, ਜਦੋਂ ਇਹਨਾਂ ਨੇ ਸਾਨੂੰ ਕਿਹਾ ਕਿ ਤੁਹਾਨੂੰ ਖੇਤੀ ਨਹੀਂ ਕਰਨੀ ਆਉਂਦੀ, ਅਸੀਂ ਤੁਹਾਨੂੰ ਸਿਖਾਵਾਂਗੇ। ਡਾਕਟਰ ਆ ਗਏ ਖੇਤੀ ਵਾਲੇ ਕਿ ਅਸੀਂ ਸੋ ਕਾਲ ਡਾਕਟਰ ਹੈ ਖੇਤੀ ਦੇ, ਸਾਨੂੰ ਡਾਕਟਰ ਕਹੋ। ਉਹਨਾਂ ਨੇ ਸਾਨੂੰ ਖੇਤੀ ਕਰਨੀ ਸਿਖਾਈ ਕਿ ਤੁਹਾਨੂੰ ਖੇਤੀ ਸਿਖਾਉਂਦੇ ਹਾਂ ਅਸੀਂ। ਯੂਨੀਵਰਸਿਟੀਆਂ ਖੁੱਲ੍ਹੀਆਂ, ਉਹਨਾਂ ਦੇ ਵਿੱਚ ਉਹਨਾਂ ਨੇ ਸਾਨੂੰ ਜਿਹੜੇ ਸੀਗੇ ਵੱਧ ਝਾੜ ਵਾਲੇ ਬੀਜ ਲਿਆ ਕੇ ਦਿੱਤੇ। ਉਸ ਵੱਧ ਝਾੜ ਵਾਲੇ ਬੀਜਾਂ ਦੇ ਵਿੱਚ ਸਾਡੀ ਪੌਸ਼ਟਿਕਤਾ ਘਟਦੀ ਗਈ। ਹਮੇਸ਼ਾ ਇੱਕ ਸਿਧਾਂਤ ਹੈ ਕੁਦਰਤ ਦਾ ਕਿ ਕੁਆਲਿਟੀ ਤੇ ਕੁਆਂਟੀਟੀ ਦਾ ਵਿਰੋਧ ਰਿਹਾ। ਜਿੱਥੇ ਵੀ ਤੁਹਾਡੀ ਕੁਆਂਟੀਟੀ ਵਧੂਗੀ ਉੱਥੇ ਕੁਆਲਿਟੀ ਡਾਊਨ ਹੋਊਗੀ। ਇਹੀ ਜਿਹੜੀ ਕਣਕ ਹੈ ਜਿਹਦੇ ਵਿੱਚ ਇੰਨੀ ਜ਼ਿਆਦਾ ਪ੍ਰੋਟੀਨ ਹੁੰਦੀ ਸੀ, ਜਦੋਂ ਅਸੀਂ ਝਾੜ ਵਧਾ ਲਿਆ ਉਹਦੀ ਨਿਊਟ੍ਰੀਸ਼ਨ ਘਟ ਗਈ, ਤਾਂ ਉਹਦੇ ਵਿੱਚ ਜਿਹੜੀ ਸੀ ਪੌਸ਼ਟਿਕਤਾ ਘਟ ਗਈ। ਅੱਜ ਸਾਡੇ ਫੂਡ ਦੇ ਵਿੱਚ ਪੌਸ਼ਟਿਕਤਾ ਨਹੀਂ ਹੈਗੀ। ਜਿੰਨਾ ਪੋਟਾਸ਼ੀਅਮ ਸਾਨੂੰ ਇੱਕ ਕੇਲਾ ਖਾ ਕੇ ਮਿਲਦਾ ਸੀ ਸਨ 60 ਦੇ ਵਿੱਚ,
ਅੱਜ 10 ਕੇਲੇ ਖਾ ਕੇ ਵੀ ਉਹਨਾਂ ਪੋਟਾਸ਼ੀਅਮ ਨਹੀਂ ਮਿਲਦਾ। ਕਿਉਂ? ਸਾਡੀ ਸੋਇਲ ਨੂੰ ਅਸੀਂ ਜਿਹੜਾ ਇੰਬੈਲੈਂਸ ਕਰਤਾ, ਸਾਡੀ ਮਿੱਟੀ ਨੂੰ ਇੰਬੈਲੈਂਸ ਕਰਤਾ, ਵਿਗਾੜਤਾ ਮਿੱਟੀ ਨੂੰ, ਉਹਦੇ ਵਿੱਚ ਬਾਹਰ ਤੋਂ ਪਾ ਕੇ ਵਿਗਾੜਤਾ। ਉਹਦੇ ਵਿੱਚ ਉੱਗਿਆ ਹੋਇਆ ਪੌਦਾ ਉਹ ਵੀ ਮਾਲ ਨਿਊਟ੍ਰੀਸ਼ਨ ਦਾ ਸ਼ਿਕਾਰ ਹੈ, ਉਹਨੂੰ ਵੀ ਬਿਮਾਰੀਆਂ ਲੱਗਦੀਆਂ, ਉਹ ਵੀ ਬਿਮਾਰ ਹੈ, ਉਹਨੂੰ ਬਿਮਾਰੀਆਂ ਜ਼ਿਆਦਾ ਆਉਂਦੀਆਂ ਉਸ ਪੌਦੇ ਨੂੰ, ਕਿਉਂਕਿ ਉਹਦੀ ਮਾਂ ਮਿੱਟੀ ਬਿਮਾਰ ਹੈ, ਬਿਮਾਰ ਕਰਤੀ ਅਸੀਂ ਮਾਂ ਨੂੰ। ਤਾਂ ਬੀਜ ਜਿਹੜੇ ਸੀਗੇ ਹਾਈਬ੍ਰਿਡ ਬੀਜ ਆ ਗਏ, ਹਾਈਬ੍ਰਿਡ ਬੀਜਾਂ ਦੇ ਵਿੱਚ ਝਾੜ ਵਧਾ ਲਿਆ, ਲੇਕਿਨ ਉਹਦੇ ਤੋਂ ਅਗਲੀ ਜਨਰੇਸ਼ਨ ਨਹੀਂ ਆ ਸਕਦੀ। ਬੜੀ ਚਾਲ ਸੀ ਮਲਟੀਨੈਸ਼ਨਲ ਕੰਪਨੀਆਂ ਦੀ ਕਿ ਹਰ ਸਾਲ ਕਿਸਾਨ ਗੁਲਾਮ ਹੋਵੇ, ਬੀਜ ਆਪਾਂ ਆਪਣਾ ਬੀਜ ਬਣਾ ਲੈਂਦੇ ਸੀ, ਉਹੀ ਅਗਲੇ ਵਾਰੀ ਹੁਣ ਹਾਈਬ੍ਰਿਡ ਇੱਕ ਵਾਰੀ ਹੋਊਗਾ, ਉਹ ਚੋਂ ਆਪਾਂ ਨੂੰ ਦੁਬਾਰੇ ਬੀਜਾਂਗੇ, ਹੁੰਦਾ ਨਹੀਂ। ਉਸ ਤੋਂ ਅਗਲੀ ਗਾਂ ਫਿਰ ਇੱਕ ਹੋਰ ਸਾਜ਼ਿਸ਼ ਆਈ, ਜੀਐਮ ਸੀਡਸ, ਜੈਨੇਟਿਕਲੀ ਮੋਡੀਫਾਈਡ, ਜਿਹੜੇ ਹਜੇ ਤੱਕ ਇੰਡੀਆ ਦੇ ਵਿੱਚੋਂ ਇੱਕ ਚੀਜ਼ ਨੂੰ ਅਪਰੂਵਲ ਮਿਲੀ ਹੋਈ ਆ, ਕਾਟਨ ਨੂੰ, ਜਿਹੜੀ BT ਕਾਟਨ ਆਈ ਸੀਗੀ, ਇਹ GM ਹੈ ਸਾਡੀ। ਤਾਂ ਹੁਣ ਜਿਹੜਾ ਮਸਟਰਡ GM ਮਸਟਰਡ ਲਿਆਉਣ ਨੂੰ ਫਿਰਦੇ ਸੀ, ਉਹਦਾ ਅਸੀਂ ਜਿਹੜਾ ਹੈਗਾ ਵਿਰੋਧ ਕੀਤਾ, ਬੜਾ ਰੌਲਾ ਪਾ ਕੇ ਉਹਨੂੰ ਇੱਕ ਵਾਰੀ ਰੋਕਿਆ ਹੈਗਾ। ਤਾਂ ਉਹ ਮਲਟੀਨੈਸ਼ਨਲ ਕੰਪਨੀਆਂ ਉਹ GM ਸੀਡ ਲਿਆਉਣ ਨੂੰ ਫਿਰਦੀਆਂ, ਉਹਦਾ ਬਹੁਤ ਵੱਡਾ ਵਿਨਾਸ਼ ਹੈ। ਅਮਰੀਕਾ ਕੈਨੇਡਾ ਦੇ ਵਿੱਚ GMO ਫੂਡ ਬਹੁਤ ਵਿਨਾਸ਼ ਕਰ ਰਿਹਾ ਉੱਥੇ। ਤਾਂ ਇਹ ਜਿਹੜਾ ਬਾਜ਼ਾਰਵਾਦ ਹੈ, ਇਹ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਕਾਰਪੋਰੇਟ ਹੈਗੀ ਹੈ, ਇਹਨਾਂ ਦਾ ਲਾਲਚ ਖਤਮ ਨਹੀਂ ਹੋ ਸਕਦਾ। ਇਹਨਾਂ ਦਾ ਬਹੁਤ ਜ਼ਿਆਦਾ ਲਾਲਚ ਹੈ, ਇਹਨਾਂ ਨੂੰ ਕੋਈ ਮਤਲਬ ਨਹੀਂ ਮਨੁੱਖਤਾ ਦੇ ਨਾਲ, ਕੌਣ ਮਰਦਾ ਕੋਈ ਮਰੀ ਜਾਵੇ, ਇਹਨਾਂ ਨੂੰ ਪੈਸਾ ਕਮਾਉਣਾ ਹੈਗਾ। ਤੇ ਸਾਨੂੰ ਉਲਝਾ ਲਿਆ ਇਹਦੇ ਵਿੱਚ, ਅਸੀਂ ਉਲਝ ਗਏ, ਸਾਨੂੰ ਸਮਝ ਨਹੀਂ ਬਣੀ ਕਿ ਸਾਡੇ ਨਾਲ ਹੋ ਕੀ ਗਿਆ। ਤਾਂ ਜਦੋਂ ਸਾਡਾ ਸਾਰਾ ਕੁਝ ਲੁੱਟਿਆ ਪਟਿਆ ਗਿਆ, ਸਾਨੂੰ ਹੁਣ ਪਤਾ ਲੱਗਿਆ ਕਿ ਯਾਰ ਆਹ ਕੁਝ ਸਾਡੇ ਨਾਲ ਹੋ ਗਿਆ। ਸਾਡਾ ਉਹ ਪੰਜਾਬ ਜਿੱਥੇ 30-35 ਕਿਸਮ ਦਾ ਫਰੂਟ ਹੋ ਜਾਂਦਾ, ਮੇਰੇ ਤੁਸੀਂ ਖੇਤ ਦੇ ਵਿੱਚ ਦੇਖਿਆ 25 ਕਿਸਮ ਦਾ ਫਰੂਟ ਹੈ ਜਿਹਨੂੰ ਫਰੂਟਿੰਗ ਹੋਣ ਲੱਗ ਪਈ ਹੈ। ਹੁਣ ਸੈਕੰਡ ਫੇਜ਼ ਦੇ ਵਿੱਚ ਅਸੀਂ 10 ਕਿਸਮ ਦਾ ਫਰੂਟ ਸਿਲੈਕਟ ਕੀਤਾ ਹੈ ਜਿਹੜਾ ਇੱਥੇ ਹੋਊਗਾ। 30-35 ਕਿਸਮ ਦਾ ਫਰੂਟ, ਪ੍ਰਮਾਤਮਾ ਦੀ ਕਿਰਪਾ ਰਹੇ, ਆਉਣ ਵਾਲੇ ਜਿਹੜਾ ਹੈਗਾ 2 ਸਾਲ ਦੇ ਵਿੱਚ ਮੈਂ 35 ਕਿਸਮ ਦਾ ਫਰੂਟ ਦਿਖਾਊਂਗਾ ਆਪਣੇ ਫਾਰਮ ਤੇ। ਤਾਂ ਐਸਾ ਮੌਸਮ, ਐਸੀਆਂ ਰੁੱਤਾਂ ਸਾਡੇ ਪੰਜਾਬ ਦੀਆਂ, ਐਡੀ ਖੂਬਸੂਰਤੀ ਸੀ ਸਾਡੇ ਪੰਜਾਬ ਦੀ, ਜਿਹੜਾ ਬਰਬਾਦ ਕਰਕੇ ਰੱਖਤਾ। ਸਾਡਾ ਐਗਰੀਕਲਚਰ ਦੇ ਵਿੱਚ ਬਹੁਤ ਵੱਡਾ ਜਿਹੜਾ ਹੈਗਾ ਸਾਡੇ ਨਾਲ ਧੋਖਾ ਹੋਇਆ, ਸਾਡੇ ਨਾਲ ਧੱਕਾ ਹੋਇਆ ਸੀ। ਭਾਈ ਇੱਕ ਹੋਰ ਦੱਸੋ, ਜਿਵੇਂ ਮੰਨ ਲਓ ਹੁਣ ਆਪਾਂ MSP ਦੀ ਗੱਲ ਕੀਤੀ ਆ, ਆਰਡੀਨੈਂਸ ਜਾਰੀ ਹੋ ਗਏ ਹਨਾ, ਮੰਨ ਲਓ ਹੌਲੀ ਹੌਲੀ ਸਰਕਾਰ ਨੇ ਸਾਡੀਆਂ ਫਸਲਾਂ ਖਰੀਦਣ ਤੋਂ ਨਾ ਕਰ ਦੇਣੀਆਂ, ਤਾਂ ਕੀ ਜੇ ਲੋਕ ਕੁਦਰਤੀ ਖੇਤੀ ਨਾਲ ਜੁੜਨਗੇ, ਕੁਦਰਤੀ ਖੇਤੀ ਨਾਲ ਜੁੜ ਕੇ ਆਪਾਂ ਸਬਜ਼ੀਆਂ ਆਪਾਂ ਮਤਲਬ ਕਿ ਉਗਾਵਾਂਗੇ ਹਨਾ, ਤੇ ਫਿਰ ਇਹਦੇ ਨਾਲ ਮੈਂ ਇਹਨੂੰ ਥੋੜਾ ਜਿਹਾ ਨਾ ਕਦੇ ਪੋਜ਼ਿਟਿਵਲੀ ਲੈਣਾ, ਠੀਕ ਹੈ। ਮੇਰੀ ਗੱਲ ਦਾ ਬਹੁਤ ਲੋਕ ਵਿਰੋਧ ਕਰਨਗੇ, ਪਰ ਮੈਂ ਇਹਨੂੰ ਦੇਖਦਾ ਹੈਗਾ, ਮੈਂ ਇਹਨੂੰ ਸਿਧਾਂਤਿਕ ਤੌਰ ਤੇ ਦੇਖਦਾ ਕੀ ਹੈਗਾ ਕਿ ਸਰਕਾਰੀ ਖਰੀਦ ਆਉਣ ਤੋਂ ਪਹਿਲਾਂ ਕਿਸਾਨ ਖੇਤੀ ਕਰਦਾ ਸੀ ਆਪਣੇ ਲਈ, ਠੀਕ ਹੈ। ਸਰਕਾਰ ਨੇ ਕਹਿਤਾ ਕਿ ਅਸੀਂ ਤੈਨੂੰ ਅਸੀਂ ਖਰੀਦਾਂਗੇ, ਹੁਣ ਤੂੰ ਸਾਡੇ ਲਈ ਪੈਦਾ ਕਰ, ਜੋ ਸਾਨੂੰ ਚਾਹੀਦਾ ਉਹ ਦੇ। ਸਾਨੂੰ ਕੀ ਚਾਹੀਦਾ? ਝੋਨਾ ਚਾਹੀਦਾ, ਸਾਨੂੰ ਕਣਕ ਚਾਹੀਦੀ ਹੈ, ਇਹ ਤੂੰ ਦੇ, ਅਸੀਂ ਲਵਾਂਗੇ, ਅਸੀਂ ਤੈਨੂੰ ਆਹ ਖਰੀਦ ਦੇਵਾਂਗੇ, ਸਰਕਾਰੀ ਰੇਟ ਬਣਦਾ। ਹੁਣ ਜਦੋਂ ਸਰਕਾਰ ਨੇ ਕਰਤੇ ਹੱਥ ਖੜੇ ਕਿ ਭਾਈ ਅਸੀਂ ਨਹੀਂ ਖਰੀਦਣਾ, ਹੁਣ ਕਿਸਾਨ ਖੇਤੀ ਕਰੂਗਾ ਆਪਣੇ। ਹੁਣ ਕਿਸਾਨ ਦੇਖੂਗਾ ਕਿ ਮੈਨੂੰ ਮੇਰੇ ਪਸ਼ੂਆਂ ਵਾਸਤੇ, ਮੈਂ ਪਸ਼ੂ ਰੱਖੇ ਆ, ਮੈਂ ਸਰੋਂ ਦੀ ਖਲ ਲੈਣੀ ਹੈ। ਤੂੰ ਪਹਿਲਾਂ ਤਾਂ ਸਰੋਂ ਦੀ ਖਲ ਮੁੱਲ ਲੈਂਦਾ ਸੀ ਬਾਜ਼ਾਰ ਤੋਂ, ਹੁਣ ਉਹਦੇ ਕੋਲ ਪੈਸਾ ਨਹੀਂ ਹੈਗਾ, ਜਾਂ ਦੂਜੀਆਂ ਖੁਰਾਕਾਂ ਪਾਈ ਜਾਂਦਾ ਸੀ, ਖਲ ਤਾਂ ਪਾਉਣੋਂ ਹੀ ਹਟ ਗਏ ਸੀ। ਹੁਣ ਉਹ ਕਹੂਗਾ ਭਰਾਵਾ ਪੈਸੇ ਤਾਂ ਹੈ ਨਹੀਂ, ਥੋੜੇ ਜਿਹੇ ਥਾਂ ਦੇ ਉੱਤੇ ਆਹੀ ਬੀਜ ਲਓ ਆਪਦੀ, ਠੀਕ ਹੈ। ਹੁਣ ਖੰਡ ਲੈਣ ਦੀ ਤਾਂ ਪਹੁੰਚ ਨਹੀਂ ਹੈਗੀ, ਪੈਸਾ ਤਾਂ ਮਿਲਦਾ ਨਹੀਂ ਹੈਗਾ, ਥੋੜਾ ਜਿਹਾ ਥਾਂ 'ਚ ਗੰਨਾ ਲਾ ਲਿਆ, ਉਹਦਾ ਗੁੜ ਕਢਾ ਲਾਂਗੇ ਹੈ। ਤਾਂ ਹੋ ਸਕਦਾ ਹੈ ਕਿਸਾਨ ਖੇਤੀ ਆਪਣੇ ਲਈ ਕਰਨ ਲੱਗ ਪਵੇ, ਇੱਕ ਤਰੀਕੇ ਨਾਲ ਚੰਗਾ ਵੀ ਹੋਇਆ। ਇਹਨਾਂ ਦੇ ਕਹਿਣ ਤਾਂ ਠੀਕ ਹੈ, ਪਤਾ ਨਹੀਂ ਹਜੇ ਕੀ ਰੂਪ ਹੁੰਦਾ, ਪਰ ਮੈਨੂੰ ਲੱਗਦਾ ਹੈ ਕਿ ਹੋ ਸਕਦਾ ਇਹ ਵੀ ਇਧਰਲੇ ਪਾਸੇ ਨੂੰ ਗੱਲ ਚੱਲ ਪਵੇ। ਸੋ ਹੋਰ ਇਹ ਤੋਂ ਇਲਾਵਾ ਗੱਲ ਕੋਈ ਤੁਸੀਂ? ਬਸ ਕੁਦਰਤੀ ਖੇਤੀ ਹੀ ਇੱਕਮਾਤਰ ਰਸਤਾ ਹੈਗਾ ਜਿਹੜਾ ਪੰਜਾਬ ਨੂੰ ਬਚਾ ਸਕਦਾ ਹੈਗਾ। ਰਸਤਾ ਬਹੁਤ ਔਖਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇਸ ਰਸਤੇ ਨੂੰ, ਇਸ ਖੇਤੀ ਨੂੰ ਸਮੇਂ ਦਾ ਹਾਣੀ ਬਣਾਉਣ ਦੀ ਲੋੜ ਸੀ। ਮੈਂ ਉਹਦੇ ਤੇ ਕੰਮ ਕਰ ਰਿਹਾ ਹੈਗਾ। ਇਸ ਖੇਤੀ ਨੂੰ ਮੈਂ ਬਲਦਾਂ ਨਾਲ ਖੇਤੀ ਨਹੀਂ ਕਰਦਾ, ਮੈਂ ਇਹਨੂੰ ਖੇਤੀ ਟਰੈਕਟਰ ਨਾਲ ਹੀ ਕਰਦਾ। ਇਹਨੂੰ ਸਮੇਂ ਦਾ ਹਾਣੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਸ ਖੇਤੀ ਨੂੰ ਸਮੇਂ ਦਾ ਹਾਣੀ ਬਣਾਇਆ ਜਾਵੇ। ਇਸ ਖੇਤੀ ਦੇ ਵਿੱਚ ਜਿਹੜੀ ਮੁੱਖ ਸਮੱਸਿਆ ਹੁੰਦੀ ਹੈ ਨਦੀਨਾਂ ਦੀ, ਕਿ ਨਦੀਨਾਂ ਨੂੰ ਰੋਕਿਆ ਕਿਵੇਂ ਜਾਵੇ। ਦੂਜੀ ਖੇਤੀ ਦੇ ਵਿੱਚ ਤਾਂ ਅਸੀਂ ਜ਼ਹਿਰ ਪਾਈ ਤੇ ਮਾਰਤਾ ਸਾਰਿਆਂ ਨੂੰ, ਇਹਦੇ 'ਚ ਅਸੀਂ ਜ਼ਹਿਰਾਂ ਨਾਲ ਮਾਰ ਨਹੀਂ ਸਕਦੇ। ਤਾਂ ਇਹਦੇ ਵਿੱਚ ਅਸੀਂ ਨਦੀਨਾਂ ਨੂੰ ਕੰਟਰੋਲ ਕਰਨ ਵਾਸਤੇ ਮਸ਼ੀਨੀਕਰਨ ਦਾ ਸਹਾਰਾ ਲੈ ਸਕਦੇ ਹਾਂ। ਇਹਦੇ ਤੇ ਸਰਕਾਰਾਂ ਨੇ ਕੰਮ ਨਹੀਂ ਕੀਤਾ, ਯੂਨੀਵਰਸਿਟੀਆਂ ਨੇ ਕੰਮ ਨਹੀਂ ਕੀਤਾ, ਨਹੀਂ ਤਾਂ ਇਹਦੇ 'ਚ ਡੀਵੀਡਿੰਗ ਕਰਨੀ ਕਿੱਡੀ ਔਖਾ ਕੰਮ ਸੀ। ਨਰਮੇ ਦੇ ਵਿੱਚ ਅਸੀਂ ਨਰਮਾ ਸੀਲ ਕੇ ਜੇ ਨਦੀਨਾਂ ਦੇ ਕੰਟਰੋਲ ਕਰ ਸਕਦੇ ਹਾਂ ਤਾਂ ਬਾਕੀ ਫਸਲਾਂ 'ਚ ਵੀ ਹੋ ਸਕਦਾ ਸੀ ਹੈ। ਤਾਂ ਹੁਣ ਮੈਂ ਇਸ ਤੇ ਕੰਮ ਕਰ ਰਿਹਾ ਹੈਗਾ, ਮੈਂ ਸਾਰੀਆਂ ਫਸਲਾਂ ਨੂੰ ਸੀਲਦਾ। ਮੇਰੇ ਤੁਸੀਂ ਇੱਕ ਤਿਲਾਂ ਦੀ ਲਾਈਨ ਦੇਖਿਓ ਜੇ ਲਾਸਟ ਵਾਲੀ, ਬਾਕੀਆਂ ਦੇ ਵਿੱਚ ਤਾਂ ਨਦੀਨ ਦਿਖਣਗੇ। ਉਸ ਲਾਈਨ ਦੇ ਵਿੱਚ ਤੁਹਾਨੂੰ ਇੱਕ ਵੀਡ ਦਾ ਇੱਕ ਡੱਕਾ ਨਹੀਂ ਦਿਖੂਗਾ, ਉਹਨੂੰ ਅਸੀਂ ਟਾਈਮਲੀ ਸੀਲ ਲਿਆ ਸੀ। ਬਾਕੀ ਸਾਡਾ ਪ੍ਰੋਜੈਕਟ ਵੱਡਾ, ਹੋਰ ਪਾਸੇ ਉਲਝ ਕੇ ਮੌਕੇ ਤੇ ਸੀਲਿਆ ਨਹੀਂ ਗਿਆ। ਉਸ ਇੱਕ ਲਾਈਨ ਨੂੰ ਅਸੀਂ ਪੂਰਾ ਸੀਲਿਆ ਹੋਇਆ, ਤਾਂ ਉਹਦੇ ਵਿੱਚ ਜਿਹੜਾ ਸੀਗਾ ਵੀਡਸ ਦੇ ਉੱਤੇ ਅਸੀਂ ਪੂਰਾ ਕਾਬੂ ਪਾ ਲਿਆ, ਨਦੀਨਾਂ ਦੇ ਉੱਪਰ ਕਾਬੂ ਪਾ ਲਿਆ। ਤਾਂ ਇਸ ਖੇਤੀ ਦੇ ਉੱਤੇ ਹੋਰ ਕੰਮ ਕਰਨ ਦੀ ਲੋੜ ਸੀ, ਇਹਦੇ ਤੇ ਕੰਮ ਨਹੀਂ ਹੋਇਆ। ਤਾਂ ਇਹਨੂੰ ਸੌਖਿਆ ਕੀਤਾ ਜਾ ਸਕਦਾ ਸੀ, ਲੇਕਿਨ ਅੱਜ ਦੀ ਘੜੀ ਇਹ ਖੇਤੀ ਕੈਮੀਕਲ ਖੇਤੀ ਨਾਲੋਂ 10 ਗੁਣਾ ਜ਼ਿਆਦਾ ਮਿਹਨਤ ਭਾਲਦੀ ਹੈ।
ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਮੇਰੀ ਸਾਰੀ એનર્ਜੀ ਇਸੇ ਤੇ ਲੱਗੀ ਹੋਈ ਹੈ ਕਿ ਖੇਤੀ ਨੂੰ ਸੌਖਿਆਂ ਕਿਵੇਂ ਕੀਤਾ ਜਾਵੇ। ਤੁਹਾਡੇ ਕੋਲ ਬਾਈ ਜਿਹੜਾ ਤੁਸੀਂ ਇਹ ਦੱਸੋ ਵੀ ਤੁਸੀਂ ਗੰਨਾ ਪੈਦਾ ਕਰਦੇ ਹੋ, ਤਿਲ ਪੈਦਾ ਕਰਦੇ ਹੋ, ਮੱਕੀ ਪੈਦਾ ਕਰਦੇ ਹੋ, ਬਾਜਰਾ ਪੈਦਾ, ਬਾਜਰਾ, ਤਾਂ ਇਹ ਫਿਰ ਲੋਕ ਇਹਦਾ ਫਰੂਟ ਪੈਦਾ ਕਰਦੇ ਹੋ ਤਾਂ ਲੋਕ ਫਿਰ ਖਰੀਦਣ ਆਉਂਦੇ? ਹਾਂ ਬਿਲਕੁਲ, ਇਹ ਮੇਰਾ ਰਿਮੋਟ ਏਰੀਆ 'ਚ ਪਿੰਡ ਹੈਗਾ, ਇੱਥੋਂ ਮੁਕਤਸਰ ਤੋਂ 22 ਕਿਲੋਮੀਟਰ ਦੂਰ ਹੈਗਾ। ਜਦੋਂ ਮੈਂ ਸਟਾਰਟ ਕੀਤਾ ਸੀ ਤਾਂ ਮੈਂ ਰੁਪੇਲਾ ਜੀ ਨੂੰ ਕਿਹਾ ਸੀ ਕਿ ਅਸੀਂ ਏਡੇ ਵੱਡੇ ਪ੍ਰੋਜੈਕਟ ਤੇ ਕੰਮ ਕਰ ਰਹੇ ਹਾਂ ਤੇ ਅਸੀਂ ਇਹਨੂੰ ਕੁਝ ਜ਼ਮੀਨ ਜਾਂ ਤਾਂ ਨੇੜੇ ਲੈ ਲਈਏ। ਉਹ ਕਹਿੰਦੇ ਤੁਹਾਡੇ 'ਚ ਦਮ ਹੋਣਾ ਚਾਹੀਦਾ ਹੈ, ਤਾਂ ਇਹ ਕੋਈ ਮੈਟਰ ਨਹੀਂ ਕਰਦਾ ਕਿ ਤੁਸੀਂ ਕਿੱਥੇ ਬੈਠੇ ਹੋ। ਤਾਂ ਇੱਥੇ ਪਹਿਲਾਂ ਹੁਣ ਸੜਕ ਜੀ ਬਣੀ, ਪਹਿਲਾਂ ਸੜਕ ਵੀ ਨਹੀਂ ਪਹੁੰਚਦੀ ਸੀ ਇੱਥੋਂ ਤੱਕ, ਇਹੋ ਜਿਹੇ ਏਰੀਆ 'ਚ ਬੈਠਾ ਸੀ। ਤਾਂ ਹੁਣ ਸਾਡੇ ਕੋਲੇ ਡੇਲੀ 50 ਤੋਂ ਉੱਪਰ ਲੋਕ ਆਉਂਦੇ ਆ। ਤਾਂ ਜਿੰਨੇ ਆਫੀਸਰ ਮੈਡਮ ਆਈ ਸੀਗੀ, ਐਸਡੀਐਮ, ਡੀਸੀ, ਐਸਐਸਪੀ ਸਭ ਇੱਥੋਂ ਆ ਕੇ ਸਮਾਨ ਸਾਰਿਆਂ ਨੂੰ ਬਿਮਾਰੀਆਂ ਚਿੰਬੜ ਗਈਆਂ। ਹਾਂ ਹੁਣ ਭੱਜਦੇ ਆ ਵੀ ਬਿਨਾਂ ਜ਼ਹਿਰ ਵਾਲਾ ਖਾਦਾ ਜਾਵੇ, ਹੈ ਨਾ? ਇਹ ਗੱਲ ਤੁਹਾਨੂੰ ਮੈਂ ਦੱਸਦਾ ਜੀ, ਮੈਨੂੰ ਹਰ ਸਾਲ ਇਹਨਾਂ ਤੋਂ ਪੂਰਾ ਸਾਲ ਗੁੜ ਮਿਲਦਾ ਰਹਿੰਦਾ, ਪੂਰਾ ਸਾਲ। ਅੱਛਾ। ਹਾਂਜੀ, ਮੈਂ ਦਸੰਬਰ ਤੱਕ ਵੀ ਲੈ ਜਾਂਦਾ। ਕੀ ਹੋਇਆ, ਇੱਕ ਮਹੀਨਾ ਪਹਿਲਾਂ ਮੈਂ ਗੁੜ ਲੈਣ ਆਇਆ, ਮੈਂ ਕਿਹਾ ਬਾਈ ਜੀ ਗੁੜ, ਤੇ ਗੁੜ ਹੁਣ ਖਤਮ ਹੋ ਗਿਆ, ਇਸ ਮਹੀਨੇ ਹੀ ਖਤਮ ਹੋ ਗਿਆ। ਹਾਲੇ ਮਾਘ ਫਗਣ ਚ ਗੁੜ ਬਣਿਆ ਤੇ ਇਸ ਮਹੀਨੇ ਦਾ ਗੁੜ ਖਤਮ ਹੈ। ਕਿਉਂ? ਪੂਰੇ ਪੰਜਾਬ ਨੂੰ ਪਤਾ ਲੱਗ ਗਿਆ, ਸਮਾਨ ਸਾਰਾ ਜ਼ਿਆਦਾ ਵਿਕਣ ਲੱਗ ਗਿਆ। ਮੈਨੂੰ ਇੱਥੇ ਬੈਠੇ ਹੋਏ ਨੂੰ ਗੁੜ ਨਹੀਂ ਮਿਲਿਆ। ਮੈਂ ਕੁਝ ਤੇ ਵੀ ਕਿੱਥੇ ਆਉਂਦੇ ਪੋ ਮੰਗ ਤੱਕ ਗੁੜ ਪਿਆ ਕੁਝ ਵੀ ਯਾਨੀ ਜੇ ਆਪਾਂ ਇਹ ਕਹਿ ਦਈਏ ਵੀ ਜੇ ਆਪਾਂ ਜੈਵਿਕ ਖੇਤੀ ਕਰਦੇ ਆ ਤਾਂ ਆਪੇ ਲੋਕ ਆਪਣਾ ਘਰਾਂ ਤੱਕ ਪਹੁੰਚ ਕਰਨਗੇ। ਬਿਲਕੁਲ ਬਿਲਕੁਲ। ਤੁਹਾਡੀ ਅਸਲ 'ਚ ਨਾ ਸਾਨੂੰ ਕੁਦਰਤੀ ਖੇਤੀ ਦੇ ਵਿੱਚ ਵੀ ਥੋੜੀ ਜੀ ਸਮਝ ਲੇਟ ਬਣੀ। ਸਾਡਾ ਕਿਸਾਨ ਜਿਹੜਾ ਕਰਦਾ ਨਾ, ਉਹ ਗਲਤੀ ਕੀ ਕਰ ਜਾਂਦਾ ਕਿ ਮੰਨ ਲਓ ਕਿਸੇ ਬੰਦੇ ਨੇ 2 ਏਕੜ 'ਚ ਕੁਦਰਤੀ ਖੇਤੀ ਸ਼ੁਰੂ ਕਰ ਲਈ, ਉਹਨੇ 2 ਏਕੜ ਸਬਜ਼ੀਆਂ ਲਾ ਲਈਆਂ। ਹੁਣ 2 ਏਕੜ ਦੀਆਂ ਸਬਜ਼ੀਆਂ ਵਾਸਤੇ ਉਹਨੂੰ ਕਿੰਨੇ ਪਰਿਵਾਰ ਚਾਹੀਦੇ ਆ? ਘੱਟ ਤੋਂ ਘੱਟ 40 ਪਰਿਵਾਰ ਚਾਹੀਦੇ ਆ। ਹੁਣ 40 ਪਰਿਵਾਰ ਮਿਲਦੇ ਨਹੀਂ ਤਾਂ ਉਹ ਵਿਚਾਰਾ ਫੇਲ ਹੋ ਜਾਂਦਾ, ਕਹਿੰਦਾ ਜੀ ਘਾਟਾ ਪੈ ਗਿਆ, ਕੋਈ ਨਹੀਂ ਨਿਕਲਿਆ। ਅਸਲ ਦੇ ਵਿੱਚ ਕੁਦਰਤੀ ਖੇਤੀ ਹੈਗੀ ਆ ਬਹੁ ਫਸਲੀ ਪ੍ਰਣਾਲੀ। ਤਾਂ ਉਹ ਦੇਖੇ ਕਿ ਮੈਂ 2 ਏਕੜ ਦੇ ਵਿੱਚ ਖੇਤੀ ਕਰਨੀ ਹੈ ਕੁਦਰਤੀ, ਮੈਂ 2 ਏਕੜ ਦੇ ਵਿੱਚ 4 ਫੈਮਲੀਆਂ ਸਿਲੈਕਟ ਕਰਨੀਆਂ, 4 ਫੈਮਲੀਆਂ ਨੂੰ ਜੋ ਕੁਝ ਚਾਹੀਦਾ ਮੈਂ ਸਾਰਾ ਦੇਵਾਂਗਾ। ਉਹਨੂੰ ਮੈਂ ਬਲੈਕ ਚਨਾ ਵੀ ਦੇਵਾਂਗਾ, ਉਹਨੂੰ ਮੈਂ ਮੂੰਗੀ ਦੀ ਦਾਲ ਵੀ ਦੇਵਾਂਗਾ, ਸਾਰਾ ਕੁਝ ਦੇਵਾਂਗਾ। ਨਾ ਕਿ ਇੱਕ ਚੀਜ਼ ਲਾਵੇ। ਮੈਂ ਇਸੇ ਕਰਕੇ ਮੇਰੇ ਖੇਤ ਦੇ ਵਿੱਚ ਕਿੰਨਾ ਕੁਝ ਹੈ, ਸਾਰੀਆਂ ਚੀਜ਼ਾਂ। ਮੈਨੂੰ ਪਰਿਵਾਰ ਬਹੁਤ ਸੀਮਤ ਚਾਹੀਦੇ। ਮੈਂ ਤਾਂ 20 ਏਕੜ ਦੇ ਵਿੱਚੋਂ 40 ਫੈਮਲੀਆਂ ਨੂੰ ਵੀ ਸਮਾਨ ਪੂਰਾ ਨਹੀਂ ਕਰ ਸਕਦਾ। ਤੇ ਜੇ ਮੈਂ ਇੱਥੇ 20 ਏਕੜ ਦੇ ਵਿੱਚ ਸਬਜ਼ੀਆਂ ਲਾ ਲਾਂ, ਮੈਨੂੰ ਤਾਂ 2000 ਪਰਿਵਾਰ ਚਾਹੀਦਾ। ਮੈਂ ਕਿੱਥੋਂ ਲਿਆਉਂਗਾ 2000 ਪਰਿਵਾਰ? ਤਾਂ ਜਿੰਨੀ ਵਿਲੱਖਣਤਾ, ਬਾਇਓਡਾਇਵਰਸਿਟੀ, ਜਿੰਨੀ ਜ਼ਿਆਦਾ ਤਰ੍ਹਾਂ ਦੀਆਂ ਫਸਲਾਂ, ਉਹਨੇ ਤੁਸੀਂ ਸੌਖੇ। ਹੁਣ ਤੁਹਾਡੇ ਕੋਲ ਬਾਈ ਕਿਹੜੀਆਂ ਫਸਲਾਂ? ਮੱਕੀ ਹੋ ਗਈ। ਹਾਂ, ਮੇਰੀਆਂ ਮੈਂ ਦੱਸਦਾ, ਮੇਰੀ ਸੌਣੀ ਦੀ ਫਸਲ ਜਿਹੜੀ ਮੁੱਖ ਹੈਗੀ ਆ ਉਹ ਹੈਗੀ ਤਿਲ। ਤਿਲ? ਹਾਂ, ਤਿਲ ਮੇਰੀ ਤੇਲ ਬੀਜ ਹੈਗੀ ਹੈ। ਉਹਦਾ ਮੈਨੂੰ ਇਹ ਫਾਇਦਾ ਹੈਗਾ ਕਿ ਮੈਂ ਤੇਲ ਸੇਲ ਕਰਦਾ ਇੱਥੋਂ। ਸਰੋਂ ਦੀ ਖਲ ਸਾਰੀ ਵਾਪਸ ਮੈਂ ਖੇਤ 'ਚ ਪਾ ਦਿੰਦਾ, ਮੇਰਾ ਖੇਤ ਤਕੜਾ ਹੁੰਦਾ। ਹਾੜੀ ਦੀ ਮੇਰੀ ਫਸਲ ਮੁੱਖ ਹੈਗੀ ਆ ਸਰੋਂ, ਉਹਦੇ ਵਿੱਚ ਮੈਂ ਤੇਲ ਬੀਜਦਾ ਤੇ ਮੈਂ ਸਰੋਂ ਦੀ ਖਲ ਵਾਪਸ ਫਿਰ ਖੇਤ ਨੂੰ ਪਾ ਦਿੰਦਾ, ਮੇਰਾ ਖੇਤ ਤਕੜਾ ਹੁੰਦਾ। ਦੂਜੇ ਨੰਬਰ ਤੇ ਮੇਰੀਆਂ ਜਿਵੇਂ ਲੰਬੀਆਂ 8 ਲਾਈਨਾਂ ਹੈਗੀਆਂ, 8 ਲਾਈਨਾਂ ਦੇ ਵਿੱਚੋਂ 4 ਲਾਈਨਾਂ ਦੇ ਵਿੱਚ ਮੇਰੇ ਕੋਲੇ ਤਿਲ ਹੈ, ਇੱਕ ਲਾਈਨ ਦੇ ਵਿੱਚ ਮੇਰੇ ਕੋਲੇ ਮੱਕੀ ਹੈ, ਉਹ ਮੇਰਾ ਆਟਾ ਇੱਥੋਂ ਸੇਲ ਹੋ ਜਾਂਦਾ। ਇੱਕ ਲਾਈਨ ਦੇ ਵਿੱਚ ਮੇਰੇ ਕੋਲੇ ਬਾਜਰੀ ਹੈ, ਬਾਜਰੀ ਦਾ ਆਟਾ ਇੱਥੋਂ ਸੇਲ ਹੁੰਦਾ। ਇੱਕ ਲਾਈਨ ਦੇ ਵਿੱਚ ਰਾਗੀ ਹੈ, ਰਾਗੀ ਦਾ ਆਟਾ ਵੀ ਮੇਰਾ ਇੱਥੋਂ ਹੀ ਸੇਲ ਹੁੰਦਾ। ਇੱਕ ਲਾਈਨ ਦੇ ਵਿੱਚ ਮੇਰੇ ਕੋਲੇ ਰਾਈਸ ਹੈ, 1121 ਬਾਸਮਤੀ ਹੈ, ਉਹ ਮੇਰੇ ਚਾਵਲ ਇੱਥੋਂ ਸੇਲ ਹੋ ਜਾਂਦੇ ਆ। ਤਾਂ ਇੱਕ ਤਾਂ ਮੇਰੀ ਇੱਥੇ ਚਾਲ ਮੇਰੀ ਹੱਟ ਦੀ ਬਹੁਤ ਵਧੀਆ ਬਣੀ ਜਾਂਦੀ ਹੈ, ਸਾਰਾ ਸਮਾਨ ਮੇਰਾ ਇੱਥੋਂ ਹੱਟ ਤੋਂ ਸੇਲ ਹੋ ਗਿਆ। ਤੁਸੀਂ ਫਿਰ ਬਾਈ ਜਿਹੜੇ ਲੋਕ ਆਉਂਦੇ ਨੇ, ਮੰਨ ਲਓ ਯਾਰ ਪਾਣੀ ਦਾ ਗਲਾਸ ਮੰਨ ਲਓ ਕਿਸੇ ਨੇ ਬਾਜ਼ਾਰ ਦੇ ਵਿੱਚੋਂ ਮੱਕੀ ਖਰੀਦਣੀ ਆ ਤੇ ਮੱਕੀ ਦਾ 600 ਰੁਪਏ ਨੂੰ ਕੁਆਂਟਲ ਲਿਆ ਆਉਂਦਾ, ਤੁਸੀਂ ਫਿਰ ਮੱਕੀ ਕੀ ਰੇਟ ਦਿੰਦੇ ਹੋ? ਸਾਡਾ ਜਿਹੜਾ ਉਹਦਾ ਰੇਟ ਹੈਗਾ ਉਹ ਅਪਰੋਕਸੀਮੇਟਲੀ ਡਬਲ ਨਹੀਂ ਹੈਗਾ, ਡਬਲ ਤੋਂ ਘੱਟ ਹੈਗਾ, ਡੇਢੇ ਦੇ ਅਪਰੋਕਸੀਮੇਟਲੀ ਮੋਟਾ ਜਿਹਾ। ਪਰ ਉਹਨੂੰ ਵੀ ਲੋਕ ਹੱਸ ਕੇ ਲੈਂਦੇ ਆ। ਹੱਸ ਕੇ ਲੈਂਦੇ। ਅਸੀਂ ਉਹਨੂੰ ਰੋਕਦੇ ਆ। ਜੇ ਮੇਰੇ ਕੋਲੇ ਕੋਈ ਬੰਦਾ ਇੱਥੇ ਆਇਆ, ਉਹਨੇ ਮੈਨੂੰ ਆ ਕੇ ਕਿਹਾ ਕਿ ਮੈਂ ਜੀ ਵੇਸਣ ਲੈ ਕੇ ਜਾਣਾ 5 ਕਿਲੋ, ਮੈਂ ਉਹਨੂੰ ਕਹੂੰਗਾ 5 ਕਿਲੋ ਸੱਜਣਾ ਤੂੰ ਨਾ ਲੈ ਕੇ ਜਾ, ਤੂੰ ਮੇਰੇ ਤੋਂ ਪਾਈਆ ਲੈ ਜਾ ਜਾਂ ਅੱਧਾ ਕਿਲੋ ਵੇਸਣ ਲੈ ਜਾ। ਮੇਰਾ ਵੇਸਣ ਹੈ 140 ਰੁਪਏ, ਤੈਨੂੰ ਮਾਰਕੀਟ ਚੋਂ ਮਿਲਣਾ 70 ਰੁਪਏ। ਤੂੰ ਐਂ ਕਰ, ਮੈਥੋਂ ਅੱਧਾ ਕਿਲੋ ਲੈ ਜਾ, ਅੱਧਾ ਕਿਲੋ ਲੈ ਜਾ ਮਾਰਕੀਟ ਚੋਂ। ਦੋਨਾਂ ਦੀ ਬਣਾ ਕੇ ਕੜੀ ਬਣਾ ਲਈ। ਕੜੀ ਬਣਾ ਕੇ ਜੇ ਤੈਨੂੰ ਪਸੰਦ ਆ ਗਿਆ ਤਾਂ ਆ ਜੀ, ਨਹੀਂ ਤਾਂ ਨਾ ਆਈ। ਬੋਲਣਾ ਹੈ ਕੁਆਲਿਟੀ ਨੇ। ਤਾਂ ਹੁਣ ਜਿਹੜਾ ਮਾਰਕੀਟ ਚੋਂ ਆਹ ਬਾਈ ਜਿਹੜਾ ਬਿਨਾਂ ਰੇ ਸਪਰੇ ਤੋਂ, ਹੁਣ ਆਪਾਂ ਬਾਈ ਦੇਖੋ ਆਪਾਂ ਛੱਲੀ ਭੁੰਨ ਲੈਂਦੇ ਆ, ਭੋਰਾ ਹੀ ਸਵਾਦ ਨਹੀਂ ਛੱਲੀ 'ਚ। ਆਪਾਂ ਬਾਜ਼ਾਰ 'ਚ ਲੈ ਕੇ ਖਾ ਲਓ ਕਿਸੇ ਰੇੜੀ ਤੋਂ, ਜਮੇ ਸਵਾਦ ਨਹੀਂ ਛੱਲੀ। ਤੇ ਅੱਗੇ ਇੰਨੀ ਮਠਾਸ ਸੀ ਆਪਣੀਆਂ ਦੇਸੀ ਛੱਲੀਆਂ ਦੇ ਵਿੱਚ, ਹੁਣ ਉਹੀ ਫਿਰ ਮਠਾਸ ਬਾਈ ਤੁਹਾਡੀਆਂ ਛੱਲੀਆਂ 'ਚ ਮਿਲਦੀ ਹੈ। ਬਿਲਕੁਲ। ਅਸੀਂ ਸੋਇਲ ਨੂੰ ਕੰਮ ਕੀਤਾ, ਸਾਰਾ ਮਿੱਟੀ ਤੇ ਕੰਮ ਕੀਤਾ। ਤੇ ਬੀਜ ਦੇਸੀ ਆ ਜੇ ਤਾਂ ਮਿੱਟੀ ਨੂੰ ਤਕੜਾ ਕਰੋ। ਹੁਣ ਇੱਕ ਪੌਦੇ ਨੇ ਆਪਣੇ ਆਪ ਉਗਣਾ, ਆਪਣੇ ਆਪ ਸਾਰੀ ਖੁਰਾਕ ਬਣਾਉਣੀ ਹੈ। ਇੱਕ ਉਹਨੂੰ ਖੁਰਾਕ ਬਾਹਰ ਤੋਂ ਦੇਣੀ ਹੈ, ਇੰਨੀ ਕਿ ਜ਼ਿੰਕ ਪਾ ਦਿਓ, ਇੰਨੀ DAP ਪਾ ਦਿਓ, ਆਹ ਪਾ ਦਿਓ। ਹੁਣ ਅਸੀਂ ਕੌਣ ਹੈ ਡਿਸਾਈਡ ਕਰਨਾ? ਕੁਦਰਤੀ ਸਵਾਦ ਹੈ ਗਿਆ ਨਾ ਬਾਈ, ਕੁਦਰਤ ਨੇ ਜੋ ਚਾਹੀਦਾ, ਕੁਦਰਤ ਨੇ ਆਪਣੇ ਆਪ ਡਿਸਾਈਡ ਕਰਨਾ। ਤਾਂ ਇੱਕ ਜੋ ਕੁਦਰਤ ਸਵਾਦ ਭਰ ਰਹੀ ਉਹ ਸਵਾਦ ਹੈ, ਆਪਾਂ ਉਹ ਸਾਰਾ ਬਣਾਉਟੀ ਕਰ ਦਿੰਦੇ। ਧਰਤੀ ਦੇ ਵਿੱਚ ਬੜੇ ਸਵਾਦ, ਬਹੁਤ ਸਵਾਦ। ਦੇਖੋ ਉਸੇ ਧਰਤੀ ਦੇ ਵਿੱਚ ਬਾਈ
ਕਿੰਨੂਆਂ ਦਾ ਬੂਟਾ ਖੜਾ ਹੈ, ਉਸੇ ਨਾਲ ਹੀ ਅਮਰੂਦ ਖੜਾ ਹੈ, ਉੱਥੇ ਹੀ ਜਾਮਣ ਖੜੀ ਹੈ ਹਨਾ, ਉੱਥੇ ਹੀ ਤੂਤ ਖੜਾ ਹੈ। ਧਰਤੀ ਤਾਂ ਉਹੀ ਹੈ, ਉਹੀ ਤੇ ਸਵਾਦ ਪਰ ਉਹਨਾਂ 'ਚ ਅਲੱਗ-ਅਲੱਗ ਸਵਾਦ ਭਰ ਰਹੀ। ਇੱਕ ਤੁਹਾਨੂੰ ਅਸੀਂ ਉੱਥੇ ਸਾਡੇ ਕੋਲ ਪੌਦਾ ਲੱਗਿਆ ਹੋਇਆ, ਉਹਦਾ ਪੱਤਾ ਤੋੜ ਕੇ ਤੁਸੀਂ ਖਾਓਗੇ ਨਾ, ਲੌਂਗ, ਇਲਾਇਚੀ ਤੇ ਦਾਲਚੀਨੀ ਦੀ ਉਹਦਾ ਟੇਸਟ ਤੁਹਾਨੂੰ ਆਊਗਾ। ਤੁਸੀਂ ਚਾਹ ਬਣਾਉਣੀ ਹੈ ਤੇ ਚਾਹ ਦੇ ਵਿੱਚ ਉਹ ਪਾ ਦਿਓ, ਤਾਂ ਤੁਹਾਨੂੰ ਉਹ ਪਾਉਣ ਦੀ ਲੋੜ ਨਹੀਂ ਹੈ। ਹੋਰ ਦੱਸਿਓ ਬਾਈ ਕਿਹੜਾ ਲੋਕਾਂ ਨੂੰ ਉਹ ਵੀ ਦਿੰਦੇ ਆ। ਹਾਂ, ਉਹ ਆਲ ਸਪਾਈਸਿਸ ਬੋਲਦੇ ਉਹਨੂੰ, ਆਲ ਸਪਾਈਸਿਸ। ਤੇ ਉਹਦੇ ਜਾਮਣ ਵਰਗੇ ਪੱਤੇ ਆ ਜਮਾਂ। ਅੱਛਾ, ਹਾਂ, ਜਾਮਣ ਵਰਗੇ ਪੱਤੇ ਹੈਗੇ ਆ, ਤੇ ਉਹ ਆਲ ਸਪਾਈਸਿਸ ਦਾ ਪੇਟ ਚੱਕ ਲਈ ਇੱਕ, ਤੇ ਨਾਲੇ ਆਪਣੇ ਚਾਹ ਦਾ ਵੀ ਪ੍ਰਬੰਧ ਕਰ। ਹਾਂ, ਮੂੰਹ ਪਾਲੀਏ ਕਿੰਨਾ ਚਿਰ ਖੁਸ਼ਬੂ ਰਹਿੰਦੀ ਉਹਨੇ। ਆਹ ਦੇਖ ਬਾਈ, ਹਾਂ, ਇਹ ਤਾਂ ਬਹੁਤ ਆਨੰਦ ਹੈ। ਆ ਦੁਬਾਰੇ ਫੇਰ ਦੱਸ ਦਿੰਦੇ ਆ, ਹੱਥ ਮਾਰਿਆ ਮੈਂ ਉਦੋਂ ਦਾ, ਹੱਥ ਨੂੰ ਮੈਂ ਦੇਖਦਾ ਲਾ ਤੇ ਖੁਸ਼ਬੂ ਉਵੇਂ ਹੀ ਆ। ਹਾਂ, ਪਤਾ ਨਹੀਂ ਕੁਦਰਤ ਨੇ ਕਿਹੜੇ ਪਰਫਿਊਮ ਪਰਫਾਮ ਤੇ ਕੀ ਕੁਛ ਭਰਿਆ। ਤੇ ਇੱਕ ਹੋਰ ਦੇਖੋ, ਇਹਦੇ ਚ ਮੈਂ ਮੱਖੀਆਂ ਫਿਰਦੀਆਂ ਮਖਿਆਲ ਦੀਆਂ, ਪੂਰੀਆਂ ਵੱਡੀਆਂ ਵੀ ਬੜੇ ਤਰ੍ਹਾਂ ਦੀਆਂ। ਹੁਣ ਤਾਂ ਥੋੜਾ ਲੇਟ ਹੋ ਗਿਆ, ਸੂਰਜ ਛਿਪ ਚੱਲਿਆ, ਨਹੀਂ ਤਾਂ ਇੰਨੇ ਕਿਸਮ ਦੀ ਮੱਖੀ ਇੱਥੇ ਆਉਂਦੀ ਹੈ, ਇਹ ਲੰਘਣ ਨਹੀਂ ਦਿੰਦੀਆਂ ਇੱਥੋਂ ਦੀ। ਉਹ ਅਸੀਂ ਜਿਹੜਾ ਇਹ ਮੱਖੀਆਂ ਨੇ ਮਖਿਆਲ ਸ਼ਹਿਦ ਬਣਦਾ, ਤੇ ਉਹ ਜਦੋਂ ਅਸੀਂ ਉਹ ਸ਼ਹਿਦ ਚੋ ਕੇ ਮੰਨ ਲਓ ਬਾਈ ਖਾਣਾ ਹੈ, ਤੇ ਪਤਾ ਨਹੀਂ ਕੀ ਉਹਨਾਂ ਚ ਭਰਿਆ ਹੋਣਾ। ਹੁਣ ਉਹੀ ਗੱਲ ਆ ਜਾਂਦੀ, ਮੰਨ ਲਓ ਬਾਈ ਇਹੀ ਮੱਖੀ ਹੈ ਜਿਹੜੀ ਕਿਸੇ ਜ਼ਹਿਰੀਲੇ ਫਲ ਦੇ ਉੱਤੋਂ ਕੋਈ ਲੈ ਕੇ ਆਉਂਦੀ ਹੈ ਰਸ, ਤਾਂ ਮਖਿਆਲ ਵੀ ਜ਼ਹਿਰੀਲਾ ਹੁੰਦਾ। ਬਿਲਕੁਲ ਵੀਰ ਜੀ। ਇਹਦੇ ਨਾਲ ਮੈਂ ਇੱਕ ਗੱਲ ਤੁਹਾਨੂੰ ਹੋਰ ਐਡ ਕਰੂੰਗਾ। ਜਦੋਂ ਬੀਟੀ ਕਾਟਨ ਆਉਣ ਤੋਂ ਪਹਿਲਾਂ ਜਿਹੜੇ ਮੱਖੀਆਂ ਦਾ ਕੰਮ ਕਰਦੇ ਆ ਲੋਕ, ਜਿਹੜੇ ਬਕਸੇ ਇੱਕ ਦੂਜੇ ਥਾਂ ਤੋਂ ਸ਼ਿਫਟ ਕਰਦੇ ਆ, ਉਹ ਕਹਿੰਦੇ ਆ ਕਿ ਜਦੋਂ ਅਸੀਂ ਆਪਣੇ ਬਕਸੇ ਨਰਮਾ ਬੈਲਟ 'ਚ ਲੈ ਕੇ ਜਾ ਵੜਦੇ ਸੀ ਨਾ, ਤਾਂ ਸਾਡੀਆਂ ਮੱਖੀਆਂ ਡਬਲ ਹੋ ਜਾਂਦੀਆਂ ਸੀ, ਉਹਨਾਂ ਦੀ ਗਿਣਤੀ ਵੱਧ ਜਾਂਦੀ ਸੀ। ਤਾਂ ਪਰ ਜਦੋਂ ਬੀਟੀ ਕਾਟਨ ਆ ਗਿਆ, ਹੁਣ ਜਦੋਂ ਅਸੀਂ ਮੱਖੀਆਂ ਵਾਲੇ ਬਕਸੇ ਨਰਮਾ ਬੈਲਟ ਜੇ ਲੈ ਜਾਈਏ ਤਾਂ ਸਾਡੀਆਂ ਮੱਖੀਆਂ ਮਰ ਜਾਂਦੀਆਂ। ਉਹ ਜੀਐਮ ਜਿਹੜੀ ਹੈਗੀ ਹੈ, ਉਹ ਕਾਟਨ ਹੈ, ਉਹ ਜ਼ਹਿਰੀਲੀ ਹੈ। ਤਾਂ ਆਂਧਰਾ ਪ੍ਰਦੇਸ਼ ਦੇ ਵਿੱਚ ਭੇਡਾਂ ਮਰ ਗਈਆਂ ਸੀਗੀਆਂ, ਇਹਨਾਂ ਨੇ ਇਹ ਜਿਹੜੀਆਂ ਸੀਗੀਆਂ ਇਹਦੇ ਵੜੇਵੇਂ ਖਾ ਲਏ ਕਾਟਨ ਦੇ। ਤਾਂ ਇਹ ਜਿਹੜੇ ਜੀਐਮ ਹੈਗਾ ਤਾਂ ਨਿਰੀ ਜ਼ਹਿਰ ਹੈ, ਪਰ ਲਿਆ ਰਹੇ ਇਹ ਬਾਜ਼ਾਰਵਾਦ ਲਿਆ ਕੇ ਆਊਗਾ। ਸਾਡੇ ਲੋਕਾਂ ਨੂੰ ਲਾਲਚ ਨੇ ਮਾਰਿਆ। ਲਾਲਚ ਨੇ ਮਾਰੇ ਬਈ, ਲਾਲਚ ਅਸੀਂ ਦੇਖਦੇ ਗਏ ਵੱਡੀ ਸਾਰੀ ਕੋਠੀ, ਵੱਡੀ ਸਾਰੀ ਗੱਡੀ, ਪਰ ਸਾਡੀ ਸਿਹਤ ਵੱਡੀ ਨਹੀਂ ਹੋਈ। ਸਿਹਤ ਨਹੀਂ ਵੱਡੀ, ਬਿਲਕੁਲ ਸਿਹਤ ਘਟੀ। ਹੁਣ ਆਪਣਾ ਬਾਈ ਦੇਖਦੇ ਆ, ਐਡੇ ਕੂੰ ਆ, ਐਡੇ ਮੁੰਡੇ, ਐਡੀਆਂ ਕੁੜੀਆਂ ਰਹਿ ਗਈਆਂ ਹਨਾ, ਐਡੇ ਲੱਕ ਨੇ ਸਾਡਾ ਅੱਗੇ ਐਡੇ ਪਏ ਹੁੰਦੇ ਕਿਤੇ ਸਾਡੇ ਸ਼ਿਫਟ ਜਵਾਨ। ਹਾਂ, ਸਾਨੂੰ ਅੱਜ ਅਮੀਰੀ ਦੀ ਪਰਿਭਾਸ਼ਾ ਵੀ ਦੇਖਣੀ ਪੈਣੀ। ਅਮੀਰ ਕੌਣ ਹੈ? ਜਿਹੜਾ ਮਿੱਠੀ ਚਾਹ ਪੀ ਸਕਦਾ, ਉਹ ਅਮੀਰ ਹੀ ਹੈ। ਹਾਂ, ਬਿਲਕੁਲ। ਲੋਕਾਂ ਕੋਲ ਚਾਹ ਮਿੱਠੀ ਪੀਤੀ ਨਹੀਂ ਜਾਂਦੀ, ਕੀ ਕਰਨਾ ਇਹੋ ਜਿਹੀਆਂ ਕੋਠੀਆਂ ਵੱਡੀਆਂ ਗੱਡੀਆਂ ਨੂੰ, ਹੈ ਲੱਪ ਗੋਲੀਆਂ ਦਾ ਖਾਂਦੇ ਹੈਗੇ ਆ। ਨੀਂਦ ਨਹੀਂ ਆਉਂਦੀ। ਵਾਕਈ ਇਹ ਪੌਦਾ ਜੀ ਉਰੇ ਲਿਆਓਗੇ। ਅੱਛਾ, ਇਹ ਪੌਦਾ ਇਹ ਚੱਕ ਕੇ ਵੇਖੋ ਬਈ, ਕਿਹੜਾ ਪੱਤਾ ਤੋੜ ਕੇ ਖਾਓ। ਆਹ ਸੋਦਾ ਜੀ, ਹਾਂ, ਕੀ ਬਾਤ। ਬਹੁਤ ਤਰ੍ਹਾਂ ਦੇ ਇੱਕੋ ਪੱਤੇ ਜੋ ਸਵਾਦ ਆਉਣਗੇ। ਜਿੰਨੀਆਂ ਖੁਸ਼ਬੂ ਚੀਜ਼ਾਂ ਆਪਾਂ ਚਾਹ ਪਾਉਂਦੇ ਬਾਈ ਤੁਸੀਂ ਦੇਖੋ, ਅੱਜ ਕੱਲ੍ਹ ਸਾਰਾ ਉਹ ਆਪਾਂ ਸਿਹਤ ਵਾਲੀ ਗੱਲ ਕਰਦੇ ਆ। ਪੁਰਾਣੀ ਤੁਸੀਂ ਬਜ਼ੁਰਗਾਂ ਦੀ ਗੱਲ ਕੀਤੀ ਕਿ ਸਾਡੇ ਦਾਦੇ ਦੀ 101 ਸਾਲ ਉਮਰ ਸੀ ਹਨਾ। ਮੇਰਾ ਦਾਦਾ ਵੀ ਨਾ, ਮੇਰੇ ਦਾਦੇ ਦਾ ਭਰਾ ਸੀ, ਤੇ ਐਡੇ ਪੱਟ ਸੀ ਬੰਦੇ ਦੇ। ਉਹ ਪੁਰਾਣੇ ਬਜ਼ੁਰਗ ਦੱਸਦੇ ਆ, ਕਹਿੰਦੇ ਉੱਠਦਾ ਲੱਦਾ ਖੇਤੋਂ ਘਰੇ ਚੱਕ ਲਿਆ ਸੀ। ਕਿੰਨਾ ਭਾਰ ਉੱਠ ਚੱਕਦਾ, ਕਿੰਨਾ ਚੁੱਕਦਾ ਤੇ ਇੱਕ ਬੰਦਾ ਚੱਕ ਲੈਂਦਾ। ਹੁਣ ਕਦੋਂ ਮਨ ਭਾਰ ਨਹੀਂ ਚੱਕੀਦਾ, ਹੈ ਧੌਲੀ ਨਾਲ ਚੜ ਜੂ। ਬਿਲਕੁਲ, ਸਾਡੀਆਂ ਸਿਹਤਾਂ ਬਿਲਕੁਲ। ਇਹ ਬਈ ਜੀ ਸਾਡੀ ਸਰੀਰ ਤੰਦਰੁਸਤ ਹੈ ਤਾਂ ਹੀ ਬੰਦਾ, ਉਹ ਕਹਿੰਦੇ ਤੰਦਰੁਸਤ ਸਰੀਰ ਦੇ ਵਿੱਚ ਤੰਦਰੁਸਤ ਦਿਮਾਗ ਬਸਦਾ। ਜੇ ਬੰਦਾ ਖੁਸ਼ ਆ ਫਿਰ ਉਹਨੂੰ ਆਲੇ ਦੁਆਲਾ ਚੰਗਾ ਲੱਗਦਾ ਹੈਨਾ। ਜੇ ਬੰਦੇ ਦੇ ਅੰਦਰੋਂ ਰੂਹ ਹੀ ਨਹੀਂ ਖੁਸ਼, ਖੁਸ਼ ਅਸੀਂ ਕੀ ਹੋਣੇ, ਖਾਈ ਤਾਂ ਜ਼ਹਿਰਾਂ ਜਾਂਦੇ, ਤੁਸੀਂ ਹੋਰ ਦੇਖੋ ਬਈ, ਆਪਾਂ ਇੱਕ ਬੰਦਾ ਏਸੀ ਲੱਗੇ ਆ ਲੋਕਾਂ ਦੇ ਘਰੇ, ਉੱਥੇ ਪੈਂਦੇ ਆ। ਕਿੰਨੇ ਕ ਬੰਦੇ ਜਿਹੜੇ ਤਾਂ ਛੱਤਾਂ ਤੇ ਪੈਂਦੇ ਆ। ਬਿਲਕੁਲ ਹੈ ਲੱਗਿਆ ਵਾ ਛੱਤਾਂ ਤੇ ਪੈਂਦੇ, ਬੰਦਾ ਤਾਰਿਆਂ ਨਾਲ ਹੀ, ਬੰਦਾ ਕੁਦਰਤ ਨਾਲ ਉਵੇਂ ਵੀ ਜੁੜਦਾ। ਅਸੀਂ ਹਰ ਪੱਖ ਤੋਂ ਟੁੱਟ ਗਏ। ਸਾਡਾ ਪਰਿਵਾਰ ਪੈ ਰਿਹਾ ਬਾਈ ਜੀ, ਇਕੱਲੀ ਖੇਤੀ ਤੋਂ ਨਹੀਂ, ਅਸੀਂ ਸਾਰੇ ਪੱਖਾਂ ਤੋਂ ਟੁੱਟ ਗਏ। ਅਸੀਂ ਮੱਛਰਦਾਨੀ ਦੇ ਪੱਖਾ ਲਾ ਕੇ ਬਾਹਰ ਹੀ ਪਈਦਾ। ਬਹੁਤ ਨੇ ਬਈ, ਬਹੁਤ ਆਨੰਦ ਆਉਂਦਾ। ਮੈਂ ਤਾਂ ਆਪ ਮੈਂ ਕਹਿੰਦਾ ਚੰਦ ਦੀ ਰੋਸ਼ਨੀ ਵੇਖੀ ਤੁਸੀਂ, ਲਾਈਟਾਂ ਭਜਾਈਦੇ ਨਾਲੇ ਬੰਦਾ ਤੜਕੇ ਐ ਉੱਠਦਾ ਫਰੈਸ਼ ਪੂਰੇ। ਹਾਂ, ਸੋ ਮੈਂ ਪੰਜਾਬ ਵਾਸੀਓ, ਮੈਂ ਬਾਈ ਕਮਲਜੀਤ ਦੇ ਨਾਲ ਗੱਲ ਕਰਦਾ ਸੀ, ਤੇ ਆਪਣਾ ਬਾਈ, ਇਹ ਬਾਈ ਨੇ ਦਾੜੀ ਰੱਖ ਲਈ, ਮੇਰਾ ਪੁਰਾਣਾ ਸਾਥੀ ਹੈ ਦਵਿੰਦਰ ਸੰਧੂ। ਬਾਈ ਦਾ ਖੇੜੀ ਕਿਹੜਾ ਬਾਈ? ਹੱਡੀ ਵਾਲਾ ਪਿੰਡ ਆ ਬਾਈ ਦਾ। ਇਹ ਬਾਈ ਇਹ ਬੜਾ ਕੁਦਰਤ ਦਾ ਪ੍ਰੇਮੀ ਹੈ। ਬਾਈ ਨਾਲ ਮੇਰਾ 10-15 ਸਾਲ ਦਾ ਵਾ, ਅੱਜ ਆ ਕੇ ਮਿਲਿਆ ਮੈਂ।
ਤੇ ਮੈਂ ਇਹ ਕਿਉਂ ਮੇਰਾ ਵਾਹ ਪਿਆ, ਕਹਿੰਦੇ ਹੁੰਦੇ ਆ ਨਾ ਜਿੱਥੇ ਕਹਿੰਦੇ ਹੁੰਦੇ ਆ ਬੰਦੇ ਨੂੰ ਚਾਹ ਹੁੰਦੀ ਆ ਰਾਹ ਬਣ ਜਾਂਦੇ ਨੇ, ਬੰਦੇ ਦੀ ਸੋਚ ਵਾਲਾ ਬੰਦਾ ਉੱਥੇ ਲੈ ਜਾ ਵੜਦਾ, ਜਿਹੜੇ ਬੰਦੇ ਨੂੰ ਅਗਲੀ ਸੋਚ ਵਾਲਾ। ਤੇ ਬਾਈ ਬਾਰੇ ਮੈਂ ਸੁਣਿਆ ਸੀ ਕਿ ਇਹ ਪੰਛੀਆਂ ਨੂੰ ਕੁਦਰਤੀ ਤੌਰ ਤੇ ਉੱਤੇ ਬਾਈ ਦੇ ਬਣਾਇਆ ਹੋਇਆ ਘਰੇ ਵੇਲਾਂ ਬੂਲਾਂ ਲਾ ਕੇ ਉਸ ਤਰ੍ਹਾਂ ਦਾ ਮਾਹੌਲ ਸੀ ਬਾਈ ਦੇ ਘਰੇ ਕਿ ਪੰਛੀ ਬਹੁਤ ਜ਼ਿਆਦਾ ਆਉਂਦੇ ਸੀ। ਉਸੇ ਤਰ੍ਹਾਂ ਹੀ ਆ ਰਹੇ। ਹਾਂ ਤਾਂ ਮੈਂ ਸਪੈਸ਼ਲੀ ਬਾਈ ਨੂੰ ਪਿੰਡ ਬੁਲਾਇਆ ਸੀ, ਮੈਂ ਯਾਰ ਬਾਈ ਤੂੰ ਕੀ ਬਣਾਇਆ ਹੋਇਆ ਜੁਗਾੜ ਜਿਹੜਾ ਤੇਰੇ ਕੋਲ ਸਾਰੇ ਪੰਛੀ ਆਉਂਦੇ ਨੇ। ਪਰ ਉਦੋਂ ਬਾਈ ਮੇਰੇ ਕੋਲ ਬੜੀਆਂ ਵੇਲਾਂ ਬੂਲਾਂ ਤੇ ਹੋਰ ਲਵਾ ਕੇ ਆਇਆ ਸੀ। ਸਾਥੀਓ ਆਪਾਂ ਅਖੀਰ ਦੇ ਉੱਤੇ ਗੱਲ ਕਰਦੇ ਹਾਂ ਕਿ ਕਰੋਨਾ ਆਇਆ, ਲੋਕਾਂ ਨੂੰ ਘਰੇ ਰਹਿਣਾ ਪੈ ਗਿਆ, ਲੋਕ ਚਿੰਤਾ ਚ ਤਣਾਅ ਚਲੇ ਗਿਆ। ਅੱਜ ਹਰ ਬੰਦਾ ਤਣਾਅ ਚ ਹੈ, ਚਾਹੇ ਉਹ ਅਰਬਾਂਪਤੀ ਹੈ ਤੇ ਚਾਹੇ ਉਹ ਕਿਵੇਂ ਵੀ ਹੈ। ਤੇ ਇਹ ਹਾਲਾਤ ਕਿਉਂ ਬਣ ਗਏ? ਕਿਉਂਕਿ ਮੈਂ ਬਹੁਤ ਵਾਰੀ ਇਹ ਗੱਲ ਕਰਨਾ, ਕੁਦਰਤ ਨਾਲੋਂ ਟੁੱਟ ਗਏ ਹਾਂ। ਚਾਹੇ ਉਹ ਸਾਡੀ ਖੇਤੀ ਵਾਲੀ ਕੁਦਰਤ ਵਾਲੀ ਗੱਲ ਹੋਵੇ, ਚਾਹੇ ਸਾਡੇ ਪਸ਼ੂ ਪੰਛੀਆਂ ਦੀ ਗੱਲ ਹੋਵੇ, ਹੈ ਨਾ, ਚਾਹੇ ਜਿਵੇਂ ਆਪਾਂ ਗੱਲ ਕੀਤੀ ਕੋਠੇ ਦੇ ਪੈਣ ਦੀ ਗੱਲ ਹੋਵੇ, ਤਾਂ ਸਾਰੀਆਂ ਗੱਲਾਂ 'ਚ ਅਸੀਂ ਟੁੱਟ ਗਏ ਹਾਂ। ਇਸ ਕਰਕੇ ਵੀ ਅਸੀਂ ਜਿਹੜਾ ਅੱਜ ਬੰਦਾ ਹਰ ਤਣਾਅ 'ਚ ਹੈ। ਕਿੰਨੇ ਬੰਦੇ ਤੁਸੀਂ ਕਰੋਨੇ ਦੇ ਵਿੱਚ ਘਰਾਂ 'ਚ ਰਹਿਣ ਕਰਕੇ ਤਣਾਅ 'ਚ ਹੋ ਗਏ, ਬੰਦੇ ਖੁਦਕੁਸ਼ੀਆਂ ਕਰ ਗਏ। ਤੇ ਜੇ ਬੰਦਾ ਤਣਾਅ 'ਚ ਨਹੀਂ ਹੋਊਗਾ ਤਾਂ ਬੰਦਾ ਖੁਦਕੁਸ਼ੀ ਨਹੀਂ ਕਰੂਗਾ। ਸਾਡਾ ਤੁਹਾਡੇ ਨਾਲ ਗੱਲਬਾਤ ਕਰਨ ਦਾ ਮਕਸਦ, ਇੱਥੇ ਆਉਣ ਦਾ ਮਕਸਦ ਬੜੇ ਚਿਰ ਦੀ ਰੀਝ ਸੀ ਕਿ ਬਾਈ ਦਾ ਖੇਤ ਦੇਖ ਕੇ ਆਈਏ, ਕੁਦਰਤੀ ਖੇਤ ਕਿ ਕਿਵੇਂ ਬਾਈ ਖੇਤੀ ਕਰਦਾ ਤੇ ਲੋਕਾਂ ਨੂੰ ਵੀ ਦੱਸਗੇ। ਸੋ ਮੈਂ ਬੇਨਤੀ ਕਰਦਾ ਮੇਰਾ ਵੀਰ, ਇਹਨੂੰ ਵੱਧ ਤੋਂ ਵੱਧ ਸਾਂਝਾ ਕਰਿਓ, ਕਿਉਂਕਿ ਇਹ ਤੁਹਾਡੀਆਂ ਸਿਹਤਾਂ ਨਾਲ, ਤੁਹਾਡੀਆਂ ਜ਼ਿੰਦਗੀਆਂ ਨਾਲ ਜੁੜੀਆਂ ਹੋਈਆਂ ਗੱਲਾਂ ਨੇ। ਤੁਸੀਂ ਕੁਛ ਨਾ ਕੁਛ ਸਿੱਖ ਸਕਦੇ ਹੋ ਉਹਦੇ ਵਿੱਚੋਂ। ਬੜੀਆਂ ਗੱਲਾਂ ਬਾਤਾਂ ਬਾਈ ਨੂੰ ਦੱਸੀਆਂ। ਜੇ ਤੁਸੀਂ ਸਿੱਖਣਾ ਚਾਹੁੰਦੇ ਹੋ, ਹੋਰ ਵੀ ਜ਼ਿਆਦਾ ਜਾਣਨਾ ਚਾਹੁੰਦੇ ਆ, ਤਾਂ ਮੈਂ ਇਹਦੇ ਉੱਪਰ ਬਾਈ ਦਾ ਨੰਬਰ ਵੀ ਦੇਵਾਂਗਾ ਤੇ ਬਾਈ ਦਾ ਮੈਂ ਐਡਰੈਸ ਜਿਹੜਾ ਹੈਗਾ, ਪਤਾ ਹੈਗਾ, ਉਹ ਵੀ ਦੱਸ ਦੇਣਾ ਤੁਹਾਨੂੰ, ਦੁਬਾਰੇ ਵੀ ਦੱਸ ਦੇਣਾ, ਉੱਪਰ ਵੀ ਲਿਖ ਦੂੰਗਾ। ਆਪਣਾ ਰੱਤਾ ਸੋਹਣਗੜ੍ਹ ਰੱਤੇ ਵਾਲਾ ਪਿੰਡ ਹੈ, ਮੁਕਤਸਰ ਤੋਂ 22 ਕਿਲੋਮੀਟਰ ਪੈ ਜਾਣਾ, ਨਹਿਰਾਂ ਟੱਪ ਕੇ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਹੈ। ਤੁਸੀਂ ਆ ਕੇ ਇੱਥੇ ਮਿਲ ਕੇ ਦੇਖ ਵੀ ਸਕਦੇ ਆ। ਕੋਈ ਫਸਲ ਬੀਜਣੀ ਚਾਹੁੰਦੇ ਆ, ਕੋਈ ਸਬਜ਼ੀ, ਕੋਈ ਦਾਲਾਂ ਹੋ ਜਿਹੀਆਂ ਲਾਉਣੀਆਂ ਚਾਹੁੰਦੇ ਆ, ਜਾਂ ਇੱਥੇ ਬਾਈ ਜਿਵੇਂ ਆਹ ਹੁਣ ਨਵੀਆਂ ਗੱਲਾਂ ਸਾਨੂੰ ਪਤਾ ਲੱਗੀਆਂ ਆ ਕੇ, ਕਿੰਨੀਆਂ ਵਧੀਆ ਚੀਜ਼ਾਂ ਇੱਥੇ ਦੇਖਣ ਨੂੰ ਮਿਲੀਆਂ, ਤਾਂ ਤੁਸੀਂ ਆਪਣੇ ਘਰਾਂ 'ਚ ਲਿਜਾ ਕੇ ਲਾ ਸਕਦੇ ਹੋ, ਆਪਣੇ ਖੇਤਾਂ 'ਚ ਲਾ ਸਕਦੇ ਆ। ਸੋ ਇਹੀ ਮੇਰੀ ਦਾ ਅਪੀਲ ਆ ਯਾਰ, ਹੱਥ ਬੰਨ੍ਹ ਕੇ ਕਿ ਕਿੱਡੇ ਸਾਡੇ ਜਵਾਨ, ਕਿੱਡੀਆਂ ਸਾਡੀਆਂ ਮਤਲਬ ਕਿ ਸਿਹਤਾਂ ਹੁੰਦੀਆਂ ਸੀ, ਕਿੱਡੇ ਸਰੀਰ ਹੁੰਦੇ ਸਾਡੇ ਬੰਦਿਆਂ ਦੇ, ਤੇ ਅਸੀਂ ਛੋਟੇ ਰਹਿ ਗਏ ਆ। ਅਸੀਂ ਦੁਬਾਰਾ ਜੋ ਪੰਜਾਬ ਸਿਰਜਣਾ ਚਾਹੁੰਦੇ ਆ ਤਾਂ ਸਾਨੂੰ ਕੁਦਰਤੀ ਖੇਤੀ ਵੱਲ ਮੁੜਨਾ ਪੈਣਾ। ਭਾਈ ਨੇ ਸਾਰੀ ਗੱਲ ਸਾਨੂੰ ਵਿਸਥਾਰ ਨਾਲ ਸਮਝਾਈ ਹੈ ਕਿ ਕਿਵੇਂ ਸਰਕਾਰਾਂ ਨੇ, ਹੁਣ ਆਪਾਂ ਦੇਖ ਹੀ ਰਹੇ ਹਾਂ, ਆਰਡੀਨੈਂਸ ਜਾਰੀ ਹੋ ਗਏ ਨੇ, ਨੋਟੀਫਿਕੇਸ਼ਨ ਹੋ ਗਈਆਂ ਨੇ, ਉਦੋਂ ਬਾਅਦ ਜਿਹੜੀ MSP ਖਤਮ ਹੋ ਜਾਣੀ ਹੈ, ਫਸਲਾਂ ਸਾਡੀਆਂ ਇਹਨਾਂ ਨੇ ਖਰੀਦਣੋਂ ਹਟ ਜਾਣੀਆਂ। ਤੇ ਜੇ ਅਸੀਂ ਕੁਦਰਤੀ ਖੇਤੀ ਵੱਲ ਮੁੜਾਂਗੇ ਤਾਂ ਹੁਣ ਬਾਈ ਦੱਸਦਾ ਵੀ ਇੱਥੇ ਤਹਿਸੀਲਦਾਰ ਵੀ ਅੱਛੇ ਆਉਂਦਾ, ਜੱਜ ਵੀ ਅੱਛੇ ਆਉਂਦਾ, DC ਵੀ ਅੱਛੇ ਆਉਂਦਾ, SSP ਵੀ ਅੱਛੇ ਆਉਂਦਾ, ਮੰਤਰੀ ਵੀ ਆਉਂਦੇ ਨੇ। ਯਾਨੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਜਿਹੜਾ ਜ਼ਹਿਰ ਅਸੀਂ ਮੰਡੀ 'ਚੋਂ ਲੈ ਕੇ ਖਾਵਾਂਗੇ, ਜਾਂ ਸਬਜ਼ੀ ਅਸੀਂ ਮੰਡੀ 'ਚੋਂ ਲੈ ਕੇ ਖਾਵਾਂਗੇ, ਜ਼ਹਿਰ ਆ, ਛੇਤੀ ਮਰਾਂਗੇ। ਇੱਥੋਂ ਜੈਵਿਕ ਬਾਈ ਕੋਲ ਲੈ ਕੇ ਜਾਂਦੇ ਨੇ, ਆਟਾ ਵੀ ਲਿਜਾਂਦੇ ਨੇ, ਦਾਲਾਂ ਵੀ ਲਿਜਾਂਦੇ ਨੇ, ਤੇਲ ਵੀ ਲਿਜਾਂਦੇ ਨੇ। ਉਹਨਾਂ ਨੂੰ ਪਤਾ ਹੈਗਾ ਕਿ ਤੰਦਰੁਸਤੀ ਦਾ ਰਸਤਾ ਜਿਹੜਾ ਹੈਗਾ ਨਾ, ਉਹ ਭੋਜਨ ਨਾਲ ਹੀ ਜਾਂਦਾ ਹੈ, ਇੱਧਰ ਦੀ ਹੋ ਕੇ ਜਾਂਦਾ ਹੈ। ਜੇ ਤੰਦਰੁਸਤ ਰਹਿਣਾ ਤਾਂ ਭੋਜਨ ਤੁਹਾਡਾ ਠੀਕ ਕਰਨਾ ਪੈਣਾ। ਔਰ ਇੱਕ ਹੋਰ ਗੱਲ ਬਾਈ ਜੀ, ਬਹੁਤੀ ਫਸਲ ਤਾਂ ਇਹਨਾਂ ਦੀ ਖੜੀ ਖਲੋਤੀ ਵਿਕ ਜਾਂਦੀ। ਪਹਿਲਾਂ ਹੀ ਬੁੱਕ ਹੁੰਦਾ ਵੀ ਇੰਨੇ ਮਣ ਕਣਕ ਸਾਡੇ ਵਾਸਤੇ ਰੱਖ ਦਿਓ, ਤੇ ਇੰਨਾ ਸਾਡੇ ਵਾਸਤੇ ਤੇਲ ਰੱਖ ਦਿਓ ਜੀ, ਇਹ ਪਹਿਲਾਂ ਹੀ ਬੁੱਕ ਹੁੰਦਾ। ਇਹ ਭੁਲੇਖੇ ਜਿਹਨਾਂ ਰਿਓ ਵੀ ਸਾਡਾ ਜੇ ਅਸੀਂ ਲਾ ਲਿਆ ਕੁਦਰਤੀ ਖੇਤੀ ਸ਼ੁਰੂ ਕਰ ਲਈ, ਨੇ ਖਰੀਦਣੀ, ਲੋਕ ਤੁਹਾਡੇ ਕੋਲ ਆਪ ਆਇਆ ਕਰਨਗੇ। ਦੁਨੀਆ ਬਿਮਾਰ ਹੋਈ ਪਈ ਆ ਸਾਰੀ, ਹਰ ਬੰਦਾ ਬਿਮਾਰ ਆ, ਹਰ ਬੰਦਾ ਚਾਹੁੰਦਾ ਮੈਂ ਕਿਵੇਂ ਨਾ ਕਿਵੇਂ ਠੀਕ ਹੋ ਜਾ। ਦਵਾਈਆਂ ਦਵਾਈਆਂ ਨੇ, ਹਸਪਤਾਲਾਂ ਨੇ ਇਲਾਜ ਨਹੀਂ ਕਰਨੇ ਲੋਕਾਂ ਦੇ, ਇਹ ਕੁਦਰਤੀ ਖੇਤੀ ਨੇ ਲੋਕਾਂ ਨੂੰ ਬਚਾਉਣਾ। ਸੋ ਧੰਨਵਾਦ, ਜ਼ਰੂਰ ਅੱਗੇ ਵੱਧ ਤੋਂ ਵੱਧ ਸਾਂਝਾ ਕਰ ਦਿਓ। ਇਹ 'ਚੋਂ ਕੋਈ ਨਾ ਕੋਈ ਜ਼ਰੂਰ ਮੈਨੂੰ ਲੱਗਦਾ, ਉਮੀਦ ਹੈਗੀ ਕਿ ਬਹੁਤ ਗੱਲਾਂ ਤੁਹਾਨੂੰ ਸਿੱਖਣ ਨੂੰ ਮਿਲਣਗੀਆਂ। ਵਾਹਿਗੁਰੂ ਜੀ ਕਾ